ਤਾਂ ਤੁਸੀਂ ਜਦੋਂ ਵੀ ਤੁਹਾਡਾ ਕਰਦਾ ਤੁਸੀਂ ਉਸ ਵੇਲੇ ਆਪਣੇ ਕਥਾ ਸ਼ੁਰੂ ਕਰ ਸਕਦੇ ਜੀ। ਠੀਕ ਹੈ ਜੀ, ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਆਪ ਸਾਰਿਆਂ ਦਾ ਗੁਰਮਤਿ ਕਲਾਸ ਵਿੱਚ। ਆਪ ਸਾਰਿਆਂ ਨੂੰ ਜੀ ਆਇਆਂ ਆਖਿਆ ਜਾਂਦਾ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਅਸੀਂ ਸਾਰੇ ਹੀ ਵੀਰ ਭੈਣਾਂ ਮਿਲ ਕੇ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਆਸਾ ਕੀ ਵਾਰ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸੀਂ ਆਸਾ ਕੀ ਵਾਰ ਦੀਆਂ 15 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। 16ਵੀਂ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਅੱਜ ਸਾਂਝੀ ਕਰ ਰਹੇ ਹਾਂ। ਇਸ ਪਾਵਨ ਪੌੜੀ ਦੇ ਨਾਲ 2 ਸ਼ਲੋਕ ਵੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਹਨ। ਗੁਰਬਾਣੀ ਸਿੱਖ ਦੇ ਜੀਵਨ ਦੀ ਥੰਮੀ ਹੈ। ਗੁਰਬਾਣੀ ਸਿੱਖ ਦੇ ਜੀਵਨ ਦਾ ਆਧਾਰ ਹੈ। ਗੁਰਬਾਣੀ ਹੀ ਗੁਰੂ ਹੈ। ਗੁਰਬਾਣੀ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਹੈ। ਗੁਰਬਾਣੀ ਪ੍ਰਭੂ ਦਾ ਹੁਕਮ ਹੈ ਔਰ ਗੁਰੂ ਦੀ ਪਾਵਨ ਬਾਣੀ ਤੋਂ ਹੀ ਅਸਾਂ ਜੀਵਨ ਜਾਚ ਸਿੱਖਣੀ ਹੈ। ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਾਰੇ ਸੰਸਾਰ ਵਾਸਤੇ ਸਾਂਝਾ ਉਪਦੇਸ਼ ਹੈ। ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ, ਸਾਰੇ ਸੰਸਾਰ ਲਈ ਸਾਂਝਾ ਉਪਦੇਸ਼ ਹੈ। ਗੁਰਬਾਣੀ ਸਰਬਕਾਲੀ ਹੈ, ਯਾਨੀ ਪਹਿਲਾਂ ਵੀ ਸੱਚ ਸੀ, ਅੱਜ ਵੀ ਸੱਚ ਹੈ, ਆਉਣ ਵਾਲੇ ਸਮੇਂ ਵਿੱਚ ਵੀ ਸੱਚ ਹੋਏਗੀ। ਬਾਣੀ ਸਰਬਦੇਸ਼ੀ ਹੈ। ਹਰ ਥਾਂ ਦੇ ਉੱਤੇ ਇਹਨਾਂ ਸਿਧਾਂਤਾਂ ਨੂੰ ਬੜੀ ਆਸਾਨੀ ਦੇ ਨਾਲ ਲਾਗੂ ਕੀਤਾ ਜਾ ਸਕਦਾ ਹੈ। ਜਿਵੇਂ ਕਿ ਅਸੀਂ ਪਿਛਲੀਆਂ ਕਲਾਸਾਂ ਵਿੱਚ ਵੀ ਵਿਚਾਰ ਕੀਤੀ ਹੈ, ਪਾਵਨ ਬਾਣੀ ਲੜਾਈ ਝਗੜਿਆਂ ਵਾਸਤੇ ਨਹੀਂ ਹੈ, ਵਾਦ ਵਿਵਾਦਾਂ ਲਈ ਨਹੀਂ ਹੈ, ਕਿਸੇ ਨੂੰ ਉੱਚਾ ਜਾਂ ਨੀਵਾਂ ਵਿਖਾਉਣ ਵਾਸਤੇ ਨਹੀਂ, ਸਗੋਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿਸ਼ਵ ਸ਼ਾਂਤੀ ਲਈ ਹੈ। ਸਾਡੀ ਜ਼ਿੰਦਗੀ, ਸਾਡਾ ਪਰਿਵਾਰਕ ਜੀਵਨ ਔਰ ਸਮਾਜਿਕ ਜੀਵਨ ਸਵਰਗ ਹੋ ਜਾਏ, ਇਸ ਵਾਸਤੇ। ਗੁਰਬਾਣੀ ਰਾਹੀਂ ਮੈਂ ਵੀ, ਤੁਸੀਂ ਵੀ, ਹੋਰ ਵੀ ਸਭ ਵੀਰ ਭੈਣਾਂ ਨੇ ਆਪਣੇ ਜੀਵਨ ਨੂੰ ਪਰਖਣਾ ਹੈ ਕਿ ਅਸੀਂ ਕਿੱਥੇ ਖੜੇ ਹਾਂ, ਸਾਡੇ ਵਿੱਚ ਕੀ ਦੋਸ਼ ਨੇ, ਅਸੀਂ ਉਹਨਾਂ ਦੋਸ਼ਾਂ ਨੂੰ ਦੂਰ ਕਰਨਾ ਹੈ। ਸਾਡੇ ਵਿੱਚ ਕਿਹੜੀ ਕੁਆਲਿਟੀਜ਼ ਨੇ, ਗੁਣ ਨੇ, ਅਸੀਂ ਉਹਨਾਂ ਨੂੰ ਯੂਜ਼ ਕਰਨਾ ਹੈ। ਆਪਣੀ ਜ਼ਿੰਦਗੀ ਚੋਂ ਅਵਗੁਣਾਂ ਨੂੰ ਖਤਮ ਕਰ ਗੁਣਾਂ ਦੇ ਧਾਰਨੀ ਹੋਣਾ। ਯਾਨੀ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਾਡੇ ਵਾਸਤੇ ਕਸਵੱਟੀ ਹੈ। ਇਸ ਪਾਵਨ ਬਾਣੀ ਰਾਹੀਂ ਅਸੀਂ ਆਪਣੇ ਜੀਵਨ ਨੂੰ ਪਰਖਣਾ, ਚਾਹੇ ਉਹ ਰਾਜਨੀਤਿਕ ਜੀਵਨ ਹੈ, ਸਮਾਜਿਕ ਜੀਵਨ ਹੈ, ਧਾਰਮਿਕ ਜੀਵਨ ਹੈ, ਆਰਥਿਕ ਜੀਵਨ ਹੈ, ਜਾਂ ਸਾਡੀ ਸ਼ਖਸੀ ਜ਼ਿੰਦਗੀ ਪਰਸਨਲ ਲਾਈਫ ਹੈ, ਜਾਂ ਸਾਡੀ ਫੈਮਿਲੀ ਲਾਈਫ ਪਰਿਵਾਰਕ ਜ਼ਿੰਦਗੀ ਹੈ। ਅਸੀਂ ਸਾਰਿਆਂ ਨੇ ਪਾਵਨ ਬਾਣੀ ਰਾਹੀਂ ਆਪਣੇ ਆਪ ਨੂੰ ਪਰਖਣਾ। ਤਾਂ ਇਸ ਸ਼ਲੋਕ ਦੇ ਅੰਦਰ ਗੁਰੂ ਪਾਤਸ਼ਾਹ ਜੀ ਨੇ 3 ਤਰ੍ਹਾਂ ਦੇ ਲੋਕ ਲਏ ਨੇ, ਕਿਉਂਕਿ ਧਰਮ ਸਰਬ ਸਾਂਝਾ ਹੈ ਜੋ ਹਰ ਇਨਸਾਨ ਦੇ ਉੱਤੇ ਲਾਗੂ ਹੁੰਦਾ ਹੈ। ਕਈ ਵਾਰ ਅਸੀਂ ਕਹਿ ਦਿੰਦੇ ਹਾਂ ਧਰਮ ਔਰ ਰਾਜਨੀਤੀ ਵੱਖਰੀ ਹੈ। ਅਸਲ ਦੇ ਅੰਦਰ ਧਰਮ ਨੂੰ ਸਮਝਿਆ ਨਹੀਂ ਗਿਆ, ਇਸ ਕਰਕੇ ਅਸੀਂ ਚੀਜ਼ ਕਹਿ ਦਿੰਦੇ ਹਾਂ। ਤਾਂ ਧਰਮ ਕੀ ਹੈ? ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ, ਤੇ ਉਹ ਇੱਕੋ ਹੀ ਹੈ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਜਾਂ ਏਕੋ ਧਰਮ ਦ੍ਰਿੜ੍ਹ ਸੱਚ ਕੋਈ। ਤਾਂ ਹੁਣ 3 ਤਰ੍ਹਾਂ ਦੇ ਲੋਕ ਨੇ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ। ਇੱਕ ਉਹ ਨੇ ਜੋ ਹਾਕਮ ਨੇ, ਸਮੇਂ ਦੇ ਬਾਦਸ਼ਾਹ ਨੇ। ਦੂਜੇ ਉਹ ਨੇ ਜੋ ਉਹਨਾਂ ਦੇ ਅੱਗੋਂ ਅਹਿਲਕਾਰ ਨੇ, ਅਫਸਰਸ਼ਾਹੀ। ਤੀਜੇ ਲੋਕ ਉਹ ਨੇ ਜਿਹੜੇ ਧਾਰਮਿਕ ਆਗੂ ਨੇ, ਪੁਜਾਰੀ ਨੇ, ਮੁੱਲਾ ਮੁਲਾਣੇ ਨੇ, ਜਾਂ ਜੋਗੀ ਆਦਿਕ ਨੇ, ਕਿਉਂਕਿ ਉਸ ਸਮੇਂ ਇਹੀ ਸਨ। ਤਾਂ ਸਾਡੇ ਕੋਲ 3 ਤਰ੍ਹਾਂ ਦੇ ਲੋਕ ਆ ਗਏ। ਰਾਜਨੀਤਿਕ ਲੋਕ ਜੋ ਉਸ ਟਾਈਮ ਗੱਦੀਆਂ ਤੇ ਸਨ, ਰਾਜ ਸਿੰਘਾਸਨ ਤੇ ਸਨ। ਅੱਜ ਉਹਨਾਂ ਨੂੰ ਅਸੀਂ ਰਾਜਨੀਤਿਕ ਦੁਨੀਆ ਵਿੱਚ ਦੇਖ ਸਕਦੇ ਹਾਂ। ਦੂਜੇ ਲੋਕ ਉਹਨਾਂ ਦੇ ਅਹਿਲਕਾਰ, ਜੋ ਅੱਜ ਦੀ ਅਫਸਰਸ਼ਾਹੀ ਅਸੀਂ ਕਹਿ ਸਕਦੇ ਹਾਂ। ਤੇ ਤੀਜੀ ਜਗ੍ਹਾ ਤੇ ਸਨ ਧਾਰਮਿਕ ਪੁਜਾਰੀ ਲੋਕ, ਜਿਹੜੇ ਧਰਮ ਵਾਸਤੇ ਉਪਦੇਸ਼ ਦਿੰਦੇ ਸਨ, ਜਿਹਦੇ ਵਿੱਚ ਅੱਜ ਅਸੀਂ ਹਰ ਧਰਮ ਦੇ ਪੁਜਾਰੀ ਨੂੰ ਜਾਂ ਪ੍ਰਚਾਰਕ ਨੂੰ ਲੈ ਸਕਦੇ ਹਾਂ। ਚੌਥੀ ਰਹਿ ਜਾਂਦੀ ਹੈ ਬਾਕੀ, ਜੋ ਆਮ ਪਬਲਿਕ ਹੈ।
ਤਾਂ ਗੁਰੂ ਸਾਹਿਬ ਜੀ ਇਹਨਾਂ ਦੀ ਦੋਗਲੀ ਨੀਤੀ ਨੂੰ ਦਰਸਾ ਰਹੇ ਨੇ। ਅਸਲ ਦੇ ਅੰਦਰ ਗੁਰਬਾਣੀ ਦਾ ਜੋ ਸਿਧਾਂਤ ਹੈ ਉਹ ਹੈ ਸਚਿਆਰ ਹੋਣ ਦਾ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਸਚਿਆਰ ਹੋਣਾ ਹੈ, ਮੈਂ ਵੀ, ਤੁਸੀਂ ਵੀ, ਹੋਰ ਵੀ ਲੋਕਾਂ ਨੂੰ। ਤੇ ਸਚਿਆਰ ਦਾ ਮਤਲਬ ਹੈ ਰੱਬ ਵਿੱਚ ਮਿਲ ਜਾਣਾ। ਗੁਰੂ ਜੀ ਨੇ ਪਾਵਨ ਬਾਣੀ ਵਿੱਚ ਰੱਬ ਨੂੰ ਵੀ ਸਚਿਆਰ ਆਖਿਆ ਹੈ। ਤੂੰ ਕਰਤਾ ਸਚਿਆਰ ਮਹਿੰਦਾ ਸਾਈਂ। ਤੂੰ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ ਤੇ ਸਚਿਆਰ ਹੈ। ਤੂੰ ਕਰਤਾ ਸਚਿਆਰ ਮਹਿੰਦਾ ਸਾਈਂ। ਤੂੰ ਕਰਤਾ ਹੈ, ਸੱਚ ਦਾ ਘਰ ਹੈ, ਔਰ ਤੂੰ ਮੇਰਾ ਮਾਲਕ ਹੈ। ਤਾਂ ਅਸੀਂ ਸਚਿਆਰ ਬਣਨਾ ਹੈ, ਰੱਬ ਵਰਗੇ ਹੋ ਕੇ ਜੀਣਾ ਹੈ। ਚਾਹੇ ਉਹ ਕੋਈ ਰਾਜਨੀਤਿਕ ਬੰਦਾ ਹੈ, ਜਾਂ ਧਰਮ ਦੀ ਦੁਨੀਆ ਵਿੱਚ ਵਿਚਰ ਰਿਹਾ ਹੈ, ਜਾਂ ਅਫਸਰ ਆਦਿਕ ਹੈ, ਸਾਰਿਆਂ ਨੇ ਸਚਿਆਰ ਬਣ। ਪਰ ਗੁਰੂ ਜੀ ਕਹਿੰਦੇ ਨੇ, ਹੁਣ ਦਸ਼ਾ ਬਿਆਨ ਕਰਦੇ ਨੇ, ਕਹਿੰਦੇ ਨੇ ਗਊ ਬਿਰਾਮਣ ਕੋ ਕਰ ਲਾਵਹੁ, ਗੋਬਰ ਤਰਨ ਨਾ ਜਾਈ। ਇਹ ਉਹਨਾਂ ਦੀ ਗੱਲ ਕਰ ਰਹੇ ਨੇ ਜਿਹੜੀ ਅਫਸਰਸ਼ਾਹੀ ਹੈ ਔਰ ਖੱਤਰੀ ਆਦਿਕ ਨੇ। ਹੁਣ ਮੁਗਲ ਰਾਜ ਦੇ ਸਮੇਂ ਜਜ਼ੀਆ ਟੈਕਸ ਹਿੰਦੂ ਵੀਰਾਂ ਤੇ ਲੱਗਦਾ ਰਿਹਾ ਹੈ। ਜਜ਼ੀਆ ਟੈਕਸ ਦਾ ਮਤਲਬ ਜੇ ਤੀਰਥਾਂ ਤੇ ਜਾਣਾ ਹੈ ਤਾਂ ਟੈਕਸ ਭਰਨਾ ਪਵੇਗਾ, ਔਰ ਉਹ ਕੇਵਲ ਹਿੰਦੂ ਜਨਤਾ ਤੇ ਹੁੰਦਾ ਸੀ, ਕਿਉਂਕਿ ਜਿਹੜੇ ਮੁਗਲ ਆਦਿਕ ਨੇ ਬਾਹਰੋਂ ਆਣ ਕੇ ਇੱਥੇ ਕਾਬਜ ਹੋਏ ਸਨ ਤੇ ਉਹਨਾਂ ਨੇ ਇਸ ਦੇਸ਼ ਦੀ ਜਨਤਾ ਤੇ ਅਤਿਆਚਾਰ ਵੀ ਕੀਤੇ। ਕੁਛ ਜਿਵੇਂ ਨਦੀ ਤੋਂ ਪਾਰ ਕਰਨਾ ਨਾ, ਅੱਜ ਕੱਲ ਵੀ ਟੋਲ ਟੈਕਸ ਨੇ ਥਾਂ ਥਾਂ ਤੇ। ਕਈਆਂ ਪੁਲਾਂ ਦੇ ਉੱਤੇ ਟੈਕਸ ਲਾਏ ਜਾਂਦੇ ਨੇ ਕਿ ਇੱਥੋਂ ਪੁਲ ਬਣਨਾ ਹੈ ਤੇ ਉਹਦੇ ਵਾਸਤੇ ਟੈਕਸ। ਤੇ ਜਿਹੜਾ ਵੀ ਗਊ ਜਾਂ ਬ੍ਰਾਹਮਣ ਕੋਈ ਵੀ ਲੰਘਦਾ ਉਹਦੇ ਤੇ ਵੀ ਟੈਕਸ ਲੱਗਦਾ, ਜਾਂ ਹੋਰ ਤਰ੍ਹਾਂ ਦੇ ਜਜ਼ੀਆ ਵਗੈਰਾ ਜੋ ਟੈਕਸ ਸੀ। ਹੁਣ ਗੁਰੂ ਸਾਹਿਬ ਕਹਿੰਦੇ ਨੇ ਗਊ ਬ੍ਰਾਹਮਣ ਕੋ ਕਰ ਲਾਵੋ। ਹਾਕਮਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਮੁਗਲ ਰਾਜ ਦੀ ਅਧੀਨਗੀ ਕਰ ਰਹੇ ਹੋ। ਗਊ ਨੂੰ ਤੁਸੀਂ ਮਾਤਾ ਸਮਝਦੇ ਹੋ ਕਿ ਮਾਤਾ ਹੈ, ਇਹਦੀ ਪੂਜਾ ਕਰਦੇ ਹੋ। ਬ੍ਰਾਹਮਣ ਨੂੰ ਤੁਸੀਂ ਪਵਿੱਤਰ ਦੇਵਤਾ ਸਮਝਦੇ ਹੋ, ਉਸ ਦੀ ਪੂਜਾ ਕਰਦੇ ਹੋ। ਲੇਕਿਨ ਇਹਨਾਂ ਦੋਵਾਂ ਨੂੰ ਟੈਕਸ ਲਾ ਰਹੇ ਹੋ। ਗੋਬਰ ਤਰਨ ਨਾ ਜਾਈ, ਤੇ ਗੋਬਰ ਦਾ ਪੋਚਾ ਦੇ ਕੇ ਘਰ ਵਿੱਚ ਉਹਦੇ ਵਿੱਚ ਬ੍ਰਾਹਮਣ ਨੂੰ ਬਿਠਾ ਕੇ ਪੂਜਾ ਕਰਵਾਉਂਦੇ ਹੋ। ਜਿਹਨੂੰ ਤੁਸੀਂ ਗੁਰੂ ਮੰਨ ਰਹੇ ਹੋ, ਦੂਜੇ ਪਾਸੇ ਗਊ ਨੂੰ ਮਾਂ ਮੰਨ ਰਹੇ ਹੋ, ਉਹਨਾਂ ਦੋਵਾਂ ਤੇ ਟੈਕਸ ਲਾ ਰਹੇ ਹੋ ਤੇ ਸਮਝਦੇ ਹੋ ਕਿ ਗੋਬਰ ਦਾ ਪੋਚਾ ਦੇ ਕੇ ਬ੍ਰਾਹਮਣ ਤੋਂ ਪੂਜਾ ਪਾਠ ਕਰਾਉਣ ਦੇ ਨਾਲ ਹੀ ਸਾਡਾ ਪਾਰ ਉਤਾਰਾ ਹੋ ਜਾਏਗਾ। ਗੁਰੂ ਜੀ ਕਹਿੰਦੇ ਨੇ ਦੋਗਲੀ ਨੀਤੀ ਨਾਲ ਨਹੀਂ ਹੋਣਾ, ਕਿ ਜਿਸ ਨੂੰ ਤੁਸੀਂ ਵੱਡਾ ਵੀ ਮੰਨਦੇ ਹੋ, ਟੈਕਸ ਵੀ ਲਾਉਂਦੇ ਹੋ, ਤੇ ਲੇਕਿਨ ਘਰਾਂ ਦੇ ਵਿੱਚ ਗੋਹੇ ਦਾ ਪੋਚਾ ਦਿੰਦੇ ਹੋ। ਗੋਬਰ ਦਾ ਪੋਚਾ ਦੇਣ ਨਾਲ ਥੋੜੀ ਪਵਿੱਤਰ ਹੋ ਜਾਓ। ਤਾਂ ਇੱਥੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਜਾ ਰਿਹਾ। ਦੋ ਕਿਸਮ ਦੀ ਜ਼ਿੰਦਗੀ ਜੀਵੀ ਜਾ ਰਹੀ ਹੈ ਹਾਕਮ ਲੋਕ ਜੋ। ਅਗਲਾ ਬਚਨ ਕਰਦੇ ਨੇ, ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਛਾਂ ਖਾਈ। ਦੇਖੋ, ਮੁਸਲਮਾਨ ਵੀਰ ਹਿੰਦੂ ਵੀਰਾਂ ਨੂੰ ਕਾਫਰ ਕਹਿੰਦੇ ਨੇ ਤੇ ਹਿੰਦੂ ਵੀਰ ਮੁਸਲਮਾਨ ਵੀਰਾਂ ਨੂੰ ਮਲੇਛ ਕਹਿੰਦੇ ਨੇ। ਹੁਣ ਉਹ ਕਿਉਂਕਿ ਮਲੇਛ ਸ਼ਬਦ ਵਰਤ ਰਹੇ ਸਨ ਉਹਨਾਂ ਵਾਸਤੇ, ਇਸ ਲਈ ਗੁਰੂ ਪਾਤਸ਼ਾਹ ਜੀ ਨੇ ਉਹ ਪ੍ਰਚਲਿਤ ਸ਼ਬਦ ਵਰਤਿਆ ਹੈ। ਕਹਿੰਦੇ ਨੇ ਤੁਸੀਂ ਧੋਤੀ ਬੰਨਦੇ ਹੋ, ਟਿੱਕਾ ਲਾਉਂਦੇ ਹੋ, ਗਲ ਦੇ ਵਿੱਚ ਮਾਲਾ ਵੀ ਪਾਈ ਹੋਈ ਹੈ, ਭੇਸ਼ ਤੁਹਾਡਾ ਧਾਰਮਿਕ ਹੈ, ਪਰ ਧਾਨ ਮਲੇਛਾਂ ਖਾਈ। ਜਿਨ੍ਹਾਂ ਨੂੰ ਤੁਸੀਂ ਮਲੇਛ ਕਹਿੰਦੇ ਹੋ, ਨੀਵੇਂ ਕਹਿੰਦੇ ਹੋ, ਧਾਨ ਤੁਸੀਂ ਉਹਨਾਂ ਦਾ ਖਾ ਰਹੇ ਹੋ, ਉਹਨਾਂ ਦੀ ਨੌਕਰੀ ਕਰਕੇ ਤੇ ਪੈਸਾ ਲੈ ਰਹੇ ਹੋ। ਯਾਨੀ ਬਾਹਰੀ ਤੁਹਾਡਾ ਦਿੱਖ ਹੋਰ ਹੈ, ਤੁਹਾਡੀ ਧਾਰਮਿਕ ਮਨੌਤ ਕੁਛ ਹੋਰ ਹੈ ਤੇ ਕਰ ਕੁਛ ਹੋਰ ਰਹੇ ਹੋ। ਦੇਖੋ, ਇਹ ਇਕੱਲੇ ਬ੍ਰਾਹਮਣ ਵਾਸਤੇ ਹੀ ਨਹੀਂ ਹੈ, ਉਹਦੀ ਗੱਲ ਕਰ ਰਹੇ ਨੇ, ਇਹ ਸਾਰੇ ਲੋਕਾਂ ਵਾਸਤੇ ਹੈ ਕਿ ਧਾਰਮਿਕ ਬੰਦੇ ਦੀ ਮਨੌਤ ਕੋਈ ਹੋਰ ਹੋਵੇ, ਲੇਕਿਨ ਵਿਖਾਵਾ ਕੁਛ ਹੋਰ ਕਰ ਰਿਹਾ ਹੋਵੇ, ਅੰਦਰੋਂ ਹੋਰ ਬਾਹਰੋਂ ਹੋਰ। ਤੇ ਯਾਦ ਰੱਖਣਾ, ਜੋ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੈ ਉਹ ਕਿਤੇ ਵੀ ਪ੍ਰਵਾਨ ਨਹੀਂ ਹੈ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਅੰਦਰੋਂ ਔਰ ਬਾਹਰੋਂ ਇੱਕ ਨਾ ਹੋਣਾ, ਇਹ ਮਰੀ ਹੋਈ ਜ਼ਮੀਰ ਹੈ। ਅਸੀਂ ਕਹਿੰਦੇ ਨਾ ਫਲਾਂ ਬੰਦਾ ਆਤਮਕ ਮੌਤੇ ਮਰ ਗਿਆ, ਜਾਂ ਉਸ ਬੰਦੇ ਦੀ ਜ਼ਮੀਰ ਮਰ ਗਈ। ਇਹਦਾ ਮਤਲਬ ਐਸਾ ਬੰਦਾ ਅੰਦਰੋਂ ਹੋਰ ਹੈ, ਬਾਹਰੋਂ ਹੋਰ ਹੈ, ਵਿਖਾਵਾ ਕੁਛ ਹੋਰ ਕਰਦਾ ਹੈ, ਕਰਦਾ ਕੁਛ ਹੋਰ ਹੈ, ਉਹ ਜ਼ਮੀਰ ਦਾ ਮਰਿਆ ਹੋਇਆ ਹੈ, ਆਤਮਕ ਮੌਤ ਤੇ ਮਰਿਆ ਹੋਇਆ। ਇਹ ਨਿਸ਼ਾਨੀ ਹੈ ਆਤਮਕ ਮੌਤ ਦੀ।
ਤੇ ਆਤਮਿਕ ਜੀਵਨ ਦੀ ਨਿਸ਼ਾਨੀ ਇਹ ਹੈ ਕਿ ਬੰਦਾ ਅੰਦਰੋਂ ਵੀ ਸੱਚਾ ਹੈ ਤੇ ਬਾਹਰੋਂ ਵੀ ਸੱਚਾ ਹੈ। ਹੁਣ ਕਹਿੰਦੇ ਨੇ ਅੰਤਰ ਪੂਜਾ ਪੜ੍ਹੇ ਕਤੇਬਾਂ ਸੰਜਮ ਤੁਰਕਾਂ ਪਾਈ, ਕਿ ਬਾਹਰੀ ਤੌਰ ਤੇ ਤੁਸੀਂ ਤੁਰਕਾਂ ਵਾਲਾ ਸੰਜਮ ਅਪਣਾਇਆ ਹੋਇਆ ਹੈ, ਕਾਨੂੰਨ ਤੁਸੀਂ ਉਹਨਾਂ ਦਾ ਮੰਨ ਰਹੇ ਹੋ। ਅੰਦਰ ਬਹਿ ਕੇ ਤੁਸੀਂ ਪਾਠ ਪੂਜਾ ਕਰਦੇ ਹੋ ਚੋਰੀ, ਪੜ੍ਹੇ ਕਤੇਬਾਂ ਪਰ ਤੁਸੀਂ ਮੁਸਲਮਾਨੀ ਧਰਮ ਦੀਆਂ ਕੁਰਾਨ ਆਦਿਕ ਪੁਸਤਕਾਂ ਪੜ੍ਹ ਰਹੇ ਹੋ। ਉਹਨਾਂ ਨੂੰ ਖੁਸ਼ ਕਰਨ ਲਈ ਤੇ ਤੁਸੀਂ ਕੁਰਾਨ ਆਦਿਕ ਪੜ੍ਹਦੇ ਹੋ ਜਾਂ ਉਹਨਾਂ ਦੀਆਂ ਪੁਸਤਕਾਂ ਪੜ੍ਹਦੇ ਹੋ, ਸ਼ਰ੍ਹਾ ਪੜ੍ਹਦੇ ਹੋ, ਔਰ ਉਹਨਾਂ ਵਾਲਾ ਸੰਜਮ ਤੁਸੀਂ ਬਣਾਇਆ ਹੋਇਆ ਬਾਹਰੋਂ। ਪਰ ਵੈਸੇ ਤੁਸੀਂ ਇਹਨੂੰ ਮੰਨਦੇ ਨਹੀਂ, ਅੰਦਰ ਬਹਿ ਕੇ ਤੁਸੀਂ ਪਾਠ ਪੂਜਾ ਕਰਦੇ ਹੋ, ਤਸਵੀਰ ਦੀ ਪੂਜਾ ਕਰ ਲਈ, ਦੇਵਤੇ ਅੱਗੇ ਭੋਗ ਵਗੈਰਾ ਲਗਵਾ ਲਿਆ, ਬਾਹਰੋਂ ਹੋਰ ਅੰਦਰੋਂ ਹੋਰ। ਐਵੇਂ ਕਰਨ ਦੇ ਨਾਲ ਧਰਮ ਥੋੜਾ ਨਿਭਦਾ ਹੈ। ਇਹ ਤਾਂ ਦੋਗਲੀ ਨੀਤੀ ਤੇ ਵਿਖਾਵਾ ਹੈ, ਆਚਰਣਕ ਉੱਚਤਾ ਨਹੀਂ ਹੈ। ਇਹ ਤੇ ਆਪਣੇ ਆਪ ਦੇ ਨਾਲ ਵੀ ਧੋਖਾ ਹੈ, ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ ਕਿ ਸ਼ਾਇਦ ਮੈਂ ਧਾਰਮਿਕ ਹਾਂ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਛੋਡੀ ਲੈ ਪਾਖੰਡਾਂ, ਵੀ ਇਹ ਪਖੰਡ ਛੱਡ ਦਿਓ। ਗੋਬਰ ਦੇ ਨਾਲ ਪੋਚਾ ਦੇਣ ਦੇ ਨਾਲ ਕਦੀ ਕੋਈ ਪਵਿੱਤਰ ਨਹੀਂ ਹੁੰਦਾ। ਕੇਵਲ ਬ੍ਰਾਹਮਣ ਤੋਂ ਪੂਜਾ ਪਾਠ ਕਰਾਉਣ ਦੇ ਨਾਲ ਕਦੇ ਮੁਕਤੀ ਨਹੀਂ ਹੁੰਦੀ। ਇਸ ਲਈ ਐਸਾ ਪਖੰਡ ਕਰਨਾ ਛੱਡ ਦਿਓ। ਹੁਣ ਦੇਖੋ, ਇਹ ਗੱਲ ਬ੍ਰਾਹਮਣ ਵਾਸਤੇ ਕਹੀ ਹੈ ਨਾ, ਇੱਥੋਂ ਤੱਕ ਤੇ ਸਾਨੂੰ ਲੱਗਦੀ ਹੈ ਠੀਕ। ਜੇ ਹੋਰ ਕਿਸੇ ਦੀ ਗੱਲ ਕਰੀਏ ਉੱਥੋਂ ਤੱਕ ਵੀ ਸਾਨੂੰ ਠੀਕ ਲੱਗੇਗੀ, ਪਰ ਜੇ ਸਾਡੇ ਆਪਣੇ ਵੱਲ ਆਵੇ ਫਿਰ ਅਸੀਂ ਕਵਾਂਗੇ ਲੈ ਤੁਸੀਂ ਤੇ ਨਾਸਤਕ ਹੋ। ਹੁਣ ਇਸੇ ਤਰ੍ਹਾਂ ਜੇ ਕੋਈ ਬੰਦਾ ਬਾਹਰੀ ਤੌਰ ਤੇ ਧਾਰਮਿਕ ਰੂਪ ਸਿੱਖਾਂ ਵਿੱਚ ਵੀ ਬਣਾਈ ਬੈਠਾ ਔਰ ਗੁਰਬਾਣੀ ਦੇ ਉੱਤੇ ਅਮਲ ਨਹੀਂ ਕਰਦਾ, ਉਹਦੀ ਸਾਰੀ ਜ਼ਿੰਦਗੀ ਵਿਖਾਵੇ ਵਾਲੀ ਬਾਹਰੋਂ ਹੋਰ ਹੈ, ਅੰਦਰੋਂ ਉਹਦਾ ਅਕੀਦਾ ਹੋਰ ਹੈ, ਅੰਦਰੋਂ ਕੁਝ ਹੋਰ ਕਰਦਾ ਹੈ। ਤੇ ਜੇ ਕਵੇ ਕਿ ਚਲੋ ਚਾਰ ਭਾਈਆਂ ਨੂੰ ਘਰ ਲੰਗਰ ਛਕਾ ਕੇ ਤੇ ਮੈਂ ਮੁਕਤ ਹੋ ਜਾਵਾਂ, ਜਾਂ ਕਿਸ ਤੋਂ ਪਾਠ ਕਰਾ ਕੇ ਤੇ ਮੇਰੇ ਗੁਨਾਹ ਬਖਸ਼ੇ ਜਾਣ, ਐਵੇਂ ਨਹੀਂ ਹੋਣਾ। ਇਹ ਸਾਰਿਆਂ ਵਾਸਤੇ ਹੈ। ਇਹ ਮੁਸਲਮਾਨ ਵੀਰਾਂ ਤੇ ਵੀ ਲਾਗੂ ਹੁੰਦਾ ਹੈ ਵੀ ਜੇ ਉਹਦੀ ਬਾਹਰੋਂ ਜ਼ਿੰਦਗੀ ਹੋਰ ਹੈ ਲੇਕਿਨ ਅੰਦਰ ਉਹਦੇ ਕੁਛ ਕੂੜ ਕਬਾੜ ਹੋਰ ਹੈ, ਤੇ ਉਹ ਕਿਸੇ ਆਪਣੇ ਧਾਰਮਿਕ ਪੁਜਾਰੀ ਨੂੰ ਘਰ ਸੱਦ ਕੇ ਪੂਜਾ ਪਾਠ ਕਰਾ ਲਵੇ ਤੇ ਕਵੇ ਮੈਂ ਧਾਰਮਿਕ ਹਾਂ, ਖੁਦਾ ਦੇ ਦਰ ਤੇ, ਵਾਹਿਗੁਰੂ ਦੇ ਦਰ ਤੇ, ਰੱਬ ਦੇ ਦਰ ਤੇ ਪ੍ਰਵਾਨ ਹੋ ਜਾ, ਇਹ ਨਹੀਂ। ਛੋਡੀ ਲੈ ਪਾਖੰਡਾਂ, ਇਹ ਪਖੰਡ ਕਰਨੇ ਛੱਡ ਦਿਓ। ਨਾਮ ਲੈ ਜਾਹੇ ਤਰੰਦਾ, ਨਾਮ ਲੈ ਦਾ ਮਤਲਬ ਰੱਬੀ ਗੁਣ ਗਾਣ ਦੇ ਨਾਲ, ਸੱਚ ਨੂੰ ਅਪਣਾ ਲੈਣ ਦੇ ਨਾਲ। ਜਿਹੜੇ ਰੱਬ ਦੇ ਗੁਣ ਨੇ ਨਾ, ਸੱਚ, ਨਿਰਭੈਤਾ, ਨਿਰਵੈਰਤਾ, ਦਇਆ ਔਰ ਹੋਰ ਜਿਤਨੇ ਵੀ ਗੁਣ ਨੇ, ਉਹਨਾਂ ਨੂੰ ਜੇ ਤੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਵੇਂ, ਅੰਦਰੋਂ ਬਾਹਰੋਂ ਇੱਕ ਹੋ ਜਾਏ, ਤਾਂ ਤੇਰਾ ਪਾਰ ਉਤਾਰਾ ਹੋ ਸਕਦਾ। ਤੇ ਪਾਰ ਉਤਾਰਾ ਕੀ ਹੈ? ਦੇਖੋ, ਭਵਸਾਗਰ ਕੀ ਹੈ। ਸਾਡੇ ਅੰਦਰ ਜੋ ਮਾੜੀਆਂ ਬਿਰਤੀਆਂ, ਮਾੜੀਆਂ ਰੁਚੀਆਂ ਨੇ, ਉਹਨਾਂ ਤੋਂ ਅਸੀਂ ਪਾਰ ਹੋਣਾ ਹੈ। ਹਰ ਇਨਸਾਨ ਦੇ ਮਨ ਵਿੱਚ ਮਾੜੀਆਂ ਰੁਚੀਆਂ ਨੇ, ਮਾੜਾ ਵੇਖਣਾ, ਮਾੜਾ ਖਾਣਾ ਔਰ ਬੇਗਾਨੇ ਹੱਕ ਖਾਣੇ, ਮਾੜੇ ਕਰਮ ਕਰਨੇ, ਈਰਖਾ, ਦਵੇਸ਼, ਇਹ ਮਾੜੀਆਂ ਰੁਚੀਆਂ ਦਾ ਭਵਸਾਗਰ ਭਰਿਆ ਪਿਆ। ਇਹਨਾਂ ਮਾੜੀਆਂ ਰੁਚੀਆਂ ਤੋਂ ਪਾਰ ਹੋਣਾ ਹੈ। ਇਹਨਾਂ ਚੋਂ ਤੇ ਤੂੰ ਪਾਰ ਹੋ ਨਹੀਂ ਰਿਹਾ ਤੇ ਬਾਹਰੋਂ ਹੋਰ ਪਖੰਡ ਕਰਕੇ ਆਪਣੇ ਆਪ ਨੂੰ ਹੋਰ ਗਰਕ ਕਰੀ ਜਾਂਦਾ। ਨਾਮ ਲੈ ਹੈ ਜਾਏ ਤਰੰਦਾ ਦਾ ਮਤਲਬ ਕਿ ਰੱਬੀ ਰਜਾ ਦੇ ਅੰਦਰ ਤੁਰ, ਰੱਬੀ ਗੁਣਾਂ ਦਾ ਧਾਰਨੀ ਹੋ ਮਨ ਵਚਨ ਕਰਮ ਕਰਕੇ, ਤਾਂ ਤੇਰਾ ਪਾਰ ਉਤਾਰਾ ਹੋਣਾ। ਵਿਖਾਵੇ ਦੇ ਨਾਲ ਨਹੀਂ, ਪੋਚੇ ਜਿੰਨੇ ਮਰਜ਼ੀ ਪਾਈ ਜਾ, ਜਿੰਨੇ ਮਰਜ਼ੀ ਪੋਚੇ ਲਾ ਲਾ ਕੇ ਲਕੀਰਾਂ ਕੱਢ ਕੇ ਬੈਠਾ ਰਹੋ। ਅਸੀਂ ਵੀ ਕਈ ਵਾਰੀ ਬਾਹਰਲੀ ਸੁਚਤਾ ਤੇ ਕਿੰਨਾ ਜ਼ੋਰ ਦਿੰਦੇ ਆ ਕਿ ਸਾਡੇ ਬਣਾਏ ਹੋਏ ਲੰਗਰ ਪ੍ਰਸ਼ਾਦੇ ਨੂੰ ਕਿਸੇ ਹੋਰ ਦਾ ਹੱਥ ਵੀ ਨਾ ਲੱਗੇ। ਕਈ ਵਾਰ ਅਸੀਂ ਆਪਣਾ ਆਪ ਹੀ ਬਣਾ ਕੇ ਖਾਂਦੇ ਹਾਂ ਕਿ ਮੈਂ ਕਿਸੇ ਦੇ ਘਰੋਂ ਖਾਣਾ ਵੀ ਨਹੀਂ। ਸਫਾਈ ਰੱਖਣੀ ਵੱਖਰੀ ਗੱਲ ਹੈ, ਲੇਕਿਨ ਇਹਨੂੰ ਧਰਮ ਦੇ ਨਾਲ ਜੋੜ ਕੇ ਔਰ ਵਹਿਮ ਦੇ ਵਿੱਚ ਲੈ ਜਾਣਾ ਇਹ ਇੱਕ ਵੱਖਰੀ ਚੀਜ਼ ਹੈ। ਪਖੰਡ ਦੇ ਵਿੱਚ ਲੈ ਜਾਣਾ ਇੱਕ ਵੱਖਰੀ ਚੀਜ਼। ਅਗਲਾ ਬਚਨ ਕਰਦੇ ਨੇ ਹੁਣ ਇੱਥੇ ਇਹਨਾਂ ਦੀ ਗੱਲ ਕਰਕੇ, ਹੁਣ ਰਾਜਸੀ ਲੋਕਾਂ ਦੀ ਗੱਲ ਕਰ ਰਹੇ ਨੇ। ਦੇਖੋ, ਇੱਥੇ ਗੱਲ ਕੀਤੀ ਬ੍ਰਾਹਮਣ ਦੀ, ਜਿਹੜਾ ਉਸ ਟਾਈਮ ਦਾ ਹਾਕਮ ਸੀ। ਅੱਗੇ ਕਹਿੰਦੇ ਨੇ ਮਾਨਸ ਖਾਣੇ ਕਰੇ ਨਿਵਾਜ, ਜਿਹੜੇ ਹਾਕਮ ਨੇ, ਬਾਦਸ਼ਾਹ ਨੇ,
ਮਾਨਸ ਖਾਣੇ ਦਾ ਮਤਲਬ ਉਹ ਬੰਦਿਆਂ ਦਾ ਖੂਨ ਪੀ ਰਹੇ ਨੇ, ਇਹ ਨਹੀਂ ਕਿ ਉਹ ਬੰਦਿਆਂ ਨੂੰ ਵੱਢ ਕੇ ਖਾਂਦੇ ਨੇ। ਬੰਦਿਆਂ ਦੀ ਰੱਤ ਪੀਣ ਦਾ ਮਤਲਬ ਹੈ ਕਿ ਉਹ ਤੇ ਬੰਦਾ ਖੂਨ ਹੀ ਚੂਸ ਗਿਆ, ਉਹਦਾ ਮਤਲਬ ਉਹਦੇ ਹੱਕ ਖਾ ਗਿਆ ਹੈ। ਰਿਸ਼ਵਤ ਲੈਣਾ, ਬੇਗਾਨੀਆਂ ਪ੍ਰਾਪਰਟੀਆਂ ਦੇ ਉੱਤੇ ਆਪਣਾ ਕਬਜ਼ਾ ਕਰ ਲੈਣਾ, ਕਿਸੇ ਦੀਆਂ ਭਾਵਨਾਵਾਂ ਦਾ ਕਤਲ ਕਰ ਦੇਣਾ, ਆਪਣੇ ਸੁੱਖ ਵਾਸਤੇ ਦੂਜੇ ਦੇ ਸੁੱਖਾਂ ਦਾ ਹੀ ਜਿਹੜਾ ਹੈ ਖਾਤਮਾ ਕਰ ਦੇਣਾ, ਉਹਨੂੰ ਕਹਿੰਦੇ ਨੇ ਮਾਨਸ ਖਾਣੇ, ਜੋ ਬੰਦਿਆਂ ਦਾ ਹੱਕ ਖਾ ਜਾਂਦੇ ਨੇ ਬੇਗਾਨਾ ਕਿਸੇ ਵੀ ਕਿਸਮ ਦੇ ਨਾਲ। ਮਾਨਸ ਖਾਣੇ ਕਰੇ ਨਿਵਾਜ, ਉਹ ਮਸੀਤ ਵਿੱਚ ਜਾ ਕੇ ਨਮਾਜ਼ ਪੜ੍ਹਦੇ ਨੇ ਤੇ ਨਮਾਜ਼ ਪੜ੍ਹ ਕੇ ਸਮਝ ਲੈਂਦੇ ਨੇ ਅਸੀਂ ਧਰਮੀ ਹੋ ਗਏ ਹਾਂ। ਨਮਾਜ਼ ਪੜ੍ਹ ਕੇ ਸਮਝ ਲੈਂਦੇ ਕਿ ਅਸੀਂ ਧਰਮੀ ਹੋ ਗਏ ਹਾਂ, ਹੁਣ ਅਸੀਂ ਬਿਲਕੁਲ ਖੁਦਾ ਦੇ ਦਰ ਤੇ ਪ੍ਰਵਾਨ ਹੋਵਾਂਗੇ। ਗੁਰੂ ਪਾਤਸ਼ਾਹ ਕਹਿੰਦੇ ਪਿਆਰਿਓ ਨਾ, ਐਵੇਂ ਨਹੀਂ ਹੁੰਦੇ। ਕੋਈ ਰਾਜਨੀਤਿਕ ਲੋਕਾਂ ਦੀ ਗੱਲ ਹੈ ਨਾ, ਔਰ ਇਹ ਸਾਰਿਆਂ ਵਾਸਤੇ ਹੈ। ਜੇ ਕੋਈ ਰਾਜਨੀਤਿਕ ਲੀਡਰ ਹੈ, ਦੇਖੋ ਸਾਡੇ ਦੇਸ਼ ਦਾ ਜਿਹੜਾ ਸਿਸਟਮ ਹੈ, ਜੇ ਇੱਕ MLA MP ਜਿੱਤ ਜਾਏ ਨਾ ਇੱਕ ਵਾਰੀ, ਤੇ ਉਹ ਇੱਕ ਵਾਰੀ ਕਸਮ ਚੁੱਕ ਲਵੇ, ਫਿਰ ਉਹਦੀ ਪੈਨਸ਼ਨ ਲੱਗ ਜਾਂਦੀ ਹੈ ਪੱਕੇ ਤੌਰ ਤੇ ਜੇ ਦੁਬਾਰਾ ਇਲੈਕਸ਼ਨ ਜਿੱਤਦਾ ਤੇ ਦੂਜੀ ਪੈਨਸ਼ਨ, ਤੀਜੀ ਵਾਰੀ ਜਿੱਤਦਾ ਤਾਂ ਤੀਜੀ ਪੈਨਸ਼ਨ। ਇੰਨੀਆਂ ਪੈਨਸ਼ਨਾਂ ਉਹ ਲੈ ਰਹੇ ਨੇ, ਮਾਨਸ ਖਾਣੇ ਹੀ ਹੋਏ ਨਾ, ਕਿਉਂਕਿ ਜਨਤਾ ਦਾ ਟੈਕਸ ਖਾ ਰਹੇ ਨੇ। ਅੱਜ ਦੇਖੋ ਇੰਡੀਆ ਦੇ ਅੰਦਰ, ਜੇ ਇੰਡੀਆ ਦੀ ਅਸੀਂ ਗੱਲ ਕਰੀਏ ਤਾਂ 300 ਰੁਪਏ ਦੇ ਅੰਦਰ ਅਨਲਿਮਿਟਿਡ ਕਾਲਾਂ ਨੇ, ਔਰ ਮਹੀਨੇ ਵਾਸਤੇ ਅਨਲਿਮਿਟਿਡ ਡਾਟਾ ਹੈ, ਇੰਟਰਨੈਟ। 300 ਰੁਪਏ ਵਿੱਚ ਜਾਂ 250 ਰੁਪਏ ਵਿੱਚ ਅਨਲਿਮਿਟਿਡ ਡਾਟਾ, ਅਨਲਿਮਿਟਿਡ ਕਾਲਾਂ, ਅਨਲਿਮਿਟਿਡ ਮੈਸੇਜ ਮਿਲ ਰਹੇ ਨੇ। ਤੇ ਜਿਹੜੇ ਸਾਡੇ ਰਾਜਨੀਤਿਕ ਨੇਤਾ ਨੇ, MLA MP, ਉਹਨਾਂ ਨੂੰ 15,000 ਰੁਪਇਆ ਫੋਨ ਦਾ ਮਿਲਦਾ ਹੈ ਇੱਕ ਮਹੀਨੇ ਦਾ। ਜਦੋਂ ਆਮ ਬੰਦੇ ਨੂੰ 300 ਰੁਪਏ ਵਿੱਚ ਸਾਰਾ ਕੁਝ ਮਿਲ ਰਿਹਾ ਤੇ ਉੱਥੇ 15,000 ਦੇਣ ਦਾ ਕੀ ਲੋੜ? 1500 ਨਹੀਂ, ਸੌਰੀ 15,000। ਹੁਣ ਉਹ 15,000 ਜਿਹੜਾ ਲੈ ਰਹੇ ਨੇ, ਮਾਨਸ ਖਾਣੇ ਹੋ ਗਏ ਨਾ, ਇਸੇ ਨੂੰ ਕਹਿੰਦੇ ਨੇ ਮਾਨਸ ਖਾਣੇ। ਸਾਡੇ ਦੇਸ਼ ਦੇ ਅੰਦਰ ਫੁੱਟਪਾਥਾਂ ਤੇ ਬੈਠੇ ਹੋਏ ਲੋਕ ਭੁੱਖ ਦੇ ਨਾਲ ਮਰ ਰਹੇ ਨੇ, ਤੇ ਜਿੱਥੇ MPs ਦੀ ਲੱਖਾਂ ਰੁਪਏ ਤਨਖਾਹ ਹੈ, ਉੱਥੇ ਜੋ ਉਹਨਾਂ ਦੀ ਕੰਟੀਨ ਹੈ, ਉੱਥੇ 29 ਰੁਪਏ ਦੀ ਥਾਲੀ ਮਿਲਦੀ ਹੈ MPs ਨੂੰ। 29 ਰੁਪਏ ਦੀ ਥਾਲੀ ਸਿਰਫ, ਜਿਹਦੇ ਵਿੱਚ ਪਨੀਰ ਵੀ ਹੈ, ਜਿਹਦੇ ਵਿੱਚ ਸਬਜ਼ੀ ਵੀ ਹੈ, ਦਾਲ ਵੀ ਹੈ, ਦਹੀਂ ਵੀ ਹੈ, ਰਾਇਤਾ ਵੀ ਹੈ, ਚਾਰ ਵੀ ਹੈ, ਪ੍ਰਸ਼ਾਦੇ ਵੀ ਨੇ, 29 ਰੁਪਏ ਦੀ। ਹੁਣ ਜੇ ਗਰੀਬੀ ਹਟਾਣੀ ਹੈ ਤੇ ਤੁਸੀਂ ਯਾਰ ਥਾਂ ਥਾਂ ਦੇ ਉੱਤੇ ਜੇ 29 ਰੁਪਏ ਵਿੱਚ ਉੱਥੇ ਮਿਲ ਸਕਦੀ ਹੈ, ਇੰਨੇ ਲੱਖਾਂ ਜਿਨ੍ਹਾਂ ਦੀ ਤਨਖਾਹ ਹੈ ਔਰ ਜਿਨ੍ਹਾਂ ਦੇ ਕੋਲ ਕਰੋੜਾਂ ਰੁਪਏ ਧਨ ਹੈ, ਜੇ ਉਹਨਾਂ ਨੂੰ 29 ਰੁਪਏ ਦੀ ਤੁਸੀਂ ਥਾਲੀ ਦੇ ਸਕਦੇ ਹੋ, ਤਾਂ ਫਿਰ ਪੂਰੇ ਦੇਸ਼ ਦੇ ਅੰਦਰ ਥਾਂ ਥਾਂ ਤੇ ਇਹੋ ਜਿਹੀਆਂ ਪਿੰਡਾਂ ਸ਼ਹਿਰਾਂ ਵਿੱਚ ਕੰਟੀਨਾਂ ਖੋਲ ਦੋ ਤੇ 29 ਰੁਪਏ ਲਈ ਜਾਓ ਇੱਕ ਬੰਦੇ। ਆਮ ਬੰਦੇ ਨੂੰ ਕਿਉਂ ਨਹੀਂ? ਇਸੇ ਨੂੰ ਕਹਿੰਦੇ ਨੇ ਮਾਨਸ ਖਾਣੇ, ਕਿਉਂਕਿ ਉਹ ਦੂਜੇ ਦਾ ਹੱਕ ਖਾ ਰਹੇ। ਹੁਣ ਤੁਸੀਂ ਧਾਰਮਿਕ ਲੋਕਾਂ ਵੱਲ ਵੇਖੋ, ਜਿਵੇਂ ਅਸੀਂ ਜੇ ਗੁਰਦੁਆਰੇ ਸਾਹਿਬ ਦੀ ਗੱਲ ਕਰੀਏ ਤਾਂ ਅਸੀਂ ਦੇਖਦੇ ਹਾਂ, ਹੁਣ ਇੰਡੀਆ ਵਿੱਚ ਜਾਂਦੇ ਹਾਂ ਨਾ, ਗੁਰਦੁਆਰੇ ਮੱਥਾ ਟੇਕਣ ਗਿਆ ਇੱਕ ਬੰਦਾ, ਉਹ ਘਰੋਂ ਪ੍ਰੋਗਰਾਮ ਬਣਾ ਕੇ ਤੁਰਦਾ ਹੈ ਕਿ ਮੈਂ 10 ਰੁਪਏ ਗੋਲਕ ਵਿੱਚ ਪਾਣੇ ਨੇ ਜਾਂ 150, ਜਿੰਨਾ ਵੀ ਪਾਣਾ ਹੈ, ਘਰੋਂ ਪਲਾਨ ਬਣਾ ਕੇ ਤੁਰਦਾ। ਇਹਨਾਂ ਮੈਂ ਗੋਲਕ 'ਚ ਮੱਥਾ ਟੇਕਣਾ ਹੈ, 500-700 ਦੀ ਜਿੰਨੇ ਦੀ ਮੈਂ ਬਿਲਡਿੰਗ ਫੰਡ ਵਾਸਤੇ ਜਾਂ ਪਰਚੀ ਕਟਾਣੀ ਹੈ, 150 ਰੁਪਏ ਦਾ ਮੈਂ ਕੜਾਹ ਪ੍ਰਸ਼ਾਦ ਕਰਾਣਾ ਹੈ, ਔਰ 5 ਰੁਪਏ ਜਾਂ 10 ਰੁਪਏ ਮੈਂ ਰਾਗੀ ਸਿੰਘ ਨੂੰ ਜਾਂ ਕਿਸੇ ਪ੍ਰਚਾਰਕ ਨੂੰ ਦੇਣੇ ਨੇ। ਇਹ ਉਹਨੇ ਘਰੋਂ ਪਲਾਨ ਬਣਾਇਆ ਹੁੰਦਾ। ਹੁਣ ਉਹ ਘਰ ਗੁਰਦੁਆਰੇ ਸਾਹਿਬ ਗਿਆ, ਉਹਨੇ ਜਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਲਈ, ਉੱਥੇ ਉਹਨੇ ਪਰਚੀ ਕਟਾ ਦਿੱਤੀ। ਜਿਹੜਾ ਉਹਨੇ ਬਿਲਡਿੰਗ ਫੰਡ ਲਈ ਜਾਂ ਦੇਣਾ ਸੀ, ਉਹਨੇ ਉਹ ਵੀ ਦੇ ਦਿੱਤਾ। ਹੁਣ ਜਿਹੜਾ ਗੋਲਕ ਵਿੱਚ ਪੈਸੇ ਪਾਣੇ ਸੀ, ਉਹ ਵੀ ਪਾ ਦਿੱਤੇ। ਤੇ ਅੱਗੇ ਰਾਗੀ ਸਿੰਘ ਜਾਂ ਕੋਈ ਪ੍ਰਚਾਰਕ ਕੀਰਤਨ ਕਰ ਰਿਹਾ ਹੈ, ਉਹਨੇ 5 ਰੁਪਏ ਉਹਦੇ ਅੱਗੇ ਰੱਖ ਦਿੱਤੇ, ਉਹਦੇ ਵਾਸਤੇ ਲੈ ਕੇ ਆਇਆ ਨਾ। ਤੇ ਇੰਡੀਆ ਦੇ ਵਿੱਚ ਪ੍ਰਬੰਧਕਾਂ ਨੇ ਕੀ ਕੀਤਾ, ਉਹ ਸਾਰੇ ਪੈਸੇ ਚੁੱਕੇ ਤੇ ਉਹਦੇ ਵਿੱਚੋਂ ਅੱਧੇ ਆਪ ਰੱਖ ਲਏ, ਅੱਧੇ ਜਥੇ ਨੂੰ ਦੇ ਦਿੱਤੇ, 3 ਬੰਦਿਆਂ ਨੂੰ। ਉਹਨਾਂ ਤਿੰਨਾਂ ਨੂੰ ਫਿਰ ਅੱਗੋਂ 3 ਹਿੱਸੇ ਉਹਨਾਂ ਨੇ ਕਰਨੇ ਨੇ। ਇਸੇ ਨੂੰ ਤੇ ਕਹਿੰਦੇ ਨੇ ਮਾਨਸ ਖਾਣੇ ਕਰੇ ਨਿਵਾਜ। ਲੇਕਿਨ ਉਹ ਆਪਣੇ ਆਪ ਨੂੰ ਧਰਮੀ ਸਮਝ ਰਹੇ ਨੇ, ਕਿਸੇ ਧਰਮ ਦਾ ਕੰਮ ਕਰ ਰਹੇ। ਉਹ ਭਲੇ ਪੁਰਸ਼, ਉਹਨਾਂ ਦੇ ਬਾਲ ਬੱਚੇ ਨੇ, ਉਹਨਾਂ ਨੇ 5-7 ਸਾਲ ਲਾ ਕੇ ਉਹ ਸਿੱਖਿਆ ਹੈ। ਜਿਹੜਾ ਬੰਦਾ ਮਾਇਆ ਦੇਣ ਲਈ ਆਇਆ, ਉਹਨੇ ਪਰਚੀ ਵੀ ਕਟਾ ਲਈ ਹੈ, ਗੋਲਕ ਚੋਂ ਨੇ ਪਾਤੇ ਨੇ ਕੜਾਹ ਪ੍ਰਸ਼ਾਦ ਵਾਸਤੇ। 5 ਰੁਪਏ ਰਾਗੀਆਂ ਲਈ, ਪ੍ਰਚਾਰਕ ਲਈ ਲੈ ਕੇ ਆਇਆ ਸੀ, ਉਹਦੇ ਵਿੱਚੋਂ ਅੱਧੇ ਤੁਸੀਂ ਚੁੱਕ ਲਿਆ ਤੇ ਤੁਸੀਂ ਆਪਣੇ ਆਪ ਨੂੰ ਧਰਮੀ ਸਮਝਦੇ ਹੋ, ਵੰਡ ਲੈਂਦੇ ਨਾ ਅੱਧੇ।
ਮੈਂ ਪਿੱਛੇ ਇੱਕ ਦੋ ਜਥਿਆਂ ਤੋਂ ਸੁਣਿਆ ਸੀ ਕਿ ਉੱਥੋਂ ਜਿਹੜੇ ਬਾਹਰ ਆਉਂਦੇ ਨੇ ਜਥੇ, ਤੇ ਕਈਆਂ ਤੋਂ ਮੇਰੇ ਖਿਆਲ ਸ਼੍ਰੋਮਣੀ ਕਮੇਟੀ ਵਿੱਚ ਸੀ ਜਥਾ ਉਹ ਸ਼ਾਇਦ, ਤੂੰ ਕਹਿੰਦਾ ਵੀ 60,000 ਸਾਡੇ ਤੋਂ ਪਹਿਲਾਂ ਜਮ੍ਹਾਂ ਕਰਾਏ ਜਾਂਦੇ ਨੇ ਬਾਹਰ ਜਾਣ ਲਈ, ਜਿਹੜੀ ਉਹ ਛੁੱਟੀ ਦੇ ਰਹੇ ਨੇ ਜਾਂ ਕਿਸ ਤਰ੍ਹਾਂ ਉਹਨਾਂ ਦਾ ਸਿਸਟਮ ਹੈ। ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਕਿ ਗੱਲ ਕਿੱਥੋਂ ਤੱਕ ਸੱਚ ਹੈ, ਲੇਕਿਨ ਜੋ ਉਹਨੇ ਦੱਸੀ, ਹੁਣ 60,000 ਉਹ ਪਹਿਲਾਂ ਦੇ ਕੇ ਆ ਰਹੇ ਨੇ, ਟਿਕਟ ਉਹਨਾਂ ਨੇ ਇੱਥੋਂ ਆਪਣੀ ਲਾਣੀ ਹੈ, ਇੱਥੇ ਆਣ ਕੇ ਉਹਨਾਂ ਤੋਂ ਜੇ ਅੱਧ ਵੰਡ ਲਿਆ ਜਾਵੇ ਤਾਂ ਇਸੇ ਨੂੰ ਤੇ ਮਾਨਸ ਖਾਣੇ ਕਹਿੰਦੇ ਨੇ। ਤੇ ਅਸੀਂ ਆਪਣੇ ਆਪ ਨੂੰ ਧਰਮੀ ਸਮਝ ਰਹੇ ਹਾਂ। ਮਾਨਸ ਖਾਣੇ ਕਰੇ ਨਿਵਾਜ, ਇਹ ਤੇ ਹੋ ਗਈ ਇਹਨਾਂ ਰਾਜਨੀਤਿਕਾਂ ਦੀ ਗੱਲ। ਤੇ ਥੱਲੇ ਧਾਰਮਿਕ ਲੋਕਾਂ ਦੀ ਗੱਲ ਕਰਦੇ ਨੇ ਪਏ, ਉਹਨਾਂ ਦੀ ਜਿਹੜੇ ਅਹਿਲਕਾਰ ਨੇ ਥੱਲੇ ਜਿਹੜੀ ਅਫਸਰਸ਼ਾਹੀ ਹੈ। ਛੁਰੀ ਵਗਾਇਨ ਤਿੰਨ ਗੱਲ ਤਾਗ, ਤਾਗ ਦਾ ਮਤਲਬ ਜਨੇਊ। ਜਿਹੜੇ ਉਹਨਾਂ ਰਾਜਨੀਤਿਕਾਂ ਦੇ ਥੱਲੇ ਅਹਿਲਕਾਰ ਨੇ ਉਹ ਛੁਰੀ ਚਲਾਉਂਦੇ ਨੇ ਹੱਕਾਂ ਤੇ, ਪ੍ਰਜਾ ਦੇ ਹੱਕ ਖਾ ਰਹੇ ਨੇ, ਲੇਕਿਨ ਉਹਨਾਂ ਨੇ ਗਲੇ ਵਿੱਚ ਜਨੇਊ ਪਾਇਆ ਹੋਇਆ, ਧਾਰਮਿਕ ਚਿੰਨ੍ਹ ਬਾਹਰੋਂ ਧਾਰਮਿਕ ਬਾਣਾ ਪਾਇਆ। ਅਸੀਂ ਵੀ ਦੇਖਦੇ ਹਾਂ ਬਹੁਤ ਸਾਰੇ ਜਥੇ ਦੱਸਦੇ ਨੇ ਕਿ ਜਿਹੜੀ ਲਾਈਵ ਡਿਊਟੀ ਲਗਵਾਉਣੀ ਹੈ ਜਾਂ ਕੁਛ ਮੈਨੇਜਰ ਆਦਿ ਨੂੰ ਜਾਂ ਕੁਛ ਰਲ ਮਿਲ ਕੇ ਚੱਲਦਾ ਹੈ ਸਾਰਾ ਕੰਮ, ਤਾਂ ਗੜਬੜ ਹੋ ਗਿਆ ਨਾ। ਜਿਹੜੇ ਅਫਸਰਸ਼ਾਹੀ ਹੈ ਉਹਨਾਂ ਨੇ ਧਾਰਮਿਕ ਪਹਿਨਾਵਾ ਪਹਿਨਿਆ ਹੋਇਆ ਹੈ, ਲੇਕਿਨ ਉਹ ਵੀ ਜਨਤਾ ਤੇ ਛੁਰੀ ਚਲਾ ਰਹੇ ਨੇ। ਕੰਮ ਵਾਸਤੇ ਜਾ ਰਹੇ ਉਹ ਰਿਸ਼ਵਤ ਲੈ ਰਹੇ ਨੇ, ਰਿਸ਼ਵਤ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ, ਲੇਕਿਨ ਧਾਰਮਿਕ ਪਹਿਨਾਵਾ ਪਹਿਨਿਆ, ਮੰਦਿਰ ਮਸੀਤ ਗੁਰਦੁਆਰੇ ਵੀ ਜਾ ਰਹੇ ਨੇ। ਹੁਣ ਤੀਜੀ ਗੱਲ ਕਰਦੇ ਨੇ ਜਿਹੜੇ ਧਾਰਮਿਕ ਲੋਕ ਨੇ, ਜੋ ਧਾਰਮਿਕ ਪ੍ਰਚਾਰਕ ਨੇ, ਪੁਜਾਰੀ ਨੇ, ਜਿਨ੍ਹਾਂ ਵਿੱਚ ਮੈਂ ਵੀ ਸ਼ਾਮਲ ਹਾਂ, ਜਿਨ੍ਹਾਂ ਵਿੱਚ ਮੁਸਲਮਾਨ ਵੀਰਾਂ ਦੇ ਵੀ ਪ੍ਰਚਾਰਕ ਸ਼ਾਮਲ ਨੇ, ਹਿੰਦੂਆਂ ਵੀਰਾਂ ਦੇ ਵੀ, ਸਾਡੇ ਰਾਗੀ ਗ੍ਰੰਥੀ ਵੀ ਸਾਰੇ ਸ਼ਾਮਲ ਨੇ। ਤੀਜੀ ਹੁਣ ਗੱਲ ਆ ਰਹੀ ਹੈ ਧਾਰਮਿਕ ਲੋਕਾਂ ਦੀ, ਧਰਮ ਪ੍ਰਚਾਰਕਾਂ ਦੀ, ਪੁਜਾਰੀਆਂ ਦੀ। ਕਹਿੰਦੇ ਨੇ ਤਿੰਨ ਕਰ ਬ੍ਰਹਮਣ ਪੂਰੇ ਨਾਦ। ਜਿਹੜੇ ਇਹੋ ਜਿਹੇ ਛੁਰੀ ਵਗਾਉਣ ਵਾਲੇ ਮਾਨਸ ਖਾਣੇ ਬੰਦੇ ਨੇ, ਬੰਦਿਆਂ ਦਾ ਹੱਕ ਖਾਣ ਵਾਲੇ ਨੇ, ਇਹ ਧਰਮ ਪੁਜਾਰੀ ਉਹਨਾਂ ਦੇ ਘਰ ਜਾ ਕੇ ਸੰਖ ਪੂਰਦੇ ਨੇ, ਉਹਨਾਂ ਦੇ ਘਰ ਲੰਗਰ ਪ੍ਰਸ਼ਾਦਾ ਛਕਣ ਜਾਂਦੇ ਨੇ, ਸੰਖ ਪੂਰਦੇ ਨੇ। ਤੇ ਗੁਰੂ ਜੀ ਕਹਿੰਦੇ ਨੇ ਕੂੜ ਉਹਨਾਂ ਵੀ ਆਵੇ ਉਹੀ ਸਾਧ, ਉਹਨਾਂ ਨੂੰ ਵੀ ਸਵਾਦ ਉਹੀ ਹੁੰਦਾ ਹੈ। ਮਲਕ ਭਾਗੋ ਦੇ ਘਰ ਬਣੇ ਪੂੜੇ ਜਿਹੜੇ ਗਰੀਬਾਂ ਦਾ ਖੂਨ ਚੂਸ ਕੇ ਬਣਾਏ ਗਏ ਨੇ, ਕਿੰਨੇ ਉੱਥੇ ਪੁਜਾਰੀ ਗਏ ਸਨ, ਕਿੰਨੇ ਸਾਧ ਬਾਬੇ ਗਏ ਸਨ। ਕਿਸੇ ਨੇ ਨਹੀਂ ਕਿਹਾ, ਉਹਨਾਂ ਨੇ ਸ਼ੁਕਰ ਕੀਤਾ ਸਾਨੂੰ ਸੱਦਿਆ, ਕਿਉਂਕਿ ਸਾਨੂੰ ਭੇਟਾਂ ਮਿਲ ਜਾਣੀਆਂ। ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਮੈਂ ਨਹੀਂ ਜਾਣਾ। ਜਦੋਂ ਬਾਰ-ਬਾਰ ਬੇਨਤੀ ਕੀਤੀ ਜਾਂਦੀ ਹੈ, ਬੁਲਾਇਆ ਜਾਂਦਾ ਹੈ, ਤੇ ਜਦੋਂ ਮਲਕ ਭਾਗੋ ਪੁੱਛਦਾ ਹੈ ਕਿ ਬਾਬਾ ਤੂੰ ਇੱਕ ਗਰੀਬ ਕਿਰਤੀ ਦੇ ਘਰ ਬੈਠਾ ਹੈ, ਜਿੱਥੇ ਕੋਈ ਚੰਗਾ ਖਾਣਾ ਨਹੀਂ, ਚੰਗਾ ਮੰਜਾ ਨਹੀਂ, ਉੱਥੇ ਤੂੰ ਰੁੱਖਾ ਮਿੱਸਾ ਪ੍ਰਸ਼ਾਦਾ ਖਾ ਰਿਹਾ ਹੈ, ਕੋਦਰੇ ਦੀ ਰੋਟੀ ਖਾਣਾ ਪਿਆ। ਆ ਦੇਖ ਮੇਰੇ ਘਰ ਮਹਿਲ, ਆ ਦੇਖ ਮੇਰੇ ਘਰ ਘਿਓ ਦੇ, ਦੇਸੀ ਘਿਓ ਵਿੱਚ ਤਲੇ ਪੂੜੇ, ਤਸਮਈ ਖੀਰ ਜਿਹਦੇ ਵਿੱਚ ਬਦਾਮ, ਲਾਚੀਆਂ, ਕਾਜੂ, ਮੇਵੇ, ਮਨੱਕੇ ਪਏ ਨੇ। ਆ ਦੇਖ 36 ਕਿਸਮ ਦੇ ਭੋਜਨ, ਦੇਖ ਕਿੰਨਾ ਸੋਹਣਾ ਰਾਇਤਾ ਬਣਿਆ, ਜਲੇਬੀਆਂ ਤਲੀਆਂ ਨੇ। ਤੇ ਗੁਰੂ ਸਾਹਿਬ ਕਹਿਣ ਲੱਗੇ ਪਿਆਰਿਆ ਮੈਂ ਨਹੀਂ ਖਾ ਸਕਦਾ, ਮੈਂ ਖੂਨ ਕਿਉਂ ਪੀਵਾਂ? ਕਹਿਣ ਲੱਗਾ ਖੂਨ? ਕਹਿਣ ਲੱਗਾ ਖੂਨ ਹੈ, ਤੂੰ ਰਿਸ਼ਵਤ ਖੋਰ ਹੈ, ਤੂੰ ਮਜ਼ਦੂਰ ਦੀ ਮਜ਼ਦੂਰੀ ਪੂਰੀ ਨਹੀਂ ਦਿੰਦਾ, ਤੂੰ ਲੋਕਾਂ ਦਾ ਖੂਨ ਚੂਸ ਰਿਹਾ ਹੈ। ਇਹ ਦੇਸੀ ਘਿਓ ਦੇ ਵਿੱਚ ਨਹੀਂ ਤਲੇ, ਨਾ ਗਰੀਬਾਂ ਦੇ ਖੂਨ ਚ ਤਲੇ ਨੇ, ਮੈਂ ਕਿਉਂ ਖਾਵਾਂ? ਗੁਰੂ ਨਾਨਕ ਦੇਵ ਵਰਗੀ ਸ਼ਖਸੀਅਤ ਕਦੇ ਆਣ ਕੇ ਇਹ ਕਹਿੰਦੀ ਕਿ ਪਿਆਰਿਆ ਤੂੰ ਲੋਕਾਂ ਦਾ ਖੂਨ ਚੂਸਣਾ ਤੇ ਤੇਰੇ ਚੂਸੇ ਹੋਏ ਖੂਨ ਦੇ ਵਿੱਚੋਂ ਮੈਂ ਨਹੀਂ ਖਾਵਾਂ। ਪਰ ਧਰਮ ਪੁਜਾਰੀ ਐਵੇਂ ਨਹੀਂ ਕਰ ਰਹੇ। ਤਿੰਨ ਕਰ ਬ੍ਰਹਮਣ ਪੂਰੇ ਨਾਦ। ਜਿਹੜੇ ਇਹੋ ਜਿਹੇ ਭ੍ਰਸ਼ਟ ਰਾਜਨੀਤਿਕ ਨੇ, ਭ੍ਰਸ਼ਟ ਜਿਹੜੇ ਅਫਸਰਸ਼ਾਹ ਲੋਕ ਨੇ, ਉਹਨਾਂ ਦੇ ਘਰ ਜਾ ਕੇ ਬ੍ਰਾਹਮਣ ਲੰਗਰ ਪਾਣੀ ਛਕਦਾ ਪੁਜਾਰੀ, ਔਰ ਉੱਥੇ ਸੰਖ ਪੂਰਦਾ, ਜਿਸ ਕਰਕੇ ਪਤਾ ਲੱਗੇ ਕਿ ਅੱਜ ਇੱਥੇ ਪੁਜਾਰੀ ਆਇਆ। ਯਾਨੀ ਡੰਕੇ ਦੀ ਚੋਟ ਦੇ ਨਾਲ ਉਹ ਬੰਦਾ ਉਹਨੂੰ ਧਰਮੀ ਹੋਣ ਦਾ ਸਰਟੀਫਿਕੇਟ ਦੇ ਰਿਹਾ ਹੈ। ਤੇ ਸਵਾਦ ਉਹ ਵੀ ਮੰਨਦਾ, ਭੈਣ ਜੀ ਪੀਜ਼ਾ ਬਹੁਤ ਸਵਾਦ ਬਣਿਆ, ਕਿਆ ਬਾਤ। ਅੱਜ ਤੇ ਲਜ਼ਾਨੀਆਂ ਦਾ ਤੇ ਮਜ਼ਾ ਹੀ ਆ ਗਿਆ, ਮਜ਼ਾ ਉਹਨੂੰ ਵੀ ਉਹੀ ਆ ਰਿਹਾ ਹੈ, ਸਵਾਦ ਉਹਨੂੰ ਵੀ ਉਹੀ ਆ, ਉਹ ਵੀ ਸਵਾਦ ਲੈ ਰਿਹਾ। ਕੂੜੀ ਰਾਸ ਕੂੜਾ ਵਾਪਾਰ। ਗੁਰੂ ਜੀ ਕਹਿੰਦੇ ਨੇ ਇਹਨਾਂ ਲੋਕਾਂ ਦਾ, ਚਾਹੇ ਉਹ ਰਾਜਨੀਤਿਕ ਨੇ, ਚਾਹੇ ਉਹ ਲੋਕ ਅਫਸਰਸ਼ਾਹ ਨੇ, ਜਾਂ ਇਹੋ ਜਿਹੇ ਭ੍ਰਸ਼ਟ ਪੁਜਾਰੀ ਨੇ, ਇਹਨਾਂ ਸਾਰਿਆਂ ਦੀ ਕੂੜੀ ਰਾਸ ਪੂੰਜੀ ਝੂਠੀ ਹੈ। ਕੂੜਾ ਵਪਾਰ, ਇਹਨਾਂ ਪੁਜਾਰੀਆਂ ਦਾ ਜਿਹੜਾ ਵਪਾਰ ਹੈ ਉਹ ਝੂਠਾ ਹੈ। ਕਿਉਂ? ਕੂੜ ਬੋਲ ਕਰੇ ਆਹਾਰ, ਝੂਠ ਬੋਲ ਕੇ ਆਪਣੀ ਰੋਟੀ ਕਮਾ ਰਹੇ ਨੇ, ਝੂਠ ਬੋਲ ਰਹੇ ਨੇ।
ਇਹਨਾਂ ਨੂੰ ਡੰਕੇ ਦੀ ਚੋਟ ਨਾਲ ਕਹਿਣਾ ਚਾਹੀਦਾ ਸੀ ਕਿ ਰਾਜਨੀਤਿਕੋ ਤੁਸੀਂ ਝੂਠੇ ਹੋ, ਤੁਹਾਡੀ ਜਿਹੜੀ ਇਹ 2 ਨੰਬਰ ਦਾ ਧੰਦਾ ਕਰਨਾ ਠੀਕ ਨਹੀਂ, ਇਹ ਅਫਸਰਸ਼ਾਹ ਤੁਹਾਨੂੰ ਰਿਸ਼ਵਤ ਲੈਣੀ ਠੀਕ ਨਹੀਂ। ਜੇ ਤੁਸੀਂ ਇਹ ਕੰਮ ਕਰਦੇ ਹੋ ਤੇ ਘੱਟ ਤੋਂ ਘੱਟ ਅਸੀਂ ਤੁਹਾਡੇ ਘਰ ਪ੍ਰਸ਼ਾਦਾ ਛਕਣ ਤੇ ਨਹੀਂ ਜਾਵਾਂਗੇ। ਲੇਕਿਨ ਨਹੀਂ ਕਹਿ ਰਹੇ, ਬਿਰਤੀ ਹੈ ਨਾ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸ਼ਰਮ ਧਰਮ ਕਾ ਡੇਰਾ ਦੂਰ। ਸ਼ਰਮ ਹਯਾ ਔਰ ਧਰਮ ਦਾ ਡੇਰਾ ਤੇ ਇਹਨਾਂ ਤੋਂ ਦੂਰ ਹੈ, ਧਰਮ ਤੇ ਇਹਨਾਂ ਦੇ ਨੇੜੇ ਵੀ ਨਹੀਂ। ਜਿਨ੍ਹਾਂ ਨੂੰ ਤੁਸੀਂ ਧਰਮੀ ਸਮਝੀ ਬੈਠੇ ਹੋ, ਚਾਹੇ ਉਹ ਰਾਜਨੀਤਿਕ ਤੌਰ ਤੇ ਬਾਹਰੋਂ ਉਹਨਾਂ ਨੇ ਧਾਰਮਿਕ ਪਹਿਨਾਵਾ ਪਾਇਆ ਹੈ, ਜਾਂ ਕੋਈ ਅਫਸਰਸ਼ਾਹ ਜਿਹੜਾ ਹੈ, ਅਫਸਰਸ਼ਾਹੀ ਤੇ ਬੰਦਾ ਧਾਰਮਿਕ ਪਹਿਨਾਵਾ ਪਾ ਕੇ ਠੱਗੀਆਂ ਮਾਰ ਰਿਹਾ ਹੈ, ਜਾਂ ਧਰਮ ਦੀ ਦੁਨੀਆ ਵਿੱਚ ਵਿਚਰਨ ਵਾਲਾ ਕੋਈ ਸੰਤ ਬਾਬਾ, ਕੋਈ ਪ੍ਰਚਾਰਕ, ਕੋਈ ਪੁਜਾਰੀ, ਜੇ ਉਹ ਝੂਠ ਬੋਲ ਰਿਹਾ ਹੈ, ਜੇ ਉਹਦੀ ਜ਼ਿੰਦਗੀ ਚੰਗੀ ਨਹੀਂ ਤੇ ਸ਼ਰਮ ਧਰਮ ਤੇ ਦੂਰ ਹੈ, ਧਰਮ ਤੇ ਇੱਥੇ ਹੈ ਹੀ ਨਹੀਂ, ਤੇ ਪ੍ਰਚਾਰ ਕਾਹਦਾ ਕਰ ਰਹੇ ਹੋ? ਸ਼ਰਮ ਧਰਮ ਕਾ ਡੇਰਾ ਦੂਰ। ਸ਼ਰਮ ਹਯਾ ਤੁਹਾਡੀ ਜ਼ਿੰਦਗੀ ਵਿੱਚ ਨਹੀਂ ਰਹੀ। ਸ਼ਰਮ ਔਰ ਹਯਾ ਤੁਹਾਡੀ ਜ਼ਿੰਦਗੀ ਤੋਂ ਬਹੁਤ ਦੂਰ ਚਲੀ ਗਈ ਹੈ। ਨਾਨਕ ਕੂੜ ਰਿਹਾ ਭਰਪੂਰ। ਪੂਰੀ ਦੁਨੀਆ ਦੇ ਅੰਦਰ ਚੰਦ ਲੋਕਾਂ ਨੂੰ ਛੱਡ ਕੇ ਕੂੜ ਪਸਰਿਆ ਹੋਇਆ ਹੈ, ਝੂਠ ਪਸਰਿਆ ਹੋਇਆ ਹੈ। ਇਹ ਦੁਖਾਂਤ ਹੈ। ਅੱਜ ਵੀ ਦੁਖਾਂਤ, ਉਦੋਂ ਵੀ ਸੀ, ਅੱਜ ਵੀ ਜਿਹੜੇ ਧਾਰਮਿਕ ਲੋਕ ਨੇ, ਜਾਂ ਰਾਜਨੀਤਿਕ ਲੋਕ ਨੇ, ਜਾਂ ਅਫਸਰਸ਼ਾਹੀ ਹੈ, ਜਾਂ ਪ੍ਰਚਾਰਕ ਵਰਗ ਹੈ, ਉਹਨਾਂ ਨੂੰ ਇਧਰ ਝਾਤ ਮਾਰਨ ਦੀ ਲੋੜ ਹੈ। ਦੁਨੀਆ ਵਿੱਚ ਧਰਮ ਕਿਉਂ ਨਹੀਂ ਫੈਲ ਰਿਹਾ? ਸਾਡੇ ਬੱਚੇ ਜਾਂ ਦੂਜੇ ਜੋ ਵੀ ਜਵਾਨ ਬੱਚੇ ਨੇ, ਉਹ ਧਰਮ ਤੋਂ ਕਿਉਂ ਦੂਰ ਜਾ ਰਹੇ ਨੇ? ਮੰਦਰਾਂ, ਮਸੀਤਾਂ, ਗੁਰਦੁਆਰਿਆਂ ਦੇ ਅੰਦਰ ਗਿਣਤੀ ਲੋਕਾਂ ਦੀ ਕਿਉਂ ਘਟ ਰਹੀ ਹੈ? ਰਾਜਨੀਤਿਕ ਲੋਕਾਂ ਦਾ ਵਿਸ਼ਵਾਸ ਕਿਉਂ ਨਹੀਂ ਰਿਹਾ? ਅਫਸਰਸ਼ਾਹੀ ਤੇ ਵਿਸ਼ਵਾਸ ਕਿਉਂ ਨਹੀਂ ਰਿਹਾ? ਦੁਨੀਆ ਦੇ ਅੰਦਰ ਅਸ਼ਾਂਤੀ ਕਿਉਂ ਫੈਲ ਗਈ? ਕਿਤੇ ਨਾ ਕਿਤੇ ਹਰ ਬੰਦਾ ਇਹਨਾਂ ਚੀਜ਼ਾਂ ਵਿੱਚ ਹਿੱਸਾ ਪਾ ਰਿਹਾ ਹੈ। ਤੇ ਜਿਹੜਾ ਵੀ ਬੰਦਾ ਹਿੱਸਾ ਪਾਉਂਦਾ ਹੈ, ਮੈਂ ਜਾਂ ਤੁਸੀਂ ਜਾਂ ਕੋਈ ਥਰਡ ਪਰਸਨ, ਉਹ ਬੰਦਾ ਧਰਮੀ ਨਹੀਂ ਹੈ। ਉਹਦੇ ਕੋਲ ਤਾਂ ਸ਼ਰਮ ਹਯਾ ਵਾਲੀ ਗੱਲ ਉਹਦੇ ਕੋਲ ਹੈ ਨਹੀਂ। ਬਾਹਰੀ ਤੌਰ ਤੇ ਉਹ ਧਰਮੀ ਬਣਿਆ ਫਿਰਦਾ। ਕਾਸ਼ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਸਾ ਕੀ ਵਾਰ ਨੂੰ ਵਿਚਾਰਿਆ ਹੁੰਦਾ, ਇਹਦੇ ਤੇ ਅਮਲ ਕੀਤਾ ਹੁੰਦਾ, ਤਾਂ ਅੱਜ ਆ ਦੁਨੀਆ ਹੋਰ ਹੋਣੀ ਸੀ। ਗੁਰੂ ਦਾ ਉਹ ਸੁਪਨਾ ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦਹੂ ਨਹੀਂ ਤੇ ਠਾਉ, ਉਹੋ ਜਿਹਾ ਹੋਣਾ ਸੀ। ਕਿਤੇ ਦੁਨੀਆ ਦੇ ਅੰਦਰ ਯਾਰ, ਕਿਤੇ 2, 4, 5, 10 ਘਰਾਂ ਦੀ ਕਲੋਨੀ, ਕਿਤੇ ਕੋਈ ਇੱਕ ਪਿੰਡ, ਜਾਂ ਕਿਤੇ ਇੱਕ ਕੋਈ ਗੁਰਦੁਆਰਾ, ਮੰਦਿਰ, ਮਸੀਤ, ਜਿੱਥੇ ਇਹ ਚੀਜ਼ਾਂ ਲਾਗੂ ਹੁੰਦੀਆਂ ਕਿ ਇੱਥੇ ਸਭ ਕੁਝ ਬਿਲਕੁਲ ਗੁਰੂ ਨਾਨਕ ਦੇਵ ਦੇ ਸਿਧਾਂਤਾਂ ਅਨੁਸਾਰ ਠੀਕ ਹੈ, ਕਿਤੇ ਇੱਕ ਤੇ ਮਿਸਾਲ ਹੁੰਦੀ, ਤਾਂ ਇੱਥੇ ਨੈਗੇਟਿਵ ਵੇਖਣ ਦੀ ਲੋੜ ਨਹੀਂ ਹੈ। ਇੱਥੇ ਗੁੱਸਾ ਕਰਨ ਦੀ ਲੋੜ ਨਹੀਂ। ਆਮ ਲੋਕ ਕਹਿ ਦਿੰਦੇ ਨੇ ਭਾਈ ਤਵਾ ਲਾ, ਇਹ ਤਵੇ ਵਾਲੀ ਗੱਲ ਨਹੀਂ ਹੈ। ਮੈਂ ਵੀ ਤੇ ਤੁਸੀਂ ਵੀ ਆਪਣਾ ਜੀਵਨ ਪਰਖਣਾ ਹੈ, ਤੇ ਘੱਟ ਤੋਂ ਘੱਟ ਜ਼ਿਆਦਾ ਨਹੀਂ ਤੇ ਅਸੀਂ ਜੋ ਕਲਾਸ ਵਾਲੇ ਵੀਰ ਆ ਨਾ, ਜਿਨ੍ਹਾਂ ਨੂੰ ਇਹ ਗੱਲਾਂ ਸਮਝ ਆ ਰਹੀਆਂ ਨੇ, ਅਸੀਂ ਆਪਸ ਵਿੱਚ ਬੈਠ ਕੇ ਮੀਟਿੰਗ ਕਰੀਏ, ਆਪਸ ਵਿੱਚ ਘਰ ਵਿੱਚ ਬੈਠ ਕੇ ਸਲਾਹ ਮਸ਼ਵਰਾ ਕਰੀਏ, ਔਰ ਇਸ ਪਾਸੇ ਯਤਨ ਕਰੀਏ ਜਿਹੜੇ ਮੇਰੇ ਵਿੱਚ ਦੋਸ਼ ਨੇ। ਕਿਉਂਕਿ ਅਸੀਂ ਇੱਕ ਪਰਿਵਾਰ ਹੈ ਨਾ, ਮੈਂ ਰੋਜ਼ ਕਹਿ ਰਿਹਾ ਮੈਂ ਤੁਹਾਡਾ ਵੀਰ ਭਰਾ ਹਾਂ। ਮੈਨੂੰ ਇਹ ਨਾ ਸਮਝਿਆ ਜਾਏ ਕਿ ਮੈਂ ਪ੍ਰਚਾਰਕ ਤੇ ਤੁਸੀਂ ਨਾ, ਟੀਚਰ ਵਾਲੀ ਔਰ ਸਟੂਡੈਂਟ ਵਾਲੀ ਕੋਈ ਗੱਲ ਨਹੀਂ। ਅਸੀਂ ਵੀਰ ਭਰਾ ਹਾਂ। ਤੁਸੀਂ ਮੈਨੂੰ ਕੋਈ ਸਲਾਹ ਦਿਓ ਕਿ ਵੀਰ ਮੋਹਰ ਸਿੰਘ ਤੁਹਾਡੇ ਵਿੱਚ ਵੀ ਇਹ ਕਮੀ ਹੈ, ਤੁਸੀਂ ਆਪਣੇ ਦੋਸ਼ ਨੂੰ ਜੇ ਦੂਰ ਕਰ ਲਓ ਤੇ ਤੁਸੀਂ ਹੋਰ ਚੰਗੇ ਹੋ ਸਕਦੇ ਹੋ। ਮੈਂ ਤੁਹਾਨੂੰ ਸਲਾਹ ਦਿਆਂ ਕਿ ਵੀਰੇ ਤੁਹਾਡੇ ਵਿੱਚ ਨਾ ਇਹ ਦੋਸ਼ ਹੈ, ਜੇ ਤੁਸੀਂ ਆਪਣੇ ਇਸ ਦੋਸ਼ ਨੂੰ ਦੂਰ ਕਰੋ ਤੁਹਾਡੀ ਪਰਸਨੈਲਿਟੀ ਹੋਰ ਚੰਗੀ ਬਣ ਸਕਦੀ ਹੈ। ਇਹ ਤੇ ਇੱਕ ਦੂਜੇ ਨੂੰ ਸਲਾਹ ਦੇਈਏ, ਆਪਣੇ ਪਰਿਵਾਰ ਵਿੱਚ ਵੀ, ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ ਨੂੰ ਵੀ, ਤੇ ਗੁੱਸਾ ਨਾ ਕਰੀਏ, ਦਿਲੋਂ ਸਲਾਹ ਦੇਈਏ, ਕਿਉਂਕਿ ਅਸੀਂ ਭਰਾਵਾਂ ਨਾ, ਇੱਕ ਪਿਤਾ ਇੱਕ ਹੁੰਦਾ। ਫਿਰ ਅਸੀਂ ਨਾ ਸਾਰੇ ਕਿਤੇ ਬੈਠ ਕੇ, ਜਿਹੜੇ ਸਿਆਣੇ ਸੱਜਣ ਨੇ ਜਾਂ ਜਿਨ੍ਹਾਂ ਕੋਲ ਟਾਈਮ ਹੈ, ਕਿਤੇ ਬੈਠ ਕੇ ਦੂਜੇ, ਚੌਥੇ ਦਿਨ, 5ਵੇਂ ਦਿਨ, ਸੈਚਰਡੇ, ਸੰਡੇ ਟਾਈਮ ਕੱਢ ਕੇ ਤੇ ਅਸੀਂ ਆਪਣੇ ਪੰਥ ਬਾਰੇ, ਕੌਮ ਬਾਰੇ ਸੋਚੀਏ। ਯਾਰ ਇਹ ਕਮੀਆਂ ਨੇ, ਅਸੀਂ ਇਹਨਾਂ ਕਮੀਆਂ ਨੂੰ ਦੂਰ ਕਰਕੇ ਕੋਈ ਐਸਾ ਇੱਕ ਰੋਲ ਮਾਡਲ ਸਥਾਨ ਪੈਦਾ ਕਰੀਏ ਜਿੱਥੋਂ ਪੂਰੀ ਦੁਨੀਆ ਅਗਵਾਈ ਲੈ ਸਕੇ। ਤਾਂ ਐਸਾ ਹੋ ਸਕਦਾ ਹੈ, ਇਹ ਪੋਸੀਬਿਲਿਟੀ ਹੈ। ਹੁਣ ਗੁਰੂ ਜੀ ਅੱਗੇ ਬਚਨ ਕਰਦੇ ਨੇ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਲੋਕਾਂ ਦੀ ਜ਼ਿੰਦਗੀ ਚੋਂ ਸ਼ਰਮ ਧਰਮ ਉੱਡ ਗਿਆ। ਲੋਕ ਧਾਰਮਿਕ ਪਹਿਨਾਵਾ ਪਾਈ ਫਿਰਦੇ ਨੇ, ਕੂੜ ਦਾ ਪਸਾਰਾ ਪਸਰ ਗਿਆ ਬਹੁ ਗਿਣਤੀ ਵਿੱਚ, ਸਾਰਿਆਂ ਵਿੱਚ। ਮੱਥੇ ਟਿੱਕਾ ਤੇੜ ਧੋਤੀ ਕਖਾਈ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਮੱਥੇ ਦੇ ਉੱਤੇ ਟਿੱਕਾ ਲਾਇਆ ਹੋਇਆ ਹੈ, ਮੱਥੇ ਦੇ ਉੱਤੇ ਟਿੱਕਾ ਲਾਇਆ ਹੋਇਆ ਹੈ।
और धोती पाई हुई है, धोती पाई हुई है, हथ छुरी, जगत कसाई। कखाई का मतलब हुंदा है गेरू रंग की धोती, गेरू रंग की धोती, मत्थे ते टिक्का, हथ छुरी। हुण छुरी का मतलब ये नहीं कि लोगों को छुरे मारदा फिरदा, छुरी का मतलब हथ दे विच तेरे छुरी है, झूठ बोल के लोगों के हक खाना है, पखंड फैलाना है। जगत कसाई, तू जगत का कसाई बनया फिरदा है। भगत कबीर जी ने बहुत बेबाकी दे नाल ये वचन कहे ने, कहन लगे हो धर्म पुजारियो, तुसी अपने आप नूं धर्मी समझदे हो ते कसाई किनू कहोगे? आपस को मुनिवर कर थापो, कां को कहो कसाई। भी जेड़े लोग तुसी धार्मिक बाणे पा के एहो जे काम करदे फिरदे हो, जे तुसी देवते हो, जे तुसी धर्मी हो, ते फिर कसाई कौन होया? तुहाडे तो वड्डा कसाई कोई नहीं। तुसी धार्मिक बाणे पा के ए कुछ करदे फिरदे हो ते तुहाडे तो वड्डा कसाई। हुण गुरु जी कहंदे ने मत्थे टिक्का, पेड़ धोती कखाई, हथ छुरी जगत कसाई। मत्थे ते टिक्का लाया है, गेरवी रंग की धोती बन्नी है, हाथ दे अंदर तू छुरी फड़ी हुई है, लोगों दे तू हक खा रहा है, इमोशनल ब्लैकमेलिंग कर रहा है, धर्म के नाम ते पखंड फैला रहा है, ते जगत दा तू कसाई बनया होया है। ये धर्म नहीं। अगला वचन करदे ने, नील वस्त्र पहर होवे परवान। क्योंकि गुरु नानक देव जी के समय इत्थे विदेशी हाकमां दा राज हो चुका सी। मेरे ख्याल 712 के अंदर मुहम्मद बिन कासिम ने पहला हमला हिंदुस्तान ते कीता सी, ते उस तो बाद लगातार इंडिया गुलाम हुंदा चला गया। साहिब श्री गुरु नानक पातशाह जी ने बाबर दे अत्याचार नूं आप अखां दे नाल वेख्या है, और बड़ी बेबाकी दे नाल बाबर नूं जाबर किया है। पाप की जंज लै काबलों ताया, जोरी मंगे दान वे ला लो। और सच मौके ते बोलिया कि गुरु नानक देव जी ने गिरफ्तारी दी, उन्होंने गिरफ्तार किया गया, जेल में रखा गया भाई मरदाना जी नाल। लेकिन होर कोई बोल नहीं रहा, तो गुरु जी कहते ने तुसी विदेशी लोगों की गुलामी स्वीकार कर चुके हो, देश नूं आजाद तुसी की कराना है, लोगों का भला की करोगे? तुसी ते आप गुलामी स्वीकार कर ली है। मत्थे टिक्का है, नील वस्त्र पहर होवे प्रवान। क्योंकि उस वक्त नीले वस्त्र पाते सी, जिन्हें किसी तुरक के कोल जाके फरियादी होना हुंदा सी ना राज विच, तां उहनूं नीले वस्त्र पाने पैंदे सन। ते तुसी तो गुलामी स्वीकार कर चुके हो, तुसी पहनावे भी पहन रहे हो, और तुसी उन्हां दे दर ते उन्हां अगे प्रवान हो रहे हो। रब अगे प्रवान नहीं होना चाहते, अपने धर्म विच प्रवान नहीं होना चाहते, बाहरों धार्मिक पहनावे पा के प्रवानगी तुसी उन्हां दी लै रहे हो जिहड़े जिन्हां ने तुहानूं गुलाम कीता होया है। मलेच्छ धान ले पूजे पुराण। हुण तुसी खुराक मलेच्छां तो लै रहे हो, जिन्हां नूं तुसी मलेच्छ कहंदे हो। देखो गुरु जी किसी नूं मलेच्छ नहीं कह रहे, गुरु जी वास्ते तां अव्वल अल्लाह नूर पाया, कुदरत के सब बंदे। उस टाइम दे जो ब्राह्मण जां हिंदू लोग ने, वो तुरकां नूं मलेच्छ कहंदे ने, तुरक इन्हां नूं काफर कहंदे ने। गुरु जी ने उस शब्दावली वरती, मलेच्छ धान ले। जिन्हां नूं तुसी मलेच्छ कहंदे हो, उन्हां तो तुसी नौकरी पेशा करके ते धन लै रहे हो, खुराक पैदा करदे हो। पूजे पुराण, ते अंदर बह के चोरी पुराण पूजदे हो, पुराणा अनुसार काम करदे हो। तुहाडी मनौत होर है, अंदर खाते, बाहर तुसी कुछ होर कर रहे हो। अपाखियां का कुत्था बकरा खाना। अपाखियां दा मतलब हिंदुआं अनुसार ना बोलन जोग बोली, कलमा। अपाख्या का मतलब ना बोलन योग बोली। देखो ये हिंदू वीरां दा विचार है कि कलमा नूं पढ़दे नहीं, ते मुसलमान वीर जिहड़े ने जदों बकरा आदिक बनांदे ने, उदों वो कलमा पढ़दे ने, हलाल जिसनूं कहंदे ने। वो झटका नहीं खांदे। ते बाकी जो हिंदू वीर ने जां जिहड़े मांस खाण वाले सिख ने, वो हलाल नहीं खांदे, वो झटका करदे। हुण गुरु जी कहंदे ने अपाख्यां का कुत्था बकरा खाना। जिन्हां नूं तुसीं ना बोलण योग बोली कहंदे हो, कलमा पढ़ के हलाल कीता होया बकरा तुसीं उन्हां दे सामने खांदे हो खुश करन लई। उन्हां नूं खुश करन लई ਉਹ खा रहे हो ਜਿਹੜੀ ਤੁਹਾਡੀ ਮਨੌਤ नहीं है। पर घर आण के तुसीं चौंका दिंदे हो, गऊ दा गोहे दा पोचा दे के ਉਹਨੂੰ साफ सुथरा करके, ਤੇ फिर कहंदे हो चौके उपर किसे ना जाना भी साडे चौके दे उत्ते होर ना कोई चढ़े, क्योंकि चौका भी कह जाएगा।
ਦੇ ਕੇ ਚੌਕਾ ਕੱਢੀ ਕਾਰ, ਚੌਂਕੇ ਨੂੰ ਬੜਾ ਪਵਿੱਤਰ ਕੀਤਾ ਹੈ ਤੇ ਉਹਦੇ ਚ ਫਿਰ ਕਾਰ ਵੀ ਕੱਢੀ ਵੇਦ ਮੰਤਰ ਪੜ੍ਹ ਕੇ। ਹੁਣ ਚੌਂਕਾ ਤੇ ਸੁੱਚਾ ਹੋ ਗਿਆ, ਤੁਸੀਂ ਉਹਨੂੰ ਸੁੱਚਾ ਸਮਝਦੇ ਹੋ। ਗੁਰੂ ਜੀ ਕਹਿੰਦੇ ਨੇ ਉੱਪਰ ਆਏ ਬੈਠੇ ਕੂੜਿਆਰ, ਤੇ ਉਸ ਚੌਂਕੇ ਦੇ ਅੰਦਰ ਜਿਹੜਾ ਸੁੱਚਾ ਚੌਂਕਾ ਕਹਿ ਰਹੇ ਹੋ, ਉਹਦੇ ਉੱਤੇ ਜਿਹੜਾ ਆਣ ਕੇ ਬੈਠਾ ਹੈ ਪੂਜਾ ਪਾਠ ਕਰਨ ਲਈ, ਉਹ ਕੂੜਿਆਰ ਹੈ, ਝੂਠਾ ਹੈ, 1 ਨੰਬਰ ਦਾ ਝੂਠਾ ਹੈ। ਬਾਹਰੋਂ ਧਾਰਮਿਕ ਪਹਿਨਾਵਾ ਪਹਿਨਿਆ ਹੈ, ਕਹਿੰਦਾ ਕੁਛ ਹੋਰ ਹੈ, ਕਰਦਾ ਕੁਛ ਹੋਰ ਹੈ, ਅੰਦਰ ਖਾਤੇ ਉਹਨਾਂ ਨੂੰ ਅਪਾਖੇ ਕਹਿੰਦਾ ਹੈ, ਲੇਕਿਨ ਬਾਹਰੀ ਤੌਰ ਤੇ ਉਹਨਾਂ ਦਾ ਗੁਲਾਮ ਹੈ। ਬਾਹਰੀ ਤੌਰ ਤੇ ਉਹ ਕਰਮ ਕਰ ਰਿਹਾ ਜਿਨ੍ਹਾਂ ਨੂੰ ਅੰਦਰੋਂ ਮੰਨਦਾ ਨਹੀਂ ਹੈ। ਦੇ ਕੇ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ, ਤੇ ਉਸ ਚੌਂਕੇ ਦੇ ਉੱਤੇ ਕੂੜੇ ਝੂਠੇ ਬੰਦੇ ਆਣ ਕੇ ਬਹਿ ਗਏ, ਝੂਠਾ ਪੁਜਾਰੀ ਆ ਕੇ ਬਹਿ ਗਿਆ ਜਿਹਦਾ ਆਪਣਾ ਜੀਵਨ ਕੋਈ ਨਹੀਂ। ਮਤ ਪਿੱਟੇ ਵੇ ਮਤ ਪਿੱਟੇ, ਦੂਰ ਰਹੋ, ਸਾਡੇ ਚੌਂਕੇ ਵਿੱਚ ਨਾ ਵੜਿਓ, ਮਤਾਂ ਕੋਈ ਭਿੱਟ ਨਾ ਜਾਏ। ਜੇ ਤੁਸੀਂ ਨੇੜੇ ਲੱਗ ਗਏ ਭਿੱਟ ਜਾਏਗਾ, ਸਾਡਾ ਭੋਜਨ ਭਿੱਟ ਜਾਏਗਾ, ਸਾਡਾ ਚੌਂਕਾ ਭਿੱਟ ਜਾਏਗਾ। ਤੇ ਅਸੀਂ ਵੀ ਤਾਂ ਨਹੀਂ ਕਰਦੇ ਕਿਤੇ ਇਸ ਤਰ੍ਹਾਂ। ਆ ਪਿੱਛੇ ਇੱਥੇ ਇੱਕ ਗੁਰਦੁਆਰਾ ਸਾਹਿਬ ਵਿਖੇ ਨਾ ਅਮਰੀਕਾ ਤੋਂ ਇੱਕ ਬੀਬੀ ਆਈ ਸੀ, ਉਹਦੀ ਕੋਈ ਫਲਾਈਟ ਇੱਥੇ 8-10 ਘੰਟੇ ਉਹਦੀ ਸਟੇ ਸੀ, ਤੇ ਗੁਰਦੁਆਰਾ ਸਾਹਿਬ ਆ ਗਈ, ਨਾਲ ਬੱਚਾ ਸੀ, ਚਲੋ ਫਲਾਈਟ ਇੱਥੇ 8-10 ਘੰਟੇ ਸਟੇ, ਤੇ ਗੁਰਦੁਆਰਾ ਸਾਹਿਬ ਆ ਗਈ, ਉਹਦੇ ਨਾਲ ਬੱਚਾ ਸੀ। ਉਹਨਾਂ ਨੇ ਮੱਥਾ ਟੇਕਿਆ, ਲੰਗਰ ਛਕਣ ਚਲੇ ਗਏ, ਤੇ ਬੱਚੇ ਨੇ ਇੱਕ ਲੱਡੂ ਚੁੱਕ ਲਿਆ। ਸਾਊਥ ਹਾਲ ਗੁਰਦੁਆਰੇ ਦੀ ਗੱਲ ਹੈ, ਅੱਜ ਤੋਂ 7-8 ਸਾਲ ਪਹਿਲਾਂ। ਉੱਥੇ ਬਜ਼ੁਰਗ ਸੀ, ਟੁੱਟ ਕੇ ਪੈ ਗਿਆ ਉਸ ਬੱਚੇ ਨੂੰ। ਉਹ ਕੌਣ ਹੁੰਦਾ? ਬੀਬੀ ਨੂੰ ਲੱਗ ਗਿਆ ਤੁਹਾਨੂੰ ਅਕਲ ਨਹੀਂ, ਬੱਚਿਆਂ ਨੂੰ ਸਮਝਾਉਂਦੇ ਨੇ। ਉਹਨੇ ਇੱਕ ਲੱਡੂ ਚੁੱਕਿਆ ਸਿਰਫ, ਉਹ ਬੱਚਾ ਸੀ ਨਿੱਕਾ ਜਿਹਾ, ਉਹਨੂੰ ਬੜਾ ਗੁੱਸਾ ਲੱਗਾ, ਉਹ ਲੱਡੂ ਉਹਨੇ ਸੁੱਟਤਾ, ਵਿਚਾਰਾ ਰੋਣ ਲੱਗ ਗਿਆ, ਕਹਿੰਦਾ ਇੱਥੋਂ ਰੋਟੀ ਨਹੀਂ ਖਾਣੀ, ਚੱਲ ਮੰਮੀ। ਉਹ ਮੰਮੀ ਨੇ ਬਥੇਰਾ ਸਮਝਾਇਆ, ਪਰ ਬੱਚਾ ਸੀ ਉਹ ਵਿਚਾਰੀ ਉੱਥੇ ਥਾਲੀ ਧਰ ਕੇ ਤੇ ਵਾਪਸ ਚਲੀ ਗਈ। ਹੁਣ ਸਾਡੇ ਅੰਦਰ ਵੀ ਤੇ ਚੀਜ਼ਾਂ ਆ ਗਈਆਂ ਨਾ। ਇਹਦਾ ਮਤਲਬ ਇਹ ਨਹੀਂ ਕਿ ਸਫਾਈ ਨਾ ਰੱਖੀ ਜਾਏ। ਗੁਰੂ ਜੀ ਕਹਿੰਦੇ ਨੇ ਬਾਹਰੋਂ ਕੂੜਿਆਰ ਬੰਦਾ ਚਾਹੀਦਾ ਤੇ ਇਹ ਹੈ ਕਿ ਜੋ ਲੰਗਰ ਦੇ ਸੇਵਾਦਾਰ ਨੇ ਉਹ ਠੰਡੇ ਹੋਣ, ਠੰਡਾ ਸੁਭਾਅ, ਤੇ ਲੰਗਰ ਗਰਮ ਹੋਵੇ, ਪ੍ਰਸ਼ਾਦੇ ਗਰਮ ਹੋਣ, ਸਬਜ਼ੀ ਗਰਮ ਹੋਵੇ, ਸੇਵਾਦਾਰ ਠੰਡੇ ਹੋਣ, ਜੀ ਕਰਕੇ ਬੋਲਣ। ਹੁੰਦਾ ਬਿਲਕੁਲ ਉਲਟਾ ਹੈ, ਕਈ ਥਾਵਾਂ ਤੇ ਲੰਗਰ ਠੰਡਾ ਹੈ, ਸੇਵਾਦਾਰ ਤਪੇ ਹੋਏ ਗਰਮ, ਗੜਬੜ ਹੋ ਗਈ ਨਾ। ਇਸ ਲਈ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ। ਧਰਮ ਤਾਂ ਇੱਕ ਜ਼ਿੰਦਗੀ ਜੀਣ ਦਾ ਢੰਗ ਸੀ ਨਾ, ਇਹਨਾਂ ਨੂੰ ਜੀਵਨ ਵਿੱਚ ਅਪਣਾਉਣਾ ਸੀ। ਮਤ ਪਿੱਟੇ ਵੇ ਮਤ ਪਿੱਟੇ, ਇਹ ਅੰਨ ਸਾਡਾ ਫਿੱਟੇ, ਇਹ ਸਾਡਾ ਅੰਨ ਅਪਵਿੱਤਰ ਹੋ ਜਾਏਗਾ ਜੇ ਕਿਸੇ ਦੂਜੇ ਨੇ ਹੱਥ ਲਾਤਾ। ਘਰਾਂ ਵਿੱਚ ਤੁਸੀਂ ਐਵੇਂ ਕਰਦੇ ਹੋ, ਉਧਰ ਮਲੇਸ਼ੀਆ ਤੋਂ ਧਾਨ ਲੈ ਰਹੇ ਹੋ, ਕਮਾਈ ਤੁਹਾਡੀ 2 ਨੰਬਰ ਦੀ ਹੈ, ਇੱਥੇ ਤੁਸੀਂ ਚੌਂਕਾ ਦੇ ਕੇ ਬੈਠੇ ਹੋ ਕਿ ਅਪਵਿੱਤਰ ਨਾ ਹੋ ਜਾਏ। ਇਹ ਤੇ ਅਪਵਿੱਤਰ ਪਹਿਲਾਂ ਹੀ ਹੈ, ਕਿਉਂਕਿ 2 ਨੰਬਰ ਦੇ ਧੰਦੇ ਨੇ। ਤਨ ਫਿੱਟੇ ਫੇੜ ਕਰੇਨ, ਤਨ ਫਿੱਟੇ ਦਾ ਮਤਲਬ ਫਿੱਟੇ ਹੋਏ ਤਨ ਦੇ ਨਾਲ, ਯਾਨੀ ਜਿਸ ਤਨ ਦੇ ਨਾਲ ਮਾੜੇ ਕਰਮ ਕਰਦੇ ਹੋ, ਨਸ਼ਿਆਂ ਦੀ ਵਰਤੋਂ ਕਰਦੇ ਹੋ, ਰਿਸ਼ਵਤ ਲੈਂਦੇ ਹੋ, ਚੋਰ ਬਜ਼ਾਰੀ ਵਿਭਚਾਰ, ਯਾਨੀ ਜਿਸ ਤਨ ਦੇ ਨਾਲ ਮਾੜੇ ਕਰਮ ਕਰਦੇ ਹੋ। ਫੇੜ ਕਰੇਨ ਦਾ ਮਤਲਬ ਮਾੜੇ ਕਰਮ ਕਰਨਾ, ਫੇੜ ਦਾ ਮਤਲਬ ਭੈੜੇ ਕੰਮ। ਤਨ ਫਿੱਟੇ ਫੇੜ ਕਰੇਨ, ਫਿੱਟੇ ਤਨ ਦੇ ਨਾਲ ਮਾੜੇ ਕਰਮ ਕਰਦੇ ਹੋ। ਮਨ ਝੂਠੇ, ਮਨ ਦੇ ਝੂਠੇ ਨੇ, ਮਨ ਦੇ ਅੰਦਰ ਝੂਠ ਹੈ। ਚੁਲੀ ਭਰੇਨ, ਤੇ ਬਾਹਰੋਂ ਚੁਲੀਆਂ ਭਰੀਆਂ ਜਾ ਰਹੀਆਂ ਨੇ, ਬਾਹਰੋਂ ਚੁਲੀਆਂ ਭਰੀਆਂ ਜਾ ਰਹੀਆਂ ਨੇ। ਗੁਰੂ ਜੀ ਕਹਿੰਦੇ ਨੇ ਪਿਆਰਿਓ, ਇਹ ਜ਼ਿੰਦਗੀ ਦੇ ਸਚਿਆਰ ਹੋਣ ਦਾ ਸਾਧਨ ਨਹੀਂ ਹੈ। ਇਹ ਤੁਹਾਡੇ ਕਰਮ ਸਾਰੇ ਵਿਅਰਥ ਨੇ। ਬਾਹਰੋਂ ਤੁਸੀਂ ਹੋਰ ਹੋ, ਅੰਦਰੋਂ ਤੁਸੀਂ ਹੋਰ ਹੋ। ਕਮਾਈ ਤੁਹਾਡੀ 2 ਨੰਬਰ ਦੀ ਹੈ, ਬੇਗਾਨੇ ਤੁਸੀਂ ਹੱਕ ਖਾ ਰਹੇ ਹੋ, ਇਮੋਸ਼ਨਲ ਬਲੈਕਮੇਲ ਤੁਸੀਂ ਕਰ ਰਹੇ ਹੋ, ਤੇ ਮੇਰੀ ਇਹੋ ਜਿਹੀ ਸੁਚਮਤਾ ਗਲੇ ਵਿੱਚ ਮਾਲਾ ਪਾ ਲੈਣ ਨਾਲ ਜਾਂ ਧਾਰਮਿਕ ਪਹਿਨਾਵਾ ਪਹਿਨਣ ਦੇ ਨਾਲ ਰੱਬ ਦੇ ਦਰ ਤੇ ਪ੍ਰਵਾਨ ਥੋੜਾ ਹੋ ਜਾਓ। ਇਹ ਕੋਈ ਭਗਤੀ ਥੋੜਾ ਹੈ। ਹੁਣ ਅਖੀਰ ਵਿੱਚ ਆਪਣੀ ਵਿਚਾਰ ਦੇ ਰਹੇ ਨੇ, ਸਾਨੂੰ ਕਰਨਾ ਕੀ ਚਾਹੀਦਾ ਹੈ? ਕਹੋ ਨਾਨਕ ਸੱਚ ਧਿਆਈਐ। ਸੱਚ ਧਿਆਈਏ ਦਾ ਮਤਲਬ ਸੱਚ ਨੂੰ ਆਪਣੇ ਮਨ ਵਿੱਚ ਵਸਾਉਣਾ ਚਾਹੀਦਾ ਹੈ, ਆਪਣੀ ਸੁਰਤ ਨੂੰ ਸੱਚ ਦੇ ਨਾਲ ਜੋੜਨਾ ਚਾਹੀਦਾ ਹੈ, ਮਨ ਬਚਨ ਕਰਮ ਕਰਕੇ ਸੱਚੇ ਹੋਣਾ ਚਾਹੀਦਾ ਹੈ। ਧਿਆਨ ਰੱਖਣਾ ਚਾਹੀਦਾ ਹੈ ਕਿ ਮੇਰੇ ਤੋਂ ਝੂਠ ਨਾ ਬੋਲਿਆ ਜਾਏ, ਮੈਂ ਪਖੰਡ ਨਾ ਕਰਾਂ, ਮੈਂ ਮਨ ਬਚਨ ਕਰਮ ਕਰਕੇ ਸੱਚਾ ਹੋਵਾਂ। ਇਸ ਚੀਜ਼ ਵਿੱਚ ਧਿਆਨ ਰੱਖੋ, ਇਹ ਭਗਤੀ ਹੈ। ਕਹੋ ਨਾਨਕ ਸੱਚ ਧਿਆਈਐ, ਤੇ ਅਗਲਾ ਵਿਸ਼ਰਾਮ ਐਵੇਂ ਲਗਾਣਾ ਹੈ, ਸੁੱਚ ਹੋਵੇ ਤਾਂ ਸੱਚ ਪਾਈਐ।
ਸੁੱਚ ਤਾਂ ਹੋਏਗੀ ਜੇ ਸੱਚ ਨੂੰ ਪਾਲੋ। ਅਸੀਂ ਬਹੁਤੇ ਪੜ੍ਹਨੇ ਆ ਸੁੱਚ ਹੋਵੇ ਤਾਂ ਸੱਚ ਪਾਈਏ, ਕਿ ਜੇ ਸੁੱਚ ਹੋਏਗੀ ਤਾਂ ਸੱਚ ਪਾ ਲਵਾਂਗੇ ਨਾ। ਕਹੋ ਨਾਨਕ ਸੱਚ ਧਿਆਈਏ, ਸੱਚ ਵਿੱਚ ਧਿਆਨ ਰੱਖਣਾ ਚਾਹੀਦਾ ਹੈ। ਮਨ ਬਚਨ ਕਰਮ ਕਰਕੇ ਸੱਚੇ ਕਰਮ ਕਰਨੇ ਚਾਹੀਦੇ ਨੇ। ਸੁੱਚ ਹੋਵੇ ਤਾਂ, ਸੁੱਚ ਤਾਂ ਹੋਏਗੀ ਸੱਚ ਪਾਈਏ ਜੇ ਤੁਸੀਂ ਸੱਚ ਨੂੰ ਪਾ ਲਵੋਗੇ। ਜੇ ਸੱਚ ਹਿਰਦੇ ਵਿੱਚ ਵਸ ਜਾਏਗਾ, ਮੈਂਟੈਲਿਟੀ ਮਾਨਸਿਕਤਾ ਸੱਚੀ ਹੋ ਜਾਏਗੀ, ਬੋਲ ਸੱਚੇ ਹੋ ਜਾਣਗੇ, ਵਿਹਾਰ ਸੱਚਾ ਹੋ ਜਾਏਗਾ, ਉਸ ਦਿਨ ਤੁਹਾਡਾ ਤਨ ਮਨ ਧਨ ਸਭ ਸੁੱਚਾ ਹੋ। ਕਹੋ ਨਾਨਕ ਸੱਚ ਧਿਆਈਏ, ਸੁੱਚ ਹੋਵੇ ਤਾਂ ਸੱਚ ਪਾਈਏ। ਸੁੱਚ ਤਾਂ ਹੋਏਗੀ ਜੇ ਤੁਸੀਂ ਸੱਚ ਨੂੰ ਪਾ ਲੋਗੇ। ਤਾਂ ਇਸ 2 ਸ਼ਲੋਕਾਂ ਦੇ ਅੰਦਰ ਗੁਰੂ ਜੀ ਨੇ 3 ਤਰ੍ਹਾਂ ਦੇ ਲੋਕਾਂ ਦਾ ਜ਼ਿਕਰ ਕੀਤਾ ਹੈ। ਇੱਕ ਰਾਜਨੀਤਿਕ ਲੋਕ, ਇੱਕ ਅਫਸਰਸ਼ਾਹੀ, ਔਰ ਇੱਕ ਧਰਮ ਪ੍ਰਚਾਰਕ, ਪੁਜਾਰੀ ਵਰਗ, ਸੰਤ ਸਾਧ ਜੋ ਵੀ ਧਰਮ ਪ੍ਰਚਾਰ ਦਾ ਕੰਮ ਕਰ ਰਹੇ ਨੇ। ਇਹਨਾਂ 3 ਲੋਕਾਂ ਦਾ ਜ਼ਿਕਰ ਕੀਤਾ। ਇਹ ਤਿੰਨੇ ਹੀ ਉਸ ਟਾਈਮ ਆਪਣੇ ਅਸਲ ਕਦਮ ਤੋਂ, ਅਸਲ ਮੰਜ਼ਲ ਤੋਂ ਉਖੜੇ ਹੋਏ ਸਨ। ਜੇ ਇਹ 3 ਲੋਕ ਸੁਧਰ ਜਾਣ ਤਾਂ ਪੂਰੀ ਦੁਨੀਆ ਸੁਧਰ ਸਕਦੀ ਹੈ। ਆਮ ਪ੍ਰਜਾ ਦਾ ਕੋਈ ਦੋਸ਼ ਨਹੀਂ, ਕਿਉਂਕਿ ਦੁਨੀਆ ਦੇ ਵਿੱਚ ਕਾਨੂੰਨ ਬਣਾਉਣੇ ਨੇ ਰਾਜਨੀਤਿਕਾਂ ਨੇ, ਲਾਗੂ ਕਰਨਾ ਹੈ ਅਫਸਰਸ਼ਾਹੀ ਨੇ, ਧਰਮ ਪ੍ਰਚਾਰ ਕਰਨਾ ਹੈ ਧਰਮ ਪ੍ਰਚਾਰਕਾਂ ਨੇ। ਜਿਵੇਂ ਧਾਰਮਿਕ ਪ੍ਰਚਾਰਕ ਕਹਿਣਗੇ, ਲੋਕ ਵਿਚਾਰੇ ਮੰਨ ਲੈਂਦੇ ਨੇ। ਜੇ ਕੋਈ ਬਾਬਾ ਆਣ ਕੇ ਕਹਿ ਜਾਏ ਤੇ ਅਸੀਂ ਮੰਨ ਲੈਂਦੇ ਹਾਂ। ਸੇਬਾਂ ਦੇ ਨਾਲ ਬੱਚੇ ਹੁੰਦੇ ਨੇ, ਲੋਕ ਮੰਨ ਜਾਂਦੇ ਨੇ। ਭੋਲੀਆਂ ਭਾਲੀਆਂ ਬੀਬੀਆਂ ਸੇਬ ਲੈਣ ਤੁਰ ਪੈਂਦੀਆਂ ਨੇ। ਜੇ ਕੋਈ ਧਰਮ ਪ੍ਰਚਾਰਕ ਕਵੇ ਭੂਤ ਹੁੰਦੇ ਨੇ, ਅਸੀਂ ਮੰਨ ਲੈਂਦੇ ਹਾਂ, ਅਸੀਂ ਫਾਂਡੇ ਕਰਾਉਣ ਤੁਰ ਜਾਂਦੇ ਹਾਂ। ਜੇ ਕੋਈ ਸਾਨੂੰ ਕਵੇ ਕਿ ਬਈ ਸਿਰ ਪੀੜ ਹੁੰਦੀ ਹੈ ਤੇ ਬਾਬੇ ਤੋਂ ਹੱਥ ਹੌਲਾ ਕਰਾਇਆ, ਅਸੀਂ 51 ਪਾਉਂਡ ਦੇ ਕੇ ਹੱਥ ਹੌਲਾ ਕਰਾਇਆ, ਪੈਰਾਸੀਟਾਮੋਲ ਦੀ ਗੋਲੀ ਨਹੀਂ ਖਾਂਦੇ, ਅਸੀਂ ਮੰਨ ਲੈਂਦੇ ਹਾਂ, ਕਿਉਂਕਿ ਸ਼ਰਧਾ ਹੈ, ਸਾਨੂੰ ਵਿਸ਼ਵਾਸ ਹੁੰਦਾ ਆਪਣੇ ਧਰਮ ਪ੍ਰਚਾਰਕਾਂ। ਹਰ ਧਰਮ ਨੂੰ, ਹਿੰਦੂ ਮੁਸਲਮਾਨਾਂ ਨੂੰ ਆਪਣੇ ਧਰਮ ਪ੍ਰਚਾਰਕਾਂ ਤੇ, ਉਹਨਾਂ ਨੂੰ ਧਾਰਮਿਕ ਲੋਕਾਂ ਤੇ ਵਿਸ਼ਵਾਸ ਸੇ ਮੰਨ ਲੈਂਦੇ ਨੇ। ਇਹਦਾ ਮਤਲਬ ਜਨਤਾ ਦਾ ਕਸੂਰ ਤੇ ਨਾ ਹੋਇਆ, ਕਸੂਰ ਤੇ ਧਰਮ ਪ੍ਰਚਾਰਕਾਂ ਦਾ ਹੋਇਆ। ਜੇ ਕਾਨੂੰਨ ਗਲਤ ਨੇ, ਰਿਸ਼ਵਤਖੋਰੀ ਤੇ ਰਾਜਨੀਤਿਕਾਂ ਦਾ ਕਸੂਰ ਹੈ ਸਰੇਆਮ, ਤੇ ਜੇ ਉਹ ਕਾਨੂੰਨ ਲਾਗੂ ਨਹੀਂ ਹੋਏ ਤੇ ਅਫਸਰਸ਼ਾਹੀ ਦਾ ਕਸੂਰ ਹੈ। ਇਹ ਦੁਨੀਆ ਨੂੰ ਵਿਗਾੜਨ ਦੇ ਅੰਦਰ ਇਹਨਾਂ 3 ਬੰਦਿਆਂ ਦਾ ਬਹੁਤ ਵੱਡਾ ਕਸੂਰ ਹੈ। ਇਹਦਾ ਮਤਲਬ ਇਹ ਨਹੀਂ ਕਿ ਪ੍ਰਜਾ ਨੂੰ ਮੁਆਫ ਕੀਤਾ ਜਾ ਸਕਦਾ ਹੈ, ਇਹ ਗੱਲ ਨਹੀਂ ਹੈ। ਪ੍ਰਜਾ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ, ਸਾਨੂੰ ਗਿਆਨ ਦੀ ਲੋੜ ਹੈ, ਕਿਉਂਕਿ ਅੰਧੀ ਰਈਅਤ ਗਿਆਨ ਵਿਹੂਣੀ ਪਾਹੇ ਭਰੇ ਮੁਰਦਾਰ। ਜੇ ਰਈਅਤ ਅੰਨੀ ਹੋਏਗੀ, ਪ੍ਰਜਾ ਅੰਨੀ ਹੋਏਗੀ। ਅੰਨੀ ਮੀਨਸ ਗਿਆਨ ਵਿਹੂਣੇ ਹੋਣਗੇ। ਜੇ ਆਪਣੀ ਅਕਲ ਨੂੰ ਯੂਜ਼ ਬੰਦਾ ਨਹੀਂ ਕਰੇਗਾ ਤਾਂ ਇਮੋਸ਼ਨਲ ਬਲੈਕਮੇਲ ਹੋਏਗਾ। ਦੁਨੀਆ ਵਿੱਚ ਪਾਪ ਅਪਰਾਧ ਫੈਲਣਗੇ। ਦੁਨੀਆ ਵਿੱਚ ਝੂਠ ਲੋਕ ਕਿਉਂ ਬੋਲਦੇ ਨੇ? ਇਹ ਨਹੀਂ ਕਿ ਝੂਠੇ ਲੋਕ ਜ਼ਿਆਦਾ ਹੋ ਗਏ ਨੇ, ਗੱਲ ਇਹ ਹੈ ਕਿ ਅਸੀਂ ਝੂਠ ਜ਼ਿਆਦਾ ਸੁਣਨ ਲੱਗ ਪਏ ਹਾਂ। ਝੂਠ ਤਾਂ ਫੈਲ ਗਿਆ ਕਿਉਂਕਿ ਸੱਚੇ ਲੋਕ ਸੱਚ ਬੋਲਦੇ ਨਹੀਂ ਮੌਕੇ ਦੇ ਉੱਤੇ, ਬਾਅਦ ਵਿੱਚ ਸੱਚ ਬੋਲਣ ਦਾ ਕੋਈ ਫਾਇਦਾ ਨਹੀਂ ਹੈ। ਸੱਚ ਬਿਲਕੁਲ ਨਿਰੋਲ। ਤਾਂ ਗੁਰੂ ਸਾਹਿਬ ਨੇ ਇਹਨਾਂ 3 ਤਰ੍ਹਾਂ ਦੇ ਲੋਕਾਂ ਦਾ ਇੱਥੇ ਜਿਹੜਾ ਹੈ ਬਿਆਨ ਕੀਤਾ ਹੈ। ਇਸ ਲਈ 3 ਹੀ ਕਿਸਮ ਦੇ ਲੋਕਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ, ਆਪਣੇ ਜੀਵਨ ਵੱਲ ਧਿਆਨ ਦੇਣ, ਔਰ ਅਸੀਂ ਵੀ ਆਪਣੇ ਜੀਵਨ ਵਿੱਚ ਧਿਆਨ ਦੇਈਏ। ਇੱਥੇ ਗੁੱਸੇ ਗਿਲੇ ਵਾਲੀ ਗੱਲ ਨਹੀਂ ਹੈ। ਇੱਥੇ ਇਹ ਨਹੀਂ ਕਿ ਕਿਸੇ ਤੇ ਪਟਾ ਚੜਾਇਆ ਜਾ ਰਿਹਾ ਹੈ, ਤਵਾ ਲਾਇਆ ਜਾ ਰਿਹਾ ਹੈ। ਇਹ ਤਵੇ ਤੂਵੇ ਲਾਉਣ ਵਾਲੀਆਂ ਬੇਕਾਰ ਦੀਆਂ ਗੱਲਾਂ ਨੇ, ਵਾਧੂ ਗੱਲਾਂ ਨੇ। ਇਹ ਤਾਂ ਅਸੀਂ ਸਾਰੇ ਵੀਰ ਭੈਣਾਂ ਨੇ ਬੈਠ ਕੇ ਆਪਣੇ ਜੀਵਨ ਨੂੰ ਪਰਖਣਾ ਹੈ ਕਿ ਸਾਡਾ ਆਪਣਾ ਜੀਵਨ, ਮੇਰਾ ਜੀਵਨ ਮੈਂ ਪਰਖਾਂ, ਆਪਣੇ ਜੀਵਨ ਨੂੰ ਤੁਸੀਂ ਪਰਖੋ। ਆਪਣੇ ਰਾਜਨੀਤਿਕ ਲੋਕਾਂ ਨੂੰ ਵੇਖੋ, ਧਾਰਮਿਕ ਲੋਕਾਂ ਨੂੰ ਵੇਖੋ, ਆਪਣੇ ਪਰਿਵਾਰ ਨੂੰ, ਸਮਾਜ ਨੂੰ, ਕਿ ਚੌਗਿਰਦੇ ਕੀ ਹੋ ਰਿਹਾ, ਔਰ ਫਿਰ ਉਹਦੇ ਅੰਦਰ ਸੁਧਾਰ ਲਿਆਉਣ ਵਾਸਤੇ ਯਤਨ ਕਰੋ। ਇਹ ਦੁਨੀਆ ਸਵਰਗ ਬਣ ਜਾਏਗੀ ਜੇ ਮੈਂ ਸੁਧਾਰ ਲਾਂਗਾ ਨਾ ਆਪਣੇ ਆਪ ਨੂੰ। ਹੁਣ ਮੈਂ ਵੇਟ ਕਰ ਰਿਹਾ ਵੀ ਕਲਾਸ ਵਾਲੇ ਵੀਰ ਸੁਧਰ ਜਾਣ, ਫਿਰ ਮੈਂ ਸੁਧਰਾਂਗਾ ਨਾ। ਮੈਨੂੰ ਆਪਣੇ ਆਪ ਤੋਂ ਸ਼ੁਰੂ ਕਰਨਾ, ਤੁਹਾਨੂੰ ਆਪਣੇ ਆਪ ਤੋਂ ਸ਼ੁਰੂ ਕਰਨਾ ਚਾਹੀਦਾ ਹੈ। ਅਸੀਂ ਫਿਰ ਸਾਰੇ ਮਿਲ ਕੇ ਇਸ ਪੂਰੇ ਸਮਾਜ ਨੂੰ ਬਦਲ ਸਕਦੇ ਹਾਂ। ਜਦੋਂ ਚੰਗੀ ਸਿੱਖਿਆ ਮਿਲੇਗੀ, ਸਾਡੇ ਬੱਚੇ ਵੀ ਗੁਰਦੁਆਰਿਆਂ ਵਿੱਚ ਆਉਣਗੇ, ਸਾਡੀ ਗੱਲ ਉਹ ਵੀ ਸੁਣਨਗੇ। ਜਦੋਂ ਅਸੀਂ ਚੰਗੇ ਹੋਵਾਂਗੇ, ਜਦੋਂ ਅਸੀਂ ਸੁਖੀ ਹੋਵਾਂਗੇ, ਤਾਂ ਹਰ ਬੰਦਾ ਸੁਖੀ ਹੋਣਾ ਚਾਹੀਦਾ। ਲੋਕ ਪੁੱਛਣਗੇ, ਯਾਰ ਤੁਸੀਂ ਕਿਵੇਂ ਸੁਖੀ ਹੋ ਗਏ? ਅਸੀਂ ਕਵਾਂਗੇ ਬਾਣੀ ਅਨੁਸਾਰ ਜ਼ਿੰਦਗੀ ਜੀ ਰਹੇ ਹਾਂ, ਸਿੰਪਲ। ਯਾਰ ਉਹ ਕਹਿਣਗੇ ਇਹ ਤੇ ਕਮਾਲ ਦੀ ਗੱਲ ਹੈ, ਅਸੀਂ ਵੀ ਸਿੰਪਲ ਜ਼ਿੰਦਗੀ। ਤਾਂ ਅਸੀਂ ਇਸ ਸਮਾਜ ਨੂੰ ਬਦਲ ਸਕਦੇ ਹਾਂ, ਪਰ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਪਵੇਗੀ। ਗੁਰੂ ਜੀ ਰਹਿਮਤ ਕਰਨ, ਸੰਸਾਰ ਦੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿਸ਼ਵ ਸ਼ਾਂਤੀ ਪੈਦਾ ਕਰ ਸਕਦੀ ਹੈ।
ਰਾਜਨੀਤਿਕ ਸਮੱਸਿਆਵਾਂ ਹੱਲ ਹੋ ਸਕਦੀਆਂ ਨੇ, ਧਾਰਮਿਕ ਸਮੱਸਿਆਵਾਂ ਹੱਲ ਹੋ ਸਕਦੀਆਂ ਨੇ, ਪਰਿਵਾਰਕ ਸਮੱਸਿਆਵਾਂ ਹੱਲ ਹੋ ਸਕਦੀਆਂ ਨੇ। ਬੰਦਾ ਸਚਿਆਰ ਰੱਬ ਵਰਗਾ ਹੋ ਸਕਦਾ ਹੈ। ਗੁਰੂ ਜੀ ਨੇ ਰੱਬ ਵਰਗਾ ਬਣਨ ਦਾ ਹੁਕਮ ਕੀਤਾ ਹੈ। ਕਿਵ ਸਚਿਆਰਾ ਹੋਈ ਹੈ, ਸਚਿਆਰ ਕਿਵੇਂ ਬਣੀਏ? ਤੇ ਸਚਿਆਰ ਕੌਣ ਹੈ? ਤੂੰ ਕਰਤਾ ਸਚਿਆਰ ਮਹਿੰਦਾ ਸਾਈਂ। ਇਸ ਲਈ ਬਾਣੀ ਸਾਨੂੰ ਰੱਬ ਵਰਗਾ ਬਣਨ ਦੀ ਪ੍ਰੇਰਨਾ ਦਿੰਦੀ। ਹੁਣ ਪੌੜੀ ਦੇ ਵਿੱਚ ਹੋਰ ਸਪਸ਼ਟ ਕਰ ਰਹੇ ਨੇ, ਚਿਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ। ਚਿਤੈ ਦਾ ਮਤਲਬ ਚਿੱਤ, ਚਿਤੈ ਅੰਦਰ ਸਭ। ਹੁਣ ਗੁਰੂ ਜੀ ਇੱਕ ਭੁਲੇਖਾ ਹੋਰ ਦੂਰ ਕਰ ਰਹੇ ਨੇ ਕਿ ਇਹ ਨਾ ਸਮਝੀ ਕਿ ਤੂੰ ਦੋਗਲੀ ਜ਼ਿੰਦਗੀ ਜੀ ਕੇ, ਪਖੰਡ ਕਰਕੇ, ਇਮੋਸ਼ਨਲ ਬਲੈਕਮੇਲ ਕਰਕੇ, ਤੂੰ ਆਪਣੇ ਕੂੜ ਦੇ ਨਾਲ ਰੋਜੀ ਰੋਟੀ ਪੈਦਾ ਕਰਕੇ ਤੇ ਰੱਬ ਦੀ ਨਜ਼ਰ ਤੋਂ ਬਚ ਜਾਏਗਾ ਤੇ ਇਹਦਾ ਫਲ ਭੁਗਤਣ ਤੋਂ ਬਚ ਜਾਏਗਾ। ਇਹ ਭੁਲੇਖਾ ਦੂਰ ਕਰ। ਚਿੱਤੈ ਅੰਦਰ ਸਭ ਕੋ, ਪੂਰੀ ਦੁਨੀਆ ਰੱਬ ਦੇ ਚਿੱਤ ਵਿੱਚ ਯਾਨੀ ਨਜ਼ਰ ਦੇ ਵਿੱਚ ਹੈ। ਉਹਦੀ ਨਜ਼ਰ ਤੋਂ ਕੋਈ ਨਹੀਂ ਬਚ ਸਕਦਾ। ਹੁਣ ਇਹ ਰੱਬ ਨੂੰ ਸਮਝ ਲੈਣਾ, ਕਿਉਂਕਿ ਪੁਜਾਰੀ ਬੜਾ ਚਲਾਕ ਹੈ। ਉਹਨੇ ਕਹਿ ਦਿੱਤਾ ਰੱਬ ਉੱਤੇ ਬੈਠਾ ਹੈ। ਗੁਰੂ ਜੀ ਕਹਿੰਦੇ ਨੇ ਉੱਤੇ ਨਹੀਂ ਬੈਠਾ, ਉਹ ਤੇਰੇ ਵਿੱਚ ਬੈਠਾ ਹੈ। ਘੱਟ ਘੱਟ ਮੈਂ ਹਰਜੂ ਬਸੈ। ਜਦੋਂ ਮੇਰੇ ਨਾਲ ਚਲਾਕੀ ਕਰਦੇ ਹੋ, ਤੁਹਾਨੂੰ ਪਤਾ ਹੁੰਦਾ ਨਾ ਕਿ ਅਸੀਂ ਇਸ ਭਾਈ ਨਾਲ ਚਲਾਕੀ ਕਰ ਰਹੇ ਹਾਂ। ਤੇ ਜਦੋਂ ਮੈਂ ਤੁਹਾਡੇ ਨਾਲ ਚਲਾਕੀ ਕਰ ਰਿਹਾ, ਤੁਹਾਨੂੰ ਤੇ ਪਤਾ ਨਾ ਲੱਗੇ, ਮੈਨੂੰ ਤੇ ਪਤਾ ਨਾ ਚਲਾਕੀ ਕਰ ਰਿਹਾ, ਆਪਣੇ ਆਪ ਤੋਂ ਕਿਵੇਂ ਬਚੋਗੇ? ਦੂਜੀ ਗੱਲ, ਸਿਸਟਮ ਤੋਂ ਕਿਵੇਂ ਬਚੋਗੇ? ਇੱਥੇ ਰੱਬ ਕਿਵੇਂ ਵੇਖ ਰਿਹਾ? ਹੁਕਮ ਦੇ ਅੰਦਰ, ਸਿਸਟਮ ਦੇ ਅੰਦਰ। ਜੇ ਬੀਜੇ ਹੁਣ ਜੌਂ ਪੈਲੀ ਦੇ ਵਿੱਚ ਤੇ ਪਿੰਡ ਵਾਲਿਆਂ ਨੂੰ ਕਹਿ ਦੋ ਮੈਂ ਤੇ ਕਣਕ ਬੀਜੀ ਹੈ, ਲੇਕਿਨ ਪੈਲੀ ਦੇ ਚਿੱਤ ਵਿੱਚ ਤੇ ਹੋ ਨਾ, ਸਿਸਟਮ ਦੇ ਚਿੱਤ ਵਿੱਚ ਹੋ, ਉੱਥੇ ਨਹੀਂ ਹੇਰਾਫੇਰੀ ਹੋ ਸਕਦੀ। ਲੋਕਾਂ ਕੋਲ ਝੂਠ ਬੋਲੀ ਜਾਓ। ਜਦੋਂ ਜੌਂ ਉਗਣਗੇ, ਧਰਤੀ ਨੇ ਤਾਂ ਕਣਕ ਨਹੀਂ ਨਾ ਉਗਾਣੀ, ਉਹਨੇ ਤੇ ਜੌਂ ਉਗਾਣੇ ਨੇ। ਕਿਵੇਂ ਬਚੋਗੇ? ਮਾੜੀ ਸੋਚ ਰੱਖ ਰੱਖ ਕੇ ਦੁੱਖਾਂ ਤੋਂ ਕਿਵੇਂ ਬਚ ਜਾਓਗੇ? ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ। ਰੱਬ ਨਜ਼ਰ ਦੇ ਥੱਲੇ ਚਲਾ ਰਿਹਾ ਹੈ, ਉੱਤੇ ਬੈਠਾ ਰੱਬ ਨਹੀਂ। ਇਸ ਸੰਸਾਰ ਦੇ ਅੰਦਰ ਵਿਆਪਕ ਜੋ ਰੱਬ ਦੇ ਕੁਦਰਤ ਦੇ ਨਿਯਮ ਨੇ, ਲਾ ਆਫ ਨੇਚਰ ਹੈ, ਉਸ ਲਾ ਆਫ ਨੇਚਰ ਤੋਂ ਕੋਈ ਨਹੀਂ ਬਚ ਸਕਦਾ। ਜੇ ਦੇਖੋ ਸਾਡੇ ਰਾਜਨੀਤਿਕ ਲੋਕਾਂ ਨੇ, ਅਫਸਰਸ਼ਾਹੀ ਨੇ ਜਾਂ ਧਰਮ ਪ੍ਰਚਾਰਕਾਂ ਨੇ ਗਲਤ ਬਿਰਤੀ ਦੇ ਨਾਲ ਕੰਮ ਕੀਤਾ ਤੇ ਅੱਜ ਸਾਡੇ ਸੰਸਾਰ ਦੀ ਹਾਲਤ ਮਾੜੀ ਹੋ ਗਈ ਨਾ। ਸਮਾਜ ਵਿੱਚ ਵੇਖ ਲਓ ਜੋ ਹਾਲ ਹੈ। ਤੇ ਜੇ ਇਹ ਇਮਾਨਦਾਰੀ ਨਾਲ ਕੰਮ ਕਰਦੇ, ਸੰਸਾਰ ਦੀ ਹਾਲਤ ਹੋਰ ਹੋਣੀ ਸੀ। ਸਿਸਟਮ ਤੋਂ ਕਿਵੇਂ ਬਚੋਗੇ? ਰਿਜ਼ਲਟ ਤੇ ਸਾਹਮਣੇ ਦਿਸ ਰਿਹਾ, ਪਰਿਵਾਰਾਂ ਦੇ ਰਿਜ਼ਲਟ ਸਾਹਮਣੇ ਦਿਸ ਰਹੇ ਨੇ, ਸਾਡੇ ਆਪਸੀ ਸੰਬੰਧਾਂ ਦੇ ਸਾਹਮਣੇ ਰਿਜ਼ਲਟ ਦਿਸ ਰਹੇ ਨੇ। ਅੰਦਰੋਂ ਹੋਰ ਤੇ ਬਾਹਰੋਂ ਹੋਰ। ਅਸੀਂ ਤੇ ਪਿਆਰ ਵੀ ਨਹੀਂ ਕਰ ਸਕਦੇ ਸੱਚਾ ਆਪਣੇ ਘਰਦਿਆਂ ਨਾਲ। ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏ। ਆਪ ਹੀ ਜੀਵਾਂ ਨੂੰ ਵਡਿਆਈ ਦੇ ਰਿਹਾ, ਆਪ ਹੀ ਜੀਵਾਂ ਤੋਂ ਕਰਮ ਕਰਾ ਰਿਹਾ। ਇਹ ਸਮਝ ਲੈਣਾ। ਇਹਨਾਂ ਚੀਜ਼ਾਂ ਦੀ ਵਿਆਖਿਆ ਅਸਾਂ ਗਲਤ ਕੀਤੀ ਹੈ ਤੇ ਲੋਕ ਸ਼ੰਕੇ ਕਰਨ ਲੱਗ ਗਏ ਕਿ ਜੇ ਰੱਬ ਆਪ ਹੀ ਕਰਾਂਦਾ ਫਿਰ ਸ਼ਰਾਬ ਪਿਆ ਰਿਹਾ ਤੇ ਮੇਰਾ ਉਸ ਕੀ ਦੋਸ਼ ਹੈ? ਰੱਬ ਆਪ ਹੀ ਰਿਸ਼ਵਤ ਦਵਾ ਰਿਹਾ, ਰਿਸ਼ਵਤ ਲੈ ਰਿਹਾ ਤੇ ਫਿਰ ਮੇਰਾ ਕੀ ਦੋਸ਼ ਹੈ? ਗੱਲ ਇਹ ਨਹੀਂ ਹੈ। ਗੱਲ ਇਹ ਹੈ ਕਿ ਰੱਬ ਦੀ ਸੱਤਿਆ ਨਾ ਸਾਡੇ ਅੰਦਰ ਜੀਵਨ, ਜੇ ਜੀਵਨ ਸੱਤਿਆ ਨਾ ਹੋਵੇ, ਫਿਰ ਤੁਸੀਂ ਆਪਣੇ ਬੱਚੇ ਨੂੰ ਕਾਰ ਲੈ ਕੇ ਦੇ ਦਿੱਤੀ, ਆਪ ਹੀ ਦਿੱਤੀ ਨਾ। ਡਰਾਈਵਿੰਗ ਲਾਇਸੈਂਸ ਜਦੋਂ ਉਹਨੂੰ ਦਵਾਇਆ ਤੇ ਤੁਸੀਂ ਫੀਸ ਆਪ ਹੀ ਭਰੀ ਨਾ, ਲੈਸਨ ਦੇ ਪੈਸੇ ਤੁਸੀਂ ਆਪ ਹੀ ਦਿੱਤੇ ਨਾ। ਪਰ ਹੁਣ ਜੇ ਬੱਚਾ ਕਾਰ ਗਲਤ ਚਲਾਏ ਤੇ ਫਿਰ ਤੁਹਾਡਾ ਦੋਸ਼ ਕੀ ਹੈ? ਬੱਚੇ ਨੂੰ ਚਾਹੀਦਾ ਨਾ ਟ੍ਰੈਫਿਕ ਰੂਲਾਂ ਦਾ ਪਾਲਨ ਕਰੇ। ਤਾਂ ਗੁਰੂ ਜੀ ਕਹਿੰਦੇ ਨੇ ਉਹ ਸਿਸਟਮ ਦੇ ਅੰਦਰ ਸਾਰਿਆਂ ਤੋਂ ਕਰਮ ਕਰਾ ਰਿਹਾ ਹੈ, ਸਿਸਟਮ ਦੇ ਅੰਦਰ ਵਡਿਆਈ ਦੇ ਰਿਹਾ ਹੈ। ਜੋ ਸਿਸਟਮ ਨੂੰ ਸਹੀ ਫੋਲੋ ਕਰੇਗਾ ਉਹ ਬੰਦਾ ਵਡਿਆਈ ਹਾਸਲ ਕਰ ਲਵੇਗਾ, ਤੇ ਜਿਹੜਾ ਸਿਸਟਮ ਨੂੰ ਫੋਲੋ ਨਹੀਂ ਕਰੇਗਾ ਰਹਿ ਜਾਏਗਾ। ਦੇਖੋ ਇੱਕ ਹੀ ਸਕੂਲ ਦੇ ਵਿੱਚ ਬੱਚੇ ਪੜ੍ਹ ਰਹੇ ਨੇ, ਇੱਕ ਟੀਚਰ ਪੜ੍ਹਾ ਰਿਹਾ ਹੈ, ਬਿਲਕੁਲ ਸਹੀ ਕਲਾਸਾਂ ਲੱਗ ਰਹੀਆਂ ਨੇ, ਕੋਈ ਵਿਤਕਰਾ ਨਹੀਂ, ਪਰ ਇੱਕ ਬੱਚਾ ਪਾਸ ਹੋ ਜਾਂਦਾ, ਇੱਕ ਫੇਲ ਹੋ ਜਾਂਦਾ। ਕਿਉਂ? ਕਿਉਂਕਿ ਇੱਕ ਨੇ ਉਸ ਸਿਸਟਮ ਨੂੰ ਫੋਲੋ ਕੀਤਾ ਸਹੀ, ਦੂਜੇ ਨੇ ਟੀਚਰ ਦੀ ਗੱਲ ਨਹੀਂ ਸੁਣੀ, ਉਹਨੇ ਧਿਆਨ ਨਹੀਂ ਦਿੱਤਾ, ਹੋਮਵਰਕ ਵਗੈਰਾ ਨਹੀਂ ਕੀਤਾ, ਫੇਲ ਹੋ ਗਿਆ। ਇਹ ਸਿਸਟਮ ਦੇ ਵਿੱਚ ਹੋ ਗਿਆ ਨਾ। ਇੱਕ ਨੂੰ ਵਡਿਆਈ ਮਿਲ ਗਈ, ਇੱਕ ਫੇਲ ਹੋ ਗਿਆ। ਇਸੇ ਤਰ੍ਹਾਂ ਇਹ ਸੰਸਾਰ ਜੀਵਨ ਜਿਹੜਾ ਹੈ ਇੱਕ ਸਿਸਟਮ ਦੇ ਵਿੱਚ ਹੈ, ਲਾ ਆਫ ਨੇਚਰ ਦੇ ਵਿੱਚ ਹੈ। ਉਸ ਲਾ ਆਫ ਨੇਚਰ ਦੇ ਵਿੱਚ ਹੀ ਕਿਸੇ ਨੂੰ ਵਡਿਆਈ ਔਰ ਕਿਸੇ ਨੂੰ ਜਿਹੜੀ ਹੈ ਨਮੋਸ਼ੀ ਮਿਲ ਜਾਂਦੀ ਹੈ। ਵੱਡੋ ਵੱਡਾ ਵੱਡ ਮੇਦਨੀ, ਵੱਡੋ ਵੱਡਾ ਦਾ ਮਤਲਬ ਵੱਡਿਆਂ ਤੋਂ ਵੱਡਾ, ਸਭ ਤੋਂ ਵੱਡਾ ਹੈ। ਵੱਡ ਮੇਦਨੀ, ਮੇਦਨੀ ਦਾ ਮਤਲਬ ਪ੍ਰਿਥਵੀ ਯਾਨੀ ਇਹ ਸ੍ਰਿਸ਼ਟੀ, ਇਹ ਰਚਨਾ। ਪ੍ਰਭੂ ਰੱਬ ਵੱਡਿਆਂ ਤੋਂ ਵੱਡਾ ਹੈ, ਉਸ ਤੋਂ ਵੱਡਾ ਕੋਈ ਨਹੀਂ।
ਉਹਦੀ ਇਹ ਸ੍ਰਿਸ਼ਟੀ ਬਹੁਤ ਵੱਡੀ ਹੈ। ਸਿਰੇ ਸਿਰ ਧੰਦੇ ਲਾਏਂਦਾ ਤੇ ਸਿਰ ਸਿਰ ਸਭ ਨੂੰ ਧੰਦੇ ਲਾਇਆ ਹੋਇਆ ਹੈ ਸਿਸਟਮ ਦੇ ਵਿੱਚ। ਧਰਤੀ ਧੰਦੇ ਲੱਗੀ ਹੈ ਨਾ, ਸੂਰਜ ਦੇ ਚਫੇਰੇ ਵੀ ਘੁੰਮ ਰਹੀ ਹੈ, ਆਪਣੀ ਧੁਰੀ ਤੇ ਵੀ ਘੁੰਮੀ ਜਾ ਰਹੀ ਹੈ। ਇੱਥੇ ਵਨਸਪਤੀ ਵੀ ਪੈਦਾ ਹੋਈ ਜਾ ਰਹੀ ਹੈ। ਤੋਂ ਖਾਣਾ ਚੋਂ ਪਦਾਰਥ, ਲਵਣੀਏ ਪਦਾਰਥ, ਛਾਰੀਏ ਪਦਾਰਥ, ਤੈਲੀਏ ਪਦਾਰਥ ਨਿਕਲੀ ਜਾ ਰਹੇ ਨੇ ਨਾ। ਮਨੁੱਖ ਮਾਤਰ ਧੰਦੇ ਵਿੱਚ ਲੱਗੇ ਨੇ, ਜੀਵ ਜੰਤ ਜੀਵਨ ਜੀ ਰਹੇ ਨੇ। ਸਿਰੇ ਸਿਰ ਦਾ ਮਤਲਬ ਕਿ ਹਰ ਬੰਦਾ, ਹਰ ਜੀਵ ਇਸ ਸਿਸਟਮ ਦੇ ਵਿੱਚ ਕੰਮ ਕਰੀ ਜਾ ਰਿਹਾ ਹੈ। ਹੁਣ ਕਹਿੰਦੇ ਨੇ ਨਜ਼ਰ ਉਪੱਠੀ ਜੇ ਕਰੇ, ਜੇ ਬੰਦਾ ਪੁੱਠੀ ਨਜ਼ਰ ਕਰ ਲਵੇ ਰੱਬ ਵੱਲੋਂ, ਸੁਲਤਾਨਾ ਕਹਾ ਕਰਾਏਂਦਾ, ਤੇ ਫਿਰ ਉਹ ਸੁਲਤਾਨਾ ਨੂੰ ਘਾਹ ਵੀ ਕਰਾ ਦੇ। ਰੱਬ ਨਜ਼ਰ ਪੁੱਠੀ ਕਰ ਲਵੇ। ਹੁਣ ਦੇਖੋ ਇਹ ਚੀਜ਼ ਸੋਚਣ ਵਾਲੀ ਹੈ ਕਿ ਰੱਬ ਜਿਹੜਾ ਦਿਆਲੂ ਹੈ, ਜਿਹੜਾ ਨਿਰਵੈਰ ਹੈ, ਉਹ ਨਜ਼ਰ ਪੁੱਠੀ ਕਿਵੇਂ ਕਰ ਸਕਦਾ? ਉਹ ਨਜ਼ਰ ਪੁੱਠੀ ਨਹੀਂ ਕਰਦਾ। ਉਹ ਤਾਂ ਹੈ ਹੀ ਨਿਰਵੈਰ। ਬਰਸਾਤ ਬਰਸਾ ਰਿਹਾ ਤੇ ਸਾਰਿਆਂ ਤੇ ਬਰਸਾ ਰਿਹਾ। 24 ਘੰਟੇ ਟਾਈਮ ਮੈਨੂੰ ਵੀ ਮਿਲਿਆ, ਤੁਹਾਨੂੰ ਵੀ ਮਿਲਿਆ, ਦਿਮਾਗ ਮੈਨੂੰ ਵੀ ਮਿਲਿਆ, ਤੁਹਾਨੂੰ ਵੀ ਮਿਲਿਆ। ਇਹ ਤੇ ਸਾਰਿਆਂ ਨੂੰ ਬਰਾਬਰ ਦੇ ਰਿਹਾ। ਫਿਰ ਨਜ਼ਰ ਪੁੱਠੀ ਕਿਵੇਂ ਹੋਊਗੀ? ਇਹ ਚੀਜ਼ ਸਮਝਣ ਵਾਲੀ ਹੈ। ਨਜ਼ਰ ਉਪੱਠੀ ਜੇ ਕਰੇ, ਜੇ ਪੁੱਠੀ ਨਜ਼ਰ ਹੋ ਜਾਏ ਤਾਂ ਸੁਲਤਾਨ ਜਿਹੜੇ ਨੇ, ਬਾਦਸ਼ਾਹ ਘਾਹ ਖੋਤਨ ਜੋਗੇ ਮਜਬੂਰ ਹੋ ਜਾਂਦੇ ਨੇ। ਭਾਵ ਕਿ ਉਹ ਦਿਵਾਲੀਏ ਹੋ ਜਾਂਦੇ ਨੇ। ਵੱਡੇ ਵੱਡੇ ਅਮੀਰ ਵੀ, ਬਾਦਸ਼ਾਹ ਵੀ ਕਿਵੇਂ ਹੋ ਜਾਂਦੇ? ਨਜ਼ਰ ਪੁੱਠੀ ਕੀ ਹੈ? ਦੇਖੋ ਸਾਡੇ ਸਾਹਮਣੇ, ਹੁਣ ਤੁਹਾਡੇ ਸਾਹਮਣੇ ਟੀਵੀ ਪਿਆ ਹੈ, ਤੁਹਾਡਾ ਫੋਨ ਪਿਆ ਹੈ, ਲੈਪਟਾਪ ਪਿਆ ਹੈ, ਸਾਰੇ ਵੀਰ ਭੈਣਾਂ ਕਲਾਸ ਵਿੱਚ ਦਿਸ ਰਹੇ ਨੇ ਨਾ। ਤੇ ਜੇ ਕੋਈ ਇੱਕ ਵੀਰ ਕਵੇ ਜੀ ਮੈਨੂੰ ਤੇ ਨਹੀਂ ਦਿਸ ਰਿਹਾ, ਤੇ ਉਹ ਇਸ ਸਕਰੀਨ ਵੱਲ ਪਿੱਠ ਕਰਕੇ ਬਹਿ ਜਾਏ, ਤਾਂ ਸਕਰੀਨ ਵਿੱਚ ਤੇ ਦਿਸ ਰਿਹਾ, ਤੂੰ ਆਪ ਪਿੱਠ ਕਰ ਲਈਏ। ਦੀਵਾ ਜਗ ਰਿਹਾ ਹੈ, 5 ਬੱਚੇ ਪੜ੍ਹ ਰਹੇ ਨੇ, ਦੀਵਾ ਚਾਨਣ ਦੇ ਰਿਹਾ ਹੈ, ਪਰ ਇੱਕ ਬੱਚੇ ਨੂੰ ਚਾਨਣ ਨਹੀਂ ਦੇ ਰਿਹਾ। ਇੱਕ ਬੱਚਾ ਕਹਿੰਦਾ ਵੀ ਦੀਵਾ ਮੈਂ ਤਾਂ ਨਹੀਂ ਮੰਨਦਾ, ਸਾਰਿਆਂ ਨੂੰ ਚਾਨਣ ਦਿੰਦਾ, ਮੈਨੂੰ ਤੇ ਚਾਨਣ ਨਹੀਂ ਦਿੰਦਾ, ਮੇਰੇ ਅੱਗੇ ਤੇ ਹਨੇਰਾ ਹੈ। ਤੇ ਹੈ ਵੀ ਹਨੇਰਾ। ਜਦੋਂ ਇੱਕ ਬਜ਼ੁਰਗ ਨੇ ਵੇਖਿਆ ਹੈ ਵੀ ਹਨੇਰਾ, ਉਹ ਕਹਿਣ ਲੱਗਾ ਭਲੇ ਬੱਚਿਆ, ਤੇਰਾ ਬੇਟਾ ਦੀਵੇ ਦਾ ਕਸੂਰ ਨਹੀਂ, ਕਸੂਰ ਤੇ ਤੇਰਾ ਦੀਵੇ ਵੱਲ ਪਿੱਠ ਕਰਕੇ ਬੈਠਾ। ਜਦੋਂ ਦੀਵੇ ਵੱਲ ਪਿੱਠ ਕਰੋਗੇ ਤੇ ਅੱਗੇ ਕੀ ਆ ਜਾਏਗਾ? ਹਨੇਰਾ ਆ ਜਾਏਗਾ ਨਾ। ਇਹਨੂੰ ਕਹਿੰਦੇ ਨੇ ਨਜ਼ਰ ਉਪੱਠੀ। ਗੁਰੂ ਦੇ ਚਰਨਾਂ ਵੱਲ ਤੁਹਾਡਾ ਧਿਆਨ ਹੈ, ਮੇਰਾ ਧਿਆਨ ਹੈ, ਅਸੀਂ ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਰਹੇ ਹਾਂ, ਤਾਂ ਸਾਡੀ ਜੀਵਨ ਵਿੱਚ ਖੁਸ਼ੀਆਂ ਨੇ। ਤੇ ਜੇ ਅਸੀਂ ਗੁਰੂ ਤੋਂ ਬੇਮੁਖ ਹੋ ਜਾਵੀਏ ਤੇ ਨਜ਼ਰ ਉਪੱਠੀ ਹੋ ਗਈ ਨਾ। ਸੱਚ ਨੂੰ ਛੱਡ ਦਈਏ ਤੇ ਸੱਚ ਵੱਲੋਂ ਅਸੀਂ ਪਿੱਠ ਫੇਰ ਲਈ ਨਾ। ਜਦੋਂ ਕੋਈ ਸੱਚ ਵੱਲੋਂ ਪਿੱਠ ਫੇਰ ਲੈਂਦਾ ਹੈ, ਬੇਮੁਖ ਹੋ ਜਾਂਦਾ ਹੈ, ਲਾ ਆਫ ਨੇਚਰ ਨੂੰ ਤੋੜਦਾ ਹੈ, ਰੱਬੀ ਰਜ਼ਾ ਤੋਂ ਬਾਹਰ ਤੁਰਦਾ ਹੈ, ਜਦੋਂ ਬੰਦਾ ਅੰਦਰੋਂ ਬਾਹਰੋਂ ਹੋਰ ਹੋ ਜਾਂਦਾ ਹੈ, ਉਦੋਂ ਫਿਰ ਸੁਲਤਾਨ ਵੀ ਘਾਹ ਖੋਤਣ ਲਈ ਮਜਬੂਰ ਹੋ ਜਾਂਦੇ ਨੇ। ਉਹਨਾਂ ਦੀਆਂ ਬਾਦਸ਼ਾਹੀਆਂ ਵੀ ਚੱਲੀਆਂ ਜਾਂਦੀਆਂ ਨੇ। ਸਿਸਟਮ ਹੀ ਹੈ ਨਾ। ਜਦੋਂ ਸਿਸਟਮ ਨੂੰ ਸਹੀ ਫੋਲੋ ਨਹੀਂ ਕਰੋਗੇ ਤੇ ਬਾਦਸ਼ਾਹੀਆਂ, ਮਹਾਰਾਜੇ ਰਣਜੀਤ ਸਿੰਘ ਦਾ ਕਿਹੜਾ ਜ਼ਬਰਦਸਤ ਰਾਜ, ਤੇ ਜਿਹੜੇ ਉਸ ਤੋਂ ਬਾਅਦ ਉੱਤਰਾਧਿਕਾਰੀ ਆਏ ਉਹ ਸਿਸਟਮ ਨੂੰ ਨਹੀਂ ਸੰਭਾਲ ਪਾਏ। ਥੋੜੇ ਦਿਨਾਂ ਦੇ ਵਿੱਚ ਸਾਰਾ ਕੁਝ ਖਤਮ ਹੋ ਗਿਆ ਨਾ। ਡੋਗਰਿਆਂ ਨੇ ਜਿਸ ਤਰ੍ਹਾਂ ਵੀ ਹੋਇਆ, ਵੱਡੇ ਵੱਡੇ ਵਪਾਰੀਆਂ ਨੇ ਚਲਾਏ ਹੁੰਦੇ ਨੇ। ਬੱਚਾ ਆਣ ਕੇ ਵਪਾਰ ਤੇ ਬਹਿੰਦਾ, ਉਹ ਸਿਸਟਮ ਨੂੰ ਫੋਲੋ ਨਹੀਂ ਕਰਦਾ, 4 ਦਿਨਾਂ ਦੇ ਵਿੱਚ ਵਪਾਰ ਫੇਲ ਕਰਕੇ ਧਰ ਦਿੰਦਾ। ਹੁਣ ਰੱਬ ਨੇ ਵਪਾਰ ਫੇਲ ਨਹੀਂ ਕੀਤਾ, ਕਿਉਂਕਿ ਉਸ ਬੰਦੇ ਨੇ ਹੀ ਸੱਚ ਵੱਲੋਂ ਮੁੱਖ ਮੋੜ ਲਿਆ। ਅਖੀਰ ਵਿੱਚ ਕਹਿੰਦੇ ਨੇ ਦਰ ਮੰਗਣ ਭਿੱਖ ਨਾ ਪਾਏ। ਫਿਰ ਐਸੇ ਜਿਹੜੇ ਲੋਕ ਨੇ ਦਰ ਦਰ ਦੇ ਉੱਤੇ ਮੰਗਦੇ ਨੇ, ਉਹਨਾਂ ਨੂੰ ਫਿਰ ਭੀਖ ਵੀ ਨਹੀਂ ਪੈਂਦੀ। ਭੀਖ ਕਿਵੇਂ ਪਵੇ? ਜੇ ਹੁਣ ਅਸੀਂ ਸੁੱਖਾਂ ਦੀ ਭੀਖ ਮੰਗੀ ਜਾਵੀਏ, ਰੱਬਾ ਸੁੱਖ ਦੇ, ਸੁੱਖ ਦੇ, ਤੇ ਕੰਮ ਕਰੀਏ ਪੁੱਠੇ, ਚੋਰੀਆਂ ਵੀ ਕਰੀਏ, ਨਸ਼ੇ ਵੀ ਵਰਤੀਏ, ਲੋਕਾਂ ਨੂੰ ਗਲੀਆਂ ਦੇ ਵਿੱਚ ਸ਼ਰਾਬਾਂ ਪੀ ਕੇ ਹਾਂਗਰੇ ਵੀ ਮਾਰੀਏ, ਤੇ ਰੱਬ ਸੁੱਖ ਕਿਵੇਂ ਦੇਵੇਗਾ? ਤੇ ਇਹ ਭੀਖ ਨਹੀਂ ਨਾ ਪੈ ਸਕਦੀ। ਸਾਨੂੰ ਰਿਕੁਆਇਰਮੈਂਟ ਪੂਰੀਆਂ ਕਰਨੀਆਂ ਪੈਣਗੀਆਂ। ਉਹ ਸਿਸਟਮ ਦੇ ਅੰਦਰ ਚੱਲਣਾ ਪਵੇਗਾ, ਫਿਰ ਉਹ ਸਿਸਟਮ ਦੇ ਅੰਦਰ ਸਭ ਕੁਝ ਮਿਲੇਗਾ। ਪਰ ਜੇ ਸਿਸਟਮ ਨੂੰ ਫੋਲੋ ਨਹੀਂ ਕਰੋਗੇ ਤੇ ਭੀਖ ਮੰਗੀ ਜਾਓ, ਫਿਰ ਪੱਲੇ ਨਹੀਂ ਕੁਝ ਪੈ ਸਕਦਾ। ਹੁਣ ਜੇ ਅਸੀਂ ਕਵੀ ਜਾਵੀਏ ਕਿ ਸਾਡੇ ਸੁਖੀ ਹੋਵੇ, ਸ਼ਾਂਤੀ ਹੋਵੇ, ਚੋਰੀਆਂ ਨਾ ਹੋਣ, ਇਹ ਕਹਿਣ ਨਾਲ ਥੋੜੀ ਹੋਣਾ ਵੀ ਰੱਬਾ ਸਾਡੇ ਤੇ ਸੁੱਖ ਦੇ। ਸਿਸਟਮ ਬਦਲਣਾ ਪਵੇਗਾ ਨਾ। ਰਾਜਨੀਤਿਕ ਲੋਕਾਂ ਨੂੰ ਸੋਚ ਬਦਲਣੀ ਪਵੇਗੀ, ਅਫਸਰਸ਼ਾਹੀ ਨੂੰ ਸੋਚ ਬਦਲਣੀ ਪਵੇਗੀ, ਧਾਰਮਿਕ ਲੋਕਾਂ ਨੂੰ ਸੋਚ ਬਦਲਣੀ ਪਵੇਗੀ, ਪਰਿਵਾਰਕ ਜ਼ਿੰਦਗੀ ਵਾਸਤੇ ਸੱਚ ਨੂੰ ਆਧਾਰ ਬਣਾਉਣਾ ਪਵੇਗਾ, ਆਤਮਿਕ ਜੀਵਨ ਜੀਣ ਲਈ ਸੋਚ ਬਦਲਣੀ ਪਵੇਗੀ। ਮੰਗਿਆ ਨਹੀਂ ਮਿਲਣਾ, ਕਰਿਆ ਮਿਲਣਾ। ਉਦਮ ਕਰੇਂਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਨ। ਤਾਂ ਅੱਜ ਦੇ ਇਸ ਸ਼ਲੋਕਾਂ ਦੇ ਵਿੱਚ
3 किस्म ਦੇ ਲੋਕਾਂ ਦੀ ਵਿਚਾਰ ਅਸਾਂ ਕੀਤੀ ਹੈ, ਰਾਜਨੀਤਿਕ ਔਰ ਜਿਹੜੇ ਧਾਰਮਿਕ ਪ੍ਰਚਾਰਕ ਵਗੈਰਾ ਨੇ ਜਾਂ ਪੁਜਾਰੀ ਨੇ ਔਰ ਇੱਕ ਅਫਸਰਸ਼ਾਹੀ ਵਗੈਰਾ। ਇਹ ਗੱਲ ਸਾਂਝੀ ਹੈ, ਜਨਤਾ ਤੇ ਵੀ ਪੂਰੀ ਉਤਰਦੀ ਹੈ, ਮੇਰੇ ਤੇ ਵੀ, ਤੁਹਾਡੇ ਤੇ ਵੀ। ਅਸੀਂ ਇਹਨਾਂ ਸਲੋਕਾਂ ਰਾਹੀਂ ਆਪਣੇ ਜੀਵਨ ਨੂੰ, ਆਪਣੀ ਮਾਨਸਿਕਤਾ ਨੂੰ ਪਰਖਣਾ ਹੈ ਕਿ ਅਸੀਂ ਕਿੱਥੇ ਖੜੇ ਹਾਂ, ਸਾਨੂੰ ਆਪਣੇ ਜੀਵਨ ਵਿੱਚ ਕੀ ਸੁਧਾਰ ਕਰਨ ਦੀ ਲੋੜ ਹੈ, ਕਿਹੜੇ ਸਾਡੇ ਵਿੱਚ ਔਗਣ ਨੇ ਉਹਨਾਂ ਨੂੰ ਦੂਰ ਕਰੀਏ, ਕਿਹੜੇ ਗੁਣਾਂ ਦੀ ਸਾਨੂੰ ਲੋੜ ਹੈ ਉਹਨਾਂ ਦੇ ਧਾਰਨੀ ਹੋਵੀਏ, ਨਹੀਂ ਤਾਂ ਜ਼ਿੰਦਗੀ ਵਿੱਚ ਪਛਤਾਵਾ ਹੋਵੇਗਾ। ਸਾਡੀ ਵੀ ਚੜ੍ਹਦੀ ਕਲਾ ਤਾਂ ਹੀ ਹੋਣੀ ਹੈ, ਪੰਥ ਦੀ ਵੀ ਚੜ੍ਹਦੀ ਕਲਾ ਤਾਂ ਹੀ ਹੋਣੀ ਹੈ। ਇਸ ਲਈ ਅਵਗੁਣ ਛੋੜ ਗੁਣਾ ਕੋ ਧਾਵੋ, ਕਰ ਅਵਗੁਣ ਪਛਤਾਹੀ ਜੀਓ। ਗੁਰੂ ਜੀ ਰਹਿਮਤ ਕਰਨ। ਮੈਂ ਇੰਨਾ ਕੁਛ ਕਹਿੰਦਾ ਖਿਮਾ ਦਾ ਜਾਚਕ ਹਾਂ। ਜਿਵੇਂ ਗੁਰੂ ਪਾਤਸ਼ਾਹ ਜੀ ਨੇ ਸੂਝ ਬਖਸ਼ਿਸ਼ ਕੀਤੀ, ਉਸ ਤਰ੍ਹਾਂ ਮੈਂ ਆਪ ਦੇ ਨਾਲ ਵਿਚਾਰ ਕੀਤੀ। ਹੋ ਸਕਦਾ ਹੈ ਕਈ ਥਾਵਾਂ ਤੇ ਆਪ ਸਹਿਮਤ ਨਾ ਹੋ, ਮੈਂ ਗਲਤ ਵੀ ਹੋ ਸਕਦਾ, ਕਿਉਂਕਿ ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ। ਆਪ ਉਹਨਾਂ ਗਲਤੀਆਂ ਦੀ ਮੁਆਫੀ ਬਖਸ਼ੋਗੇ ਔਰ ਗੁਰੂ ਸਾਹਿਬ ਜੀ ਬਖਸ਼ਣਹਾਰ ਨੇ, ਬਖਸ਼ਣਗੇ। ਹੁਣ ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ। ਮੇਰੇ ਵੱਲੋਂ ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਗਿਆਨੀ ਜੀ। ਅੱਜ ਦੀ ਆਸਾ ਕੀ ਵਾਰ ਦੀ ਜੋ ਵਿਚਾਰ ਹੋਈ ਹੈ ਉਹਦੇ ਵਿੱਚ ਅੱਜ ਬਹੁਤ ਬਹੁਤ ਖੁਲਾਸੇ ਹੋਏ ਆ। ਕੱਲ ਤੋਂ ਹੀ ਸ਼ੁਰੂ ਹੋ ਗਿਆ, ਵੈਸੇ ਤਾਂ ਸ਼ੁਰੂ ਤੋਂ ਹੀ ਹੋਏ ਆ, ਪਰ ਪਿਛਲੇ 2 ਦਿਨਾਂ ਦੇ ਵਿੱਚ ਵਿਚਾਰਧਾਰਾ ਜਿਹੜੀ ਸਾਡੇ ਨਾਲ ਕਨੈਕਟਡ ਹੈਗੀ ਆ, ਸਪੈਸ਼ਲੀ ਇਸ ਟਾਈਮ ਤੇ ਵੀ ਸਾਨੂੰ ਵਿਚਾਰਨ ਦੀ ਲੋੜ ਹੈਗੀ ਆ। ਜਿੱਦਾਂ ਭਾਈ ਸਾਹਿਬ ਨੇ ਕਿਹਾ ਕਿ ਕਾਸ਼ ਕੇ ਆਸਾ ਕੀ ਵਾਰ ਨੂੰ ਵਿਚਾਰਿਆ ਹੁੰਦਾ ਤਾਂ ਸ਼ਾਇਦ ਸਾਡੇ ਵਿੱਚ ਚੇਂਜ ਆ ਜਾਂਦੀ। ਆਪਾਂ ਪੜ੍ਹ ਹੀ ਲੈਂਦੇ ਆ ਪਰ ਵਿਚਾਰਦੇ ਨਹੀਂ। ਕੱਲ ਵੀ ਜਿਹੜੀ ਜਨੇਊ ਪਾਉਣ ਵਾਸਤੇ ਗੱਲ ਹੋਈ ਸੀਗੀ, ਤੇ ਉਹਦੇ ਵਿੱਚ ਵੀ ਥੋੜਾ ਜਿਹਾ ਤੁਸੀਂ ਵਿਚਾਰ ਕੇ ਦੇਖੋ ਕਿ ਅੱਜ ਤੋਂ 500 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਘਰ ਵੀ ਜਨੇਊ ਪਾਉਣ ਵਾਸਤੇ ਜਦੋਂ ਬ੍ਰਾਹਮਣ ਆਉਂਦਾ ਆ ਤਾਂ ਉਹਨਾਂ ਨੇ ਉੱਥੇ ਰਿਫਿਊਜ਼ ਕੀਤਾ ਲੌਜਿਕ ਲਾ ਕੇ। ਇੱਥੇ ਇੱਕ ਗੱਲ ਤਾਂ ਇਹ ਹੈ ਕਿ ਉਹਨਾਂ ਦੇ ਵੱਡੇ ਵਡੇਰਿਆਂ ਦੇ ਵਿੱਚ ਇੱਦਾਂ ਕੋਈ ਰੀਤੀ ਰਿਵਾਜ ਹੋਣਗੇ ਜਨੇਊ ਪਾਉਣ ਵਾਸਤੇ, ਪਰ ਗੁਰੂ ਨਾਨਕ ਸਾਹਿਬ ਨੇ ਛੋਟੀ ਉਮਰ ਦੇ ਵਿੱਚ ਹੀ ਉਹਦਾ ਰਿਫਿਊਜ਼ ਕੀਤਾ ਪਾਉਣ ਵਾਸਤੇ ਲੌਜਿਕ ਲਾ ਕੇ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਮੈਂ ਕਿਉਂ ਨਹੀਂ ਪਾਉਣਾ। ਮੈਂ ਸਮਝਦਾ ਹਾਂ ਵੀ ਇਹ ਜਿਹੜੀ ਵਿਚਾਰਧਾਰਾ ਸੀਗੀ, ਇਹਦੇ ਨਾਲ ਜਿਹੜੀ ਸਿੱਖੀ ਹੈ ਉੱਥੋਂ ਸ਼ੁਰੂਆਤ ਹੁੰਦੀ ਆ। ਮੈਂ ਸ਼ੋਰ ਹਾਂ ਕਿ ਹੋਰ ਵੀ ਬਹੁਤੀਆਂ ਜਿਹੜੀਆਂ ਘਟਨਾਵਾਂ ਸਾਡੇ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਆਈਆਂ ਜਿਨ੍ਹਾਂ ਤੇ ਉਹਨਾਂ ਨੇ ਉਟਾਂਕਣ ਕੀਤੇ ਆ ਤਾਂ ਇੱਕ ਨਵੀਂ ਵਿਚਾਰਧਾਰਾ ਸ਼ੁਰੂ ਕੀਤੀ ਆ। ਉੱਥੋਂ ਸਿੱਖੀ ਦੀ ਸ਼ੁਰੂਆਤ ਹੁੰਦੀ ਆ, ਹਾਂਜੀ। ਤੇ ਉਹਨਾਂ ਨੇ ਹਰੇਕ ਜਗ੍ਹਾ ਤੇ ਜਾ ਕੇ ਜਿੱਥੇ ਜਿੱਥੇ ਕੋਈ ਗਲਤ ਗੱਲ ਹੋ ਰਹੀ ਹੋ ਸੀ ਉੱਥੇ ਜਾ ਕੇ ਉਹਨਾਂ ਨੇ ਆਪਣੀ ਵਿਚਾਰਧਾਰਾ ਦਿੱਤੀ ਔਰ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਗਲਤ ਕਰ ਰਹੇ ਹੋ, ਠੀਕ ਹੈ ਜੀ। ਤੇ ਇਸ ਕਰਕੇ ਉਹ ਜਿਹੜੇ ਪੁਜਾਰੀ ਲਾਣਾ ਜਿਨ੍ਹਾਂ ਦੀ ਦੁਕਾਨ ਉਸ ਟਾਈਮ ਤੇ ਚੱਲ ਰਹੀ ਸੀਗੀ, ਉਹ ਓਬਵੀਅਸਲੀ ਉਹਨਾਂ ਦੇ ਵਿਰੋਧੀ ਹੋ ਗਏ ਉਸ ਟਾਈਮ ਤੇ ਉਹਨਾਂ ਦੀ ਗੁਰਬਾਣੀ, ਗੁਰੂ ਨਾਨਕ ਦੇਵ ਜੀ ਗੁਰਬਾਣੀ ਤੋਂ ਹੀ ਇਹ ਗੱਲ ਮਿਲਦੀ ਹੈ, ਜਿੱਥੇ ਉਹ ਕਹਿੰਦੇ ਆ ਨਾ ਕਿ ਕੋਈ ਆਖੇ ਪੂਤਨਾ ਕੋ ਕਹੇ ਬੇਤਾਲਾ। ਉਹਨਾਂ ਨੂੰ ਲਿਖਣਾ ਪਿਆ ਕਿਉਂਕਿ ਜਿਹੜਾ ਨਵੀਂ ਵਿਚਾਰ ਲੈ ਕੇ ਆਉਂਦਾ ਉਹਦਾ ਵਿਰੋਧ ਤਾਂ ਹੁੰਦਾ ਹੀ ਹੈ, ਹਾਂਜੀ। ਤੁਸੀਂ ਹੁਣ ਦੇਖ ਲਓ, ਜੇ ਕੋਈ ਆਪਣੀ ਜਿਹੜੀ ਚੱਲਦੀ ਮਰਿਆਦਾ ਜਾਂ ਕੁਛ ਵੀ ਆ ਉਹਦੇ ਵਾਸਤੇ ਤੁਸੀਂ ਆਪਣੀ ਕੋਈ ਵਿਚਾਰ ਦੇਣੀ ਚਾਹੁੰਦੇ ਆ ਲੌਜਿਕ ਦੇ ਨਾਲ ਸਾਰਾ ਕੁਛ, ਪਰ ਜਿਹੜੀ ਬੜੀ ਧਿਰ ਆ ਉਹ ਕਿੱਦਾਂ ਤੁਹਾਨੂੰ ਟਰੀਟ ਕਰਦੀ, ਡਾਂਗਾ ਲੈ ਕੇ ਵੀ ਆ ਕੇ ਤੁਹਾਨੂੰ ਚੌਧਾ ਲਾਉਣ ਵਾਸਤੇ ਆਉਂਦੀ ਹੈ, ਹਾਂਜੀ। ਇਸ ਕਰਕੇ ਤੁਸੀਂ ਸੋਚ ਕੇ ਦੇਖੋ ਕਿ ਉਹਨਾਂ ਟਾਈਮਾਂ 'ਤੇ ਜਦੋਂ ਡਿਕਟੇਟਰਸ਼ਿਪ ਸੀਗੀ, ਉਹਨਾਂ ਟਾਈਮਾਂ 'ਤੇ ਗੁਰੂ ਨਾਨਕ ਦੇਵ ਜੀ ਕਿੱਦਾਂ ਇੱਕ ਮਰਦ ਅਗੰਮੜੇ ਵਾਲੀ ਜਿਹੜੀ ਹੈਗੀ ਆ ਟਾਈਟਲ, ਉਹ ਉਹਨਾਂ ਨੇ ਉਸ ਟਾਈਮ ਤੇ ਦਿਖਾ ਲਿਆ। ਬਾਬਰ ਨੂੰ ਜਾਬਰ ਕਿਹਾ, ਹਾਂਜੀ, ਉਹਦੇ ਮੂੰਹ ਤੇ ਕਿਹਾ, ਹਾਂਜੀ। ਇਹਨਾਂ ਗੱਲਾਂ ਦੇ ਨਾਲ ਉਹਨਾਂ ਦਾ ਸਤਿਕਾਰ ਸਾਡੇ ਦਿਲ ਦੇ ਵਿੱਚ ਬਹੁਤ ਹੋਰ ਵੀ ਜ਼ਿਆਦਾ ਹੋ ਜਾਂਦਾ ਹੈ, ਹਾਂਜੀ। ਸੋ ਸਿੱਖੀ ਦੀ ਸ਼ੁਰੂਆਤ ਉਹਨਾਂ ਤੋਂ ਹੋਈ ਆ ਔਰ ਉਹਨਾਂ ਤੋਂ ਪਹਿਲਾਂ ਜੋ ਵੀ ਚੱਲਦਾ ਸੀਗਾ ਉਹਨਾਂ ਬਾਰੇ ਉਹਨਾਂ ਨੇ ਉਟਾਂਕਣ ਬਹੁਤ ਕੀਤੇ ਆ। ਅੱਜ ਦੀਆਂ ਜਿਹੜੀਆਂ ਗਾਹਾਂ ਦੀਆਂ ਵਿਚਾਰਾਂ ਕੀਤੀਆਂ ਆ ਉਹਨਾਂ ਦੇ ਵਿੱਚ ਦੇਖੋ ਤੁਸੀਂ, ਤੁਹਾਡੇ ਸਾਹਮਣੇ ਜਿੱਦਾਂ 3 ਤਰ੍ਹਾਂ ਦੇ ਲੋਕਾਂ ਦੀ ਗੱਲ ਕੀਤੀ ਆ। ਮਾਨਸ ਖਾਣੇ ਕਰੇ ਨਿਵਾਜ, ਮਾਨਸ ਖਾਣੇ, ਹਾਂਜੀ, ਕਰੇ ਨਿਵਾਜ, ਛੁਰੀ ਵਗਾਇਨ 3 ਗੱਲ ਤਾਗ, ਹਾਂਜੀ। ਤੇ ਬਾਕੀ ਗਾਹਾਂ ਜਿੱਦਾਂ ਮੱਥੇ ਟਿੱਕਾ ਤੇੜ ਧੋਤੀ ਖਾ ਖਾਏ, ਹੱਥ ਛੁਰੀ ਜਗਤ ਕਾ ਸਾਏ, ਕਿੱਦਾਂ ਜਾਣੀ ਉਹਨਾਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਉਸ ਟਾਈਮ ਤੇ, ਪਰ ਗੁਰੂ ਸਾਹਿਬ ਨੇ ਉਹਨਾਂ ਦਾ ਜਾਣੀ ਵਿਰੋਧ ਜ਼ਰੂਰ ਕੀਤਾ ਔਰ ਲਿਖ ਕੇ ਦੇ ਗਏ ਸਾਨੂੰ। ਪਰ ਸਾਨੂੰ ਵਿਚਾਰਨ ਦੀ ਇਹ ਲੋੜ ਹੈ ਕਿ ਅਸੀਂ ਹੁਣ ਉਸੇ ਤਰ੍ਹਾਂ ਆਪਾਂ ਉਹਨਾਂ ਦੇ ਚੁਗਲ ਦੇ ਵਿੱਚ ਤਾਂ ਨਹੀਂ ਨਾ ਫਸ ਰਹੇ। ਅੱਧੀਆਂ ਤੋਂ ਜ਼ਿਆਦਾ ਸਾਡੀਆਂ ਜਿਹੜੀਆਂ ਵਿਚਾਰਾਂ
ਪਲੱਸ ਸਾਡੇ ਜਿਹੜੇ ਰੋਜ਼ਾਨਾ ਕੰਮ ਆ ਉਹਨਾਂ ਦੇ ਵਿੱਚ ਹਿੰਦੂਇਜ਼ਮ ਵੀ ਚਮਕਦਾ ਹੀ ਆ, ਪਰ ਉਹ ਇਸ ਕਰਕੇ ਚਮਕਦਾ ਕਿਉਂਕਿ ਸਾਨੂੰ ਜਿਹੜੀ ਸਿੱਖਿਆ ਦਿੱਤੀ ਗਈ ਆ, ਸਾਡੀ ਸਿੱਖਿਆ ਦੇ ਸਾਡੇ ਲੀਡਰਸ਼ਿਪ ਦੇ ਵਿੱਚੋਂ ਉਹ ਖੁਦ ਵੀ ਇਹ ਤੋਂ ਬਚ ਨਹੀਂ ਸਕੇ। ਹਾਂਜੀ, 300-400 500 ਸਾਲ ਤਾਈਂ ਜਾਣੀ ਇਹ ਫੋਲੋ ਕਰਦਾ ਕਰਦਾ ਅਸੀਂ ਕਿੱਥੇ ਆ ਗਏ, ਅਸੀਂ ਸੋਚ ਵੀ ਨਹੀਂ ਸਕਦੇ ਵੀ ਅਸੀਂ ਇਹਦੇ ਸ਼ਿਕਾਰ ਹੋ ਰਹੇ ਹਾਂ ਜਾਂ ਹੋਏ ਹਾਂ। ਹਾਂਜੀ, ਸੋ ਆਸਾ ਕੀ ਵਾਰ ਦੇ ਵਿੱਚ ਅੱਗੇ ਜਾ ਕੇ ਵੀ ਹੋਰ ਬਹੁਤ ਖੁਲਾਸੇ ਹੋਣੇ ਆ। ਹਾਂਜੀ, ਜਿੱਥੇ ਜਿੱਥੇ ਉਹਨਾਂ ਨੂੰ ਲੱਗਾ ਉਹਨਾਂ ਨੇ ਉਟੰਕਨ ਕੀਤੇ, ਉਹਨਾਂ ਨੇ ਸਾਨੂੰ ਅਲਰਟ ਕੀਤਾ। ਸੋ ਆਓ, ਬਹੁਤ ਬਹੁਤ ਧੰਨਵਾਦ ਜੀ ਗਿਆਨੀ ਜੀ ਤੁਹਾਡਾ, ਤੇ ਸਰੋਤਿਆਂ ਦਾ ਵੀ ਧੰਨਵਾਦ, ਉਹਨਾਂ ਨੇ ਬਹੁਤ ਵਧੀਆ ਵਿਚਾਰ ਸੁਣੀ ਅੱਜ। ਤੇ ਤੁਸੀਂ ਮੈਂ ਚਾਹੁੰਦਾ ਆ ਕਿ ਤੁਸੀਂ ਵੀ ਅੱਜ ਦੀ ਵਿਚਾਰ ਦੇ ਵਿੱਚੋਂ ਆਪਣੇ ਆਪਣੇ ਵਿਚਾਰ ਜ਼ਰੂਰ ਦਿਓ, ਜਿੱਦਾਂ ਜਿੱਦਾਂ ਤੁਹਾਨੂੰ ਮਹਿਸੂਸ ਹੁੰਦਾ, ਤਾਂ ਕਿ ਗਿਆਨੀ ਜੀ ਨੂੰ ਵੀ ਪਤਾ ਲੱਗੇ ਕਿ ਤੁਸੀਂ ਸੁਣਦੇ ਆ ਔਰ ਆਪਣੀ ਜਿਹੜੀ ਵਿਚਾਰ ਆ, ਮਤਲਬ ਤੁਸੀਂ ਉਹਨਾਂ ਨਾਲ ਐਗਰੀ ਕਰਦੇ ਜਾਂ ਡਿਸਐਗਰੀ ਕਰਦੇ ਜਾਂ ਹੋਰ ਕੁਝ ਜਾਣਨਾ ਚਾਹੁੰਦੇ ਆ ਨਾ, ਤਾਂ ਤੁਸੀਂ ਜ਼ਰੂਰ ਪਲੀਜ਼ ਦੱਸਿਆ ਕਰੋ। ਆਪਾਂ ਹੁਣ ਅੱਜ ਸਾਡੇ ਨਾਲ ਕਾਫੀ ਸੰਗਤ ਜੁੜੀ, ਉਹ ਕੱਲ ਵੀ ਜੁੜੀ ਸੀਗੀ, ਇੱਦਾਂ ਹੀ ਜੁੜਦੇ ਰਹੋ ਤਾਂ ਨਾਲ, ਪਲੱਸ ਆਪਣੇ ਆਪਣੇ ਵਿਚਾਰ ਜ਼ਰੂਰ ਦਿਓ ਤਾਂ ਕਿ ਗਿਆਨੀ ਜੀ ਨੂੰ ਵੀ ਪਤਾ ਲੱਗੇ ਕਿ ਆਪਾਂ ਕਿੰਨੇ ਕੁ ਜੁੜੇ ਹਾਂ। ਹਾਂਜੀ, ਕਿੰਨਾ ਕੁ ਆਪਾਂ ਸਮਝਦੇ ਹਾਂ। ਤੇ ਹਮੇਸ਼ਾ ਦੀ ਤਰ੍ਹਾਂ ਮੈਂ ਕਹਿੰਦਾ ਹੁੰਦਾ ਕਿ ਤੁਸੀਂ ਅਨਮਿਊਟ ਹੋ ਜਾਓ। ਤੇ ਮੈਂ ਆਪਣੇ ਸੰਤੋਖ ਸਿੰਘ ਜੀ, ਤੁਸੀਂ ਅਨਮਿਊਟ ਹੋਏ, ਪਤਾ ਨਹੀਂ ਬਾਈ ਮਿਸਟੇਕ ਜਿਹਾ ਕਹਿੰਦਾ, ਜੇ ਤੁਸੀਂ ਕੋਈ ਗੱਲ ਕਰਨੀ ਆ ਤਾਂ ਤੁਸੀਂ ਆ ਜਾਓ। ਹਾਂਜੀ ਹਾਂਜੀ ਹਾਂਜੀ, ਕਰੋ ਜੀ, ਥੈਂਕ ਯੂ ਜੀ। ਗਿਆਨੀ ਜੀ ਗੱਲ ਕਰ ਰਹੇ ਸੀਗੇ ਕਿ ਧਾਰਮਿਕ ਵੀ ਮਾੜੇ ਆ ਤੇ ਰਾਜਨੀਤਿਕ ਵੀ ਮਾੜੇ ਆ। ਹਾਂਜੀ, ਤੇ ਇਹਦੇ ਵਿੱਚ ਜੇ ਇੰਨੇ ਮਾੜੇ ਨੇ ਲੋਕ, ਹਾਂਜੀ, ਜਿਹੜੇ ਧਰਮ ਦੀ ਗੱਲਾਂ ਕਰਕੇ ਵੀ, ਜਾਂ ਧਰਮ ਸਾਡੇ ਵਰਗੇ ਧਰਮ ਦੀਆਂ ਗੱਲਾਂ ਸੁਣ ਕੇ ਵੀ ਮਾੜੇ ਆ ਅਸੀਂ। ਤੇ ਗੁਰੂ ਸਾਹਿਬ ਨੇ ਸਾਰੀ ਜ਼ਿੰਦਗੀ ਸਾਨੂੰ ਸਮਝਾਉਣ ਨੂੰ ਲਾਤੀ, ਮਗਰ ਅਸੀਂ ਸਮਝੇ ਤਾਂ ਹੈ ਨਹੀਂ। ਸਾਡੇ ਮੁਲਕ ਦੇਖ ਲਓ, ਜਿੰਨਾ ਉੱਥੇ ਧਾਰਮਿਕ ਲੋਕ ਜਿਹੜੇ ਆਪਣੇ ਰਾਜਨੀਤਿਕ ਹੈ ਜਿੰਨਾ ਉਹ ਕਰਦੇ ਨੇ, ਮਤਲਬ ਹੇਰਾ ਫੇਰੀ, ਕੋਈ ਪੈਸਾ ਨਹੀਂ ਹੁੰਦਾ, ਸਡਨਲੀ ਉਹ 2 ਸਾਲਾਂ ਦੇ ਵਿੱਚ ਬੜੇ ਅਮੀਰ ਆਦਮੀ ਬਣ ਜਾਂਦੇ ਨੇ। ਹਾਂਜੀ, ਇਸ ਕਰਕੇ ਚਾਈਨਾ ਦੇ ਵਿੱਚ, ਮੇਰਾ ਕੋਈ ਸੱਜਣ ਮਿੱਤਰ ਹੈ ਚਾਈਨਾ, ਉਹ ਕਹਿੰਦਾ ਵੀ 90% ਚਾਈਨਾ ਦੇ ਵਿੱਚ ਕੋਈ ਧਰਮ ਵਾਲੇ ਲੋਕ ਹੈ ਨਹੀਂ। ਉੱਥੇ ਸਿਰਫ 5% ਹੈਗੇ ਨੇ ਮੁਸਲਮਾਨ ਤੇ 5% ਹੈਗੇ ਬੁੱਧ। ਹਾਂਜੀ, ਉਹ ਦੇਖ ਲਓ, ਉਹਨੇ 10-15 ਸਾਲਾਂ ਚ ਕਿੰਨੀ ਤਰੱਕੀ ਕਰ ਗਿਆ ਚਾਈਨਾ। ਹਾਂਜੀ, ਕੀ ਅਸੀਂ ਤਰੱਕੀ ਵੱਲ ਜਾ ਰਹੇ ਕਿ ਅਸੀਂ ਧਰਮੀ ਹੋ ਕੇ ਥੱਲੇ ਜਾ ਰਹੇ ਹਾਂ? ਗਿਆਨੀ ਜੀ ਪੁੱਛੋ। ਅਸਲ ਦੇ ਵਿੱਚ ਵੀਰ ਜੀ, ਜਿਹੜੀ ਸਾਡੀ ਧਾਰਮਿਕ ਪ੍ਰੋਬਲਮ ਹੈ ਨਾ, ਗੁਰੂ ਨਾਨਕ ਦੇਵ ਦੇ ਸਮੇਂ ਸੀ ਜਿਹੜੀ, ਉਹ ਅੱਜ ਵੀ ਹੈ, ਕਿਉਂਕਿ ਸਾਡੇ ਕੋਲ ਧਰਮ ਦੀ ਡੈਫੀਨੇਸ਼ਨ ਨਹੀਂ ਹੈ। ਅਸਲ ਧਰਮ ਇਹ ਹੈਗਾ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਸਾਡੀ ਜ਼ਿੰਦਗੀ ਦੇ ਵਿੱਚੋਂ ਸੱਚ ਅਲੋਪ ਹੋ ਗਿਆ, ਔਰ ਗੁਰੂ ਜੀ ਨੇ ਸ਼ੁਰੂ ਦੇ ਵਿੱਚ ਗੱਲ ਹੀ ਕਹੀ ਹੈ, ਦੇਖੋ, ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਵਿੱਚ ਰੱਬੀ ਗੁਣ ਦੱਸ ਕੇ ਫਿਰ ਜਪ ਬਾਣੀ ਦਾ ਨਾਮ ਤੇ ਸ਼ੁਰੂ ਕਰ ਰਹੇ ਨੇ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਤੇ ਅੱਗੇ ਸਾਨੂੰ ਗੋਲ ਦੇ ਰਹੇ ਨੇ ਕਿ ਸਚਿਆਰਾ ਹੋਈ ਹੈ। ਧਰਮ ਸੀ ਸਚਿਆਰ ਹੋਣਾ, ਅਸੀਂ ਧਰਮ ਨੂੰ ਪੂਜਾ ਪਾਠ ਸਮਝ ਬੈਠੇ ਹਾਂ, ਇੱਥੇ ਭੁੱਲ ਹੋਈ ਹੈ। ਜੇ ਚਾਈਨਾ ਨੇ ਤਰੱਕੀ ਕੀਤੀ ਹੈ ਤਾਂ ਉਹਨਾਂ ਨੇ ਕਿਸੇ ਚੀਜ਼ ਨੂੰ ਬੇਸ ਬਣਾਇਆ ਹੈ, ਔਰ ਉਸ ਬੇਸ ਨੂੰ ਬਣਾ ਕੇ ਬੇਈਮਾਨੀ ਜਾਂ ਕੁਛ ਵੀ ਰੋਕਿਆ। ਹੁਣ ਦੇਖੋ, ਆਪਾਂ ਇੰਗਲੈਂਡ ਵਿੱਚ ਬੈਠੇ ਹਾਂ ਤਾਂ ਇੱਥੇ ਹੁਣ ਨਾ ਮੈਸੇਜ ਆ ਰਿਹਾ ਸਰਕਾਰ ਵੱਲੋਂ ਕਿ ਜੇ ਮਤਲਬ ਕੋਈ ਬੰਦਾ ਕੋਰੋਨਾ ਦੇ ਵਿੱਚ ਫਸਿਆ ਹੈਗਾ, ਉਹਦੇ ਕੋਲ ਕਾਰੋਬਾਰ ਨਹੀਂ ਹੈਗਾ, ਉਹਦੇ ਕੋਲ ਕੰਮ ਨਹੀਂ, ਤਾਂ ਉਹ ਮੈਸੇਜ ਕਰ ਰਹੇ ਨੇ ਵੀ ਤੁਸੀਂ ਸਾਨੂੰ ਦੱਸੋ, ਤੁਹਾਨੂੰ ਕੋਈ 150 ਪਾਉਂਡ ਜਾਂ ਜੋ ਵੀ ਉਹ ਸਹਾਇਤਾ ਕਰਨਗੇ। ਧਰਮ ਹੋ ਗਿਆ ਨਾ, ਇਹੀ ਧਰਮ ਹੈ। ਤਾਂ ਧਰਮ ਦਾ ਮਤਲਬ ਸੀ ਸੱਚ ਨੂੰ ਬੇਸ ਬਣਾ ਕੇ ਜ਼ਿੰਦਗੀ ਜੀਵੀ ਜਾਵੇ। ਅਸੀਂ ਧਰਮ ਕਰਮ ਕਾਂਡਾਂ ਨੂੰ ਲੈ ਲਿਆ, ਜਿਨ੍ਹਾਂ ਚੀਜ਼ਾਂ ਦਾ ਗੁਰੂ ਨਾਨਕ ਦੇਵ ਨੇ ਖੰਡਨ ਕੀਤਾ ਸੀ, ਅੱਜ ਵੀ ਅਸੀਂ ਉਹਨਾਂ ਨੂੰ ਧਰਮ ਸਮਝ ਰਹੇ ਹਾਂ। ਇਹ ਸਾਡਾ ਭੁਲੇਖਾ ਹੈ। ਇਸ ਲਈ ਸਾਨੂੰ ਜ਼ਰੂਰਤ ਹੈ ਵੀ ਜੇ ਸੱਚ ਨੂੰ ਬੇਸ ਬਣਾ ਲੈਣ, ਰਾਜਨੀਤਿਕ ਵੀ, ਧਾਰਮਿਕ ਵੀ, ਅਫਸਰਸ਼ਾਹੀ ਵੀ, ਤਾਂ ਉਹ ਅਸਲੀ ਧਰਮੀ ਹੋ ਸਕਦੇ ਨੇ। ਨਿਰੇ ਪਹਿਨਾਵੇ ਦੇ ਨਾਲ ਧਰਮੀ ਬੰਦਾ ਨਹੀਂ ਹੁੰਦਾ, ਅਮਲ ਦੇ ਨਾਲ ਹੁੰਦਾ। ਅਸੀਂ ਸਿਰਫ ਪਹਿਨਾਵੇ ਤੇ ਜ਼ੋਰ ਦਿੰਦੇ। ਧੰਨਵਾਦ। ਅਸੀਂ ਗੁਰਦੁਆਰਾ, ਇੱਕ ਗੱਲ ਸਿਰਫ ਹੋ ਰਿਹਾ ਜੀ, ਅਸੀਂ ਗੁਰੂ ਘਰਾਂ 'ਚ, ਅਸੀਂ ਗ੍ਰੰਥੀ ਸਾਹਿਬ ਸਾਡੇ ਆਪਣੇ ਹਿੰਦੁਸਤਾਨ 'ਚ ਵੀ ਨੇ, ਇੰਡੀਆ ਵਿੱਚ ਵੀ ਰਹਿੰਦੇ ਨੇ, ਇੱਥੇ ਵੀ ਨੇ, ਮਗਰ ਅਸੀਂ ਸਾਡੇ ਪਿੰਡ ਦੇ ਵਿੱਚ ਜਿਹੜੇ ਗ੍ਰੰਥੀ ਸਾਹਿਬ ਆ, ਉਹਨਾਂ ਦਾ ਪਰਿਵਾਰ ਆ, 3 ਬੱਚੇ ਨੇ। ਉਹ ਇੱਕ ਗ੍ਰੰਥੀ ਸਾਹਿਬ ਨੇ, ਉਹਨੂੰ 7000 ਰੁਪਇਆ ਮਹੀਨੇ ਦਾ ਦਿੱਤਾ ਜਾਂਦਾ। 7000 ਦੇ ਵਿੱਚ ਉਹਨੂੰ ਆਪਣਾ ਖਰਚਾ ਵੀ ਕਰਨਾ, ਬੱਚਿਆਂ ਦੀ ਫੀਸ ਵੀ ਦੇਣੀ ਆ, ਤੇ ਨਾਲ ਉਹ ਮੋਟਰਸਾਈਕਲ ਵੀ ਉਹਦੇ ਕੋਲ ਆ, ਪੈਟਰੋਲ ਵੀ ਪਾਉਂਦਾ। ਤਾਂ ਉਹ ਵਿਚਾਰੇ ਦਾ ਕਿੱਦਾਂ ਸਰਦਾ ਹੋਊਗਾ? ਕੀ ਅਸੀਂ ਕੋਈ ਵਿਚਾਰਧਾਰਾ ਕੋਈ ਅੱਛੀ ਨਹੀਂ ਰੱਖ ਸਕਦੇ? ਕੋਈ 7000 ਦੇਖੋ ਦੇ ਰਹੇ ਨੇ ਤਨਖਾਹ, ਗ੍ਰੰਥੀ ਸਿੰਘ ਨੂੰ ਬਹੁਤ ਘੱਟ ਹੈ।
ਅਸੀਂ ਇੱਥੇ ਚੰਡੀਗੜ੍ਹ ਦੇਖਿਆ, ਉੱਥੇ ਜਥੇ ਦੀ ਰਾਗੀ ਜਥੇ ਦੀ 12-12 ਹਜ਼ਾਰ ਤਨਖਾਹ ਹੈ, 3 ਬੰਦਿਆਂ ਦੀ 12 ਹਜ਼ਾਰ ਤਨਖਾਹ ਹੈ। ਔਰ ਜਿਹੜੇ ਕੀਰਤਨ ਦੇ ਪੈਸੇ ਹੁੰਦੇ ਨੇ ਉਹ ਚੋਂ ਅੱਧੇ ਕਮੇਟੀ ਵਾਲੇ ਲੈ ਲੈਂਦੇ ਨੇ, ਉਹ ਬਾਕੀ ਤਿੰਨਾਂ ਨੇ ਵੰਡਣੇ ਨੇ। ਹੁਣ ਜਿਸ ਬੰਦੇ ਨੂੰ 4000 ਤਨਖਾਹ ਆ ਰਹੀ ਹੈ 12,000 ਚੋਂ, ਉਹਨੇ ਆਉਣ ਜਾਣ ਦਾ ਪੈਟਰੋਲ, ਯਾਨੀ ਕਹਿਣ ਦਾ ਮਤਲਬ ਸਾਨੂੰ ਇਧਰ ਧਿਆਨ ਦੇਣ ਦੀ ਜ਼ਰੂਰਤ ਹੈ ਟੋਟਲ ਸਿਸਟਮ ਵੱਲ। ਕਿ ਅਸੀਂ ਜੇ ਧਰਮ ਦੀ ਗੱਲ ਕਰੀਏ ਤਾਂ ਉਧਰ ਗੁਰਦੁਆਰਿਆਂ ਵਿੱਚ ਅਸੀਂ ਸਿਰਫ ਇਮਾਰਤਾਂ ਵਾਲੇ ਪਾਸੇ ਬਹੁਤ ਜ਼ਿਆਦਾ ਜ਼ੋਰ ਦੇ ਦਿੱਤਾ। ਮੇਰਾ ਕਦਾਚ ਭਾਵ ਨਹੀਂ ਕਿ ਅਸੀਂ ਇਮਾਰਤਾਂ ਵੱਲ ਧਿਆਨ ਨਾ ਦੇਈਏ, ਲੇਕਿਨ ਸਾਰੇ ਸਿਸਟਮ ਨੂੰ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ। ਇਹਨਾਂ ਦੋਸ਼ਾਂ ਨੂੰ ਦੂਰ ਕੀਤਾ ਜਾ ਸਕਦਾ, ਜੇ ਕਿਤੇ ਹੈ ਨਾ ਤੇ ਦੂਰ ਕੀਤਾ ਜਾ ਸਕਦਾ ਹੈ। ਵਿਸ਼ਾਲਤਾ ਜੇ ਅਸੀਂ ਆਪਣੇ ਵਿੱਚ ਲਈਏ ਹੋ ਸਕਦਾ ਹੈ। ਗ੍ਰੰਥੀ ਸਿੰਘ ਵੀਰ ਵੀ ਧਿਆਨ ਦੇਣ, ਜਿਹੜੀਆਂ ਉਹਨਾਂ ਵਿੱਚ ਕਮੀਆਂ ਨੇ ਦੂਰ ਕਰਨ, ਪ੍ਰਬੰਧਕ ਵੀ ਧਿਆਨ ਦੇਣ, ਸੰਗਤਾਂ ਵੀ, ਰਾਜਨੀਤਿਕ ਵੀ, ਸਾਰੇ ਲੋਕ ਇੱਧਰ ਧਿਆਨ ਦੇਣ ਤਾਂ ਹੋ ਸਕਦਾ ਕੋਈ ਬਹੁਤੀ ਵੱਡੀ ਸਮੱਸਿਆ ਨਹੀਂ ਹੈ। ਧੰਨਵਾਦ ਜੀ, ਬਿਲਕੁਲ ਸਹੀ ਗੱਲ ਹੈ, ਦੋਵੇਂ ਪਾਸੇ ਧਿਆਨ ਦੇਣ ਦੀ ਲੋੜ ਹੈ ਜੀ। ਵਿਰਕ ਸਾਹਿਬ ਤੁਸੀਂ ਅਨਮਿਊਟ ਹੋਇਆ ਵਾ, ਤੁਸੀਂ ਆਪਣੇ ਕੁਝ ਵਿਚਾਰ ਦੇਣੇ ਆ। ਆਜੋ USA ਤੋਂ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਬਾਬਾ ਜੀ, ਇਹ ਕਈ ਵਾਰੀ ਨਾ ਕੋਈ ਬੰਦਾ ਜਿੱਦਾਂ ਮੀਟ ਖਾਣ ਦੀ ਗੱਲ ਹੁੰਦੀ ਆ, ਉਹ ਇਹ ਤੁਕ ਲੈ ਕੇ ਆਉਂਦੇ ਆ ਵੀ ਭਾਖਿਆ ਦਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ। ਇਹ ਤੁਕ ਬਣਾ ਕੇ ਉਹ ਗੱਲ ਕਰਦੇ ਆ ਵੀ ਤੁਸੀਂ ਕੁੱਠਾ ਬੱਕਰਾ ਨਹੀਂ ਖਾਣਾ, ਦੂਜਾ ਮੀਟ ਖਾ ਸਕਦੇ ਆ। ਇਹ ਦੋਵੇਂ ਚੀਜ਼ਾਂ ਗਲਤ। ਫਿਰ ਇਹ ਦੇਖੋ ਬੇਟੇ, ਇਹਦੇ ਵਿੱਚ ਨਾ ਜਿਹੜਾ ਮੀਟ ਖਾਣ ਦਾ ਇੱਕ ਬਹੁਤ ਉਲਝਿਆ ਹੋਇਆ ਮਸਲਾ ਹੈ ਤੇ ਇਹਨੂੰ ਨਾ ਬਾਅਦ ਦੇ ਵਿੱਚ ਵਿਚਾਰਿਆ ਜਾ ਸਕਦਾ ਹੈ। ਆਪਣੇ ਖਾਣ ਵਾਲੇ ਕਈ ਜਾ ਰਹੇ ਨੇ ਵੀ ਅਸੀਂ ਖਾ ਸਕਦੇ ਹਾਂ, ਤੁਕਾਂ ਦਾ ਪ੍ਰਮਾਣ ਦੇਈ ਜਾ ਰਹੇ ਨੇ। ਬਾਬਾ ਜੀ, ਮੀਟ ਖਾਣ ਬਾਰੇ ਨਹੀਂ ਗੱਲ ਕੀਤੀ ਮੈਂ, ਇਹ ਤੁਕ ਬਾਰੇ ਗੱਲ ਕੀਤੀ। ਤੁਕ ਦਾ ਮਤਲਬ ਕੁਝ ਹੋਰ ਆ, ਉਹਨੂੰ ਯੂਜ਼ ਕਿਤੇ ਹੋਰ ਕਰਦੇ ਆ। ਇੱਥੇ ਤਾਂ ਭਾਖਿਆ ਦਾ ਕੁੱਠਾ ਬੱਕਰਾ ਖਾਣਾ ਮੈਂ ਵਿਆਖਿਆ ਕਰ ਹੀ ਚੁੱਕਾ ਵਾ ਨਾ, ਤਾਂ ਜਿਹੜੀ ਉਹ ਯੂਜ਼ ਕਰਦੇ ਨੇ ਉਹ ਗਲਤ ਯੂਜ਼ ਕਰ ਰਹੇ ਨੇ। ਦੇਖੋ, ਖਾਣ ਦਾ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੈ, ਪਰ ਇੱਥੇ ਖਾਣ ਨੂੰ ਵੀ ਧਰਮ ਦੇ ਨਾਲ ਜੋੜ ਲਿਆ ਗਿਆ ਕਿ ਇਹ ਜਿਹੜਾ ਜ਼ਿਬਾ ਕੀਤਾ ਹੋਇਆ ਜੀਵ ਹੈ, ਇਹਦੇ ਨਾਲ ਖੁਦਾ ਖੁਸ਼ ਹੋਏਗਾ, ਇਹਨੂੰ ਧਰਮ ਨਾਲ ਜੋੜ ਲਿਆ। ਇਸ ਲਈ ਖਾਣ ਪੀਣ ਦਾ ਧਰਮ ਦੇ ਨਾਲ ਕੋਈ ਸੰਬੰਧ ਨਹੀਂ। ਤਾਂ ਇਸ ਕਰਕੇ ਸਿੱਖ ਵਾਸਤੇ ਰਹਿਤ ਮਰਿਆਦਾ 'ਚ ਲਿਖਿਆ ਵੀ ਹਲਾਲ ਨਹੀਂ ਖਾਣਾ। ਝਟਕਾ ਮਤਲਬ ਹਲਾਲ ਨਹੀਂ ਖਾਣਾ, ਉਚੇਚੇ ਤੌਰ ਤੇ ਕਿਹਾ ਹੋਇਆ ਵੀ ਹਲਾਲ ਨਹੀਂ ਖਾਣਾ। ਬਾਕੀ ਮਤਲਬ ਤੁਸੀਂ, ਉਹ ਤੁਹਾਡੀ ਆਪਣੀ ਮਰਜ਼ੀ ਹੈ। ਰਹਿਤ ਮਰਿਆਦਾ ਜਦੋਂ ਧਿਆਨ ਨਾਲ ਪੜੋਗੇ ਨਾ ਤਾਂ ਉੱਥੇ ਕਿਹਾ ਵੀ ਕੁੱਠਾ ਨਹੀਂ ਖਾਣਾ। ਕੁੱਠਾ ਦਾ ਮਤਲਬ ਮੁਸਲਮਾਨੀ ਢੰਗ ਦੇ ਨਾਲ ਬਣਿਆ ਹੋਇਆ ਮੀਟ, ਕਿਉਂਕਿ ਉਹਨੂੰ ਧਰਮ ਦੇ ਨਾਲ ਜੋੜ ਲਿਆ। ਮੀਟ ਖਾਣਾ ਨਾ ਖਾਣਾ ਤੁਹਾਡੀ ਆਪਣੀ ਮਰਜ਼ੀ ਹੈ। ਹੁਣ ਜਿਸ ਤਰ੍ਹਾਂ ਹੁਣ ਮੇਰੀ ਗੱਲ ਸੁਣੋ, ਜਿਵੇਂ ਹੁਣ ਤੁਹਾਡੀ ਮੰਮੀ ਸੀ ਤੇ ਕਿੰਨੇ ਉਹ ਧਰਮੀ ਖਿਆਲਾਂ ਦੀ ਹੈ, ਤੇ ਜੇ ਉਹ ਨਾ ਉਹ ਮੀਟ ਮੂਟ ਤੁਸੀਂ ਉਹਨੂੰ ਖਵਾਉਂਦੇ, ਹੁਣ ਤੱਕ ਉਹਨੇ ਮਤਲਬ ਚੜਾਈ ਕਰਦਾ ਸੀ ਨਾ। ਤੇ ਜੇ ਡਾਕਟਰ ਦੱਸ ਰਿਹਾ ਖਾਣ ਦੀ ਲੋੜ, ਖਾ ਲਿਆ ਉਹਨੇ ਤੇ ਫਿਰ ਨੋ ਪ੍ਰੋਬਲਮ। ਇਹ ਤਾਂ ਆਪਣੀ ਮਰਜ਼ੀ ਹੈ ਵੀ ਤੁਹਾਡੀ ਸਿਹਤ ਅਲਾਉ ਕਰਦੇ, ਤਾਂ ਧਰਮ ਨਾਲ ਕੋਈ ਲੈਣਾ ਦੇਣਾ। ਮੀਟ ਖਾਣ ਬਾਰੇ ਤਾਂ ਮੈਂ ਗੱਲ ਨਹੀਂ ਕੀਤੀ, ਮੈਂ ਤੁਕ ਬਾਰੇ ਗੱਲ ਕੀਤੀ ਵੀ ਜਿਹੜੇ ਬੰਦੇ ਕਹਿੰਦੇ ਆ ਜਿਨ੍ਹਾਂ ਨੂੰ ਖਾਣ ਦਾ ਬਹਾਨਾ ਚਾਹੀਦਾ ਵੀ ਤੁਸੀਂ ਹਲਾਲ ਨਹੀਂ ਖਾਣਾ, ਝਟਕਾ ਖਾ ਸਕਦੇ ਆ, ਉਹਦੀ ਗੱਲ ਕਰਦਾ ਸੀ ਮੈਂ। ਤੁਕ ਜਗ੍ਹਾ ਯੂਜ਼ ਕਰਦੇ ਹਰ ਬੰਦਾ। ਤੁਕ ਤਾਂ ਬੇਟੇ ਮੈਂ ਵਿਆਖਿਆਨ ਕਰ ਹੀ ਦਿੱਤਾ ਹੈ ਵੀ ਉਹ ਇਹ ਲੋਕ ਕਹਿ ਰਹੇ ਨੇ ਵੀ ਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨੇ ਜਾਣਾ। ਇਹਦਾ ਮੀਨਿੰਗ ਇਹ ਹੈਗਾ ਵੀ ਜਿਹੜਾ ਉਸ ਟਾਈਮ ਦਾ ਪੁਜਾਰੀ ਹੈ ਔਰ ਉਸ ਟਾਈਪ ਦਾ ਹਾਕਮ ਸੀ ਜਿਹੜੇ ਤੁਰਕਾਂ ਦੇ ਥੱਲੇ ਕੰਮ ਕਰਦੇ ਸਨ, ਉਹਨਾਂ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਹਲਾਲ ਮਾਸ ਵੀ ਖਾ ਲੈਂਦੇ ਸਨ। ਲੇਕਿਨ ਘਰ ਆਣ ਕੇ ਕਰਨੇ ਵੀ ਸਾਡੇ ਚੌਂਕੇ ਤੇ ਕਿਸੇ ਨੇ ਜਾਣਾ, ਸਾਡਾ ਚੌਂਕਾ ਪਵਿੱਤਰ ਹੈ। ਯਾਨੀ ਦੋਗਲੀ ਜ਼ਿੰਦਗੀ ਦੀ ਗੱਲ ਕੀਤੀ ਜਾ ਰਹੀ ਹੈ ਇੱਥੇ। ਉਹ ਜਿਹੜੇ ਤੁਕ ਨੂੰ ਵਰਤਦੇ ਨੇ ਉਹ ਗਲਤ ਵਰਤਦੇ। ਇਸ ਲਈ ਕੋਈ ਵੀ ਜਿਹੜੀ ਤੁਕ ਹੈ ਨਾ ਜਾਂ ਲਾਈਨ ਹੈ, ਉਸ ਪੂਰੇ ਸ਼ਬਦ ਦੇ ਵਿੱਚ ਕਿਸ ਸੰਦਰਭ ਵਿੱਚ ਕਹੀਏ ਉਹ ਵੇਖਣਾ ਪਵੇਗਾ। ਜਦੋਂ ਕੱਲੀ ਕੱਲੀ ਤੁਕ ਲੈ ਕੇ ਅਸੀਂ ਗੱਲ ਕਰਦੇ ਹਾਂ ਫਿਰ ਨਹੀਂ ਬਣਦੀ। ਤੇ ਤੁਸੀਂ ਠੀਕ ਉਹ ਗਲਤ ਤੁਕ ਦਾ ਗਲਤ ਵਰਤਦੇ ਨੇ। ਧੰਨਵਾਦ। ਠੀਕ ਹੈ ਜੀ, ਥੈਂਕ ਯੂ ਜੀ ਵਿਰਕ ਸਾਹਿਬ। ਵੈਸੇ ਇਹ ਕਹਿੰਦੇ ਠੀਕ ਹੈ, ਜਿਨ੍ਹਾਂ ਨੇ ਤੁਹਾਡੇ ਤੇ ਉਟੰਕਣ ਕੋ ਕਰਨਾ ਹੁੰਦਾ ਤਾਂ ਉੱਥੇ ਇੱਕੋ ਹੀ ਤੁਕ ਤੁਹਾਡੇ ਮੂਹਰੇ ਲਿਆ ਕੇ ਰੱਖਦੇ ਆ। ਪੂਰੀ ਵਿਚਾਰ ਪੂਰੀ ਨਹੀਂ ਕੋਈ ਵੀ ਵਿਚਾਰਦਾ ਉਹਨਾਂ ਨੇ, ਕਿਉਂਕਿ ਤੁਹਾਨੂੰ ਕੋਈ ਝੂਠੇ ਬਣਾਉਣਾ ਹੁੰਦਾ ਜਾਂ ਕਿੱਦਾਂ। ਪੂਰੇ ਸ਼ਬਦ ਵਿੱਚ ਤੁਕ ਕੀ ਕਹਿ ਰਹੀ ਹੈ ਉਹ ਵੇਖਣਾ ਪਵੇਗਾ। ਬਿਲਕੁਲ ਜੀ, ਬਿਲਕੁਲ, ਥੈਂਕ ਯੂ। ਕੁਲਦੀਪ ਕੌਰ ਜੀ, ਤੁਸੀਂ ਵੀ ਅਨਮਿਊਟ ਆ। ਹਾਂਜੀ, ਤੁਸੀਂ ਆ ਜਾਓ। ਯਾਨੀ ਜੀ ਮੈਂ ਸਿਰਫ ਇਹ ਕਹਿਣਾ ਸੀ ਕਿ ਜਿੰਨੇ ਵੀ ਸਾਰੇ ਕੰਟਰੀ ਦੇਖ ਲਓ ਜਿਨ੍ਹਾਂ ਦੇ ਵਿੱਚ ਧਰਮ ਦਾ ਇੰਨਾ ਜ਼ਿਆਦਾ ਜ਼ੋਰ ਨਹੀਂ ਹੈ, ਉਹਨਾਂ ਸਾਰਿਆਂ ਨੇ ਬਹੁਤ ਤਰੱਕੀ ਕੀਤੀ ਆ। ਬਿਲਕੁਲ ਸਹੀ ਗੱਲ ਤੁਸੀਂ ਕਹਿ ਰਹੇ ਹੋ ਜੀ। ਸਾਰੇ ਮੁਲਕ ਦੇਖ ਲਓ ਜਿੱਥੇ ਧਰਮ ਦਾ ਸਾਡੇ ਮੁਲਕਾਂ ਵਾਂਗੂ ਜ਼ੋਰ ਨਹੀਂ ਹੈ, ਉਹਨਾਂ ਨੇ ਕਿੰਨੀ ਤਰੱਕੀ ਕੀਤੀ। ਅਸਲ ਦੇ ਵਿੱਚ ਨਾ ਸਾਨੂੰ ਇੱਕ ਭੁਲੇਖਾ ਪਿਆ ਹੈ। ਅਸਲ ਦੇ ਵਿੱਚ ਜਿੰਨਾ ਮੁਲਕਾਂ ਨੇ ਤਰੱਕੀ ਕੀਤੀ, ਸਹੀ ਧਰਮ ਹੈ ਹੀ ਉੱਥੇ।
ਕਿਉਂਕਿ ਧਰਮ ਦੀ ਡੈਫੀਨੇਸ਼ਨ ਹੈ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਤਾਂ ਅਸਲੀ ਧਰਮੀ ਇਹ ਲੋਕ ਨੇ ਜਿਨ੍ਹਾਂ ਨੇ ਸੱਚ ਨੂੰ ਬੇਸ ਬਣਾ ਕੇ ਤੇ ਮਨੁੱਖੀ ਫਰਜ਼ਾਂ ਨੂੰ ਪੂਰਿਆਂ ਕੀਤਾ ਹੈ। ਇਹਨਾਂ ਨੇ ਸੱਚ ਨੂੰ ਬੇਸ ਬਣਾਇਆ ਤੇ ਅਸੀਂ ਮਤਲਬ ਸੱਚ ਨੂੰ ਛੱਡਤਾ ਤੇ ਕਰਮ ਕਾਂਡਾਂ ਨੂੰ ਅਸੀਂ ਧਰਮ ਸਮਝ ਲਿਆ। ਉਹ ਸਾਡੀ ਡੈਫੀਨੇਸ਼ਨ ਦੀ ਪ੍ਰੋਬਲਮ ਹੈ। ਤੁਸੀਂ ਅਸੀਂ ਠੀਕ ਸੋਨਾ ਪੈਸਾ ਮੰਦਿਰਾਂ ਗੁਰਦੁਆਰਿਆਂ ਦੇ ਵਿੱਚ ਇਕੱਠਾ ਕਰਕੇ ਬਹਿ ਗਏ ਆ, ਉਹਦੇ ਉੱਤੇ ਬੈਠੇ ਆ, ਉਹਨੂੰ ਖਰਚਣਾ ਨਹੀਂ ਹੈ, ਉਹਨੂੰ ਉਹਦੀ ਕਿਸੇ ਤੋਂ ਸਹੀ ਲੈਣਾ ਨਹੀਂ ਹੈ। ਅਸਲ ਦੇ ਵਿੱਚ ਨਾ ਧਰਮ ਅਸਥਾਨ ਸਨ, ਸਿੱਖਿਆ ਕੇਂਦਰ, ਗੁਰੂਦੁਆਰੇ ਹੋਏ ਸੋਝੀ ਪਾਏ ਸੀ। ਇੱਥੋਂ ਸਹੀ ਸਿੱਖਿਆ ਮਿਲਣੀ ਚਾਹੀਦੀ ਸੀ, ਇਸ ਪੈਸੇ ਦਾ ਸਹੀ ਯੂਜ਼ ਕਰਨਾ ਚਾਹੀਦਾ ਸੀ, ਤਾਂ ਫਿਰ ਬੜਾ ਵਧੀਆ ਸੀ ਕੰਮ। ਗੁਰੂ ਨਾਨਕ ਦੇਵ ਜੀ ਨੇ ਦੇਖੋ ਜਿਹੜਾ ਦਸਵੰਧ ਦੀ ਰਕਮ ਆ ਰਹੀ ਉਹਦੇ ਨਾਲ ਕਰਤਾਰਪੁਰ ਨਗਰ ਵਸਾਇਆ ਹੈ, ਉੱਥੇ ਸਾਂਝਾ ਦਵਾਖਾਨਾ ਖੋਲਿਆ, ਉੱਥੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਹੈ। ਜੇ ਸਾਡੇ ਬਾਬੇ ਐਵੇਂ ਕਰਦੇ, ਉਹਨਾਂ ਕੋਲ ਪੈਸਾ ਤੇ ਬਹੁਤ ਜਿੰਨਾ ਮਰਜ਼ੀ ਦੇ ਦੇਣਗੇ, ਰੋਲ ਮਾਡਲ ਪਿੰਡ ਵਸਾਉਂਦੇ, ਉੱਥੇ ਸਿੱਖਿਆ ਕੇਂਦਰ ਹੁੰਦੇ, ਉੱਥੇ ਦੱਸਿਆ ਜਾਂਦਾ ਵੀ ਵੇ ਆਫ ਲਾਈਫ ਇਹ ਹੈਗੀ ਹੈ, ਐਵੇਂ ਤੁਹਾਡੀ ਜ਼ਿੰਦਗੀ ਚੰਗੀ ਹੋ ਸਕਦੀ ਹੈ, ਇਹ ਰੋਲ ਮਾਡਲ ਪਿੰਡ ਹੈ ਵੀ ਇਹੋ ਜਿਹੀ ਸਾਰੀ ਦੁਨੀਆ ਹੋ ਸਕਦੀ, ਇੱਧਰ ਯਤਨ ਕਰਨਾ ਸੀ। ਪਰ ਉਹਨਾਂ ਨੇ ਆਪਣੀਆਂ ਬਾਦਸ਼ਾਹੀਆਂ ਬਣਾ ਲਈਆਂ। ਇੱਧਰ ਧਿਆਨ ਦੇਣ ਦੀ ਲੋੜ ਹੈ, ਹੋ ਸਕਦਾ ਬਹੁਤ ਕੁਛ। ਧੰਨਵਾਦ ਤੁਹਾਡਾ। ਕਿਹਨਾਂ ਨੇ ਕਰਨਾ? ਜਿਹੜੇ ਮੁਗਲਾਂ ਤੋਂ ਵੀ ਪਹਿਲਾਂ ਦੇ ਸੋਨੇ ਮੰਦਿਰਾਂ 'ਚ ਲੈ ਕੇ ਬੈਠੇ ਆ, ਹਾਲੇ ਤੱਕ ਵੀ ਲਾਗੇ ਨਹੀਂ ਲੱਗਣ ਦਿੰਦੇ। ਉਹਨਾਂ ਨੇ ਭੈਣ ਇਹ ਸਾਰਾ ਕੰਮ ਕਰਨਾ ਹੈ ਭੈਣ ਕੁਲਦੀਪ ਸਿੰਘ ਨੇ ਤੇ ਵੀਰ ਮੋਹਨ ਸਿੰਘ ਨੇ ਤੇ ਆ ਬਾਕੀ ਕਲਾਸ ਇਹਨਾਂ ਨੇ ਕਰਨਾ ਹੈ। ਇਹਨਾਂ ਨੇ ਕਰਨਾ, ਆਪਣੀ ਜ਼ਿੰਮੇਵਾਰੀ ਗੱਲਾਂ ਨਾਲ ਕੁਝ ਨਹੀਂ ਹੋਣਾ। ਸਾਨੂੰ ਸਾਰਿਆਂ ਨੂੰ, ਕੁਲਦੀਪ ਕੌਰ ਭੈਣ ਸਾਡੀ ਹੋਏਗੀ ਪ੍ਰਧਾਨ, ਅਸੀਂ ਤੁਹਾਡੇ ਅੰਡਰ ਕੰਮ ਕਰਾਂਗੇ, ਤੁਸੀਂ ਸਾਡੀ ਅਗਵਾਈ ਕਰੋਗੇ, ਅਸੀਂ ਤੁਹਾਡਾ ਸਾਥ ਦੇਵਾਂਗੇ। ਪਰ ਅੱਗੇ ਆਓ ਸਾਰੇ, ਮੈਂ ਵੀ ਤੁਸੀਂ ਵੀ ਸਾਰੇ ਵੀਰ ਨਾ, ਅਸੀਂ ਕਰਨਾ ਹੈ, ਉਹਨਾਂ ਨੇ ਕੁਝ ਨਹੀਂ ਕਰਨਾ, ਉਹ ਤੇ ਕੁੰਡਲੀ ਮਾਰ ਕੇ ਬੈਠੇ ਨੇ। ਬਿਲਕੁਲ ਸਿਸਟਮ ਵਿੱਚ ਚੇਂਜਿੰਗ ਸਾਨੂੰ ਲਿਆਉਣੀ ਪੈਣੀ ਹੈ। ਇੱਕ ਦੇਖੋ, ਇੱਕ ਨਾ ਸ਼ੇਰ ਆਪਣਾ ਸੋਹਣ ਸਿੰਘ ਸ਼ੀਤਲ ਇੱਕ ਸ਼ੇਰ ਬੋਲਦੇ ਹੁੰਦੇ ਸੀ, ਉਹ ਕਹਿੰਦੇ ਹੁੰਦੇ ਸੀ, ਏਕ वो है जो बदलते हैं जमाने के साथ साथ, मर्द वो है जो जमाने को बदल देते हैं। ਤਾਂ ਜਮਾਨੇ ਨੂੰ ਅਸੀਂ ਬਦਲਣਾ ਹੈ, ਆਪਣੇ ਜੀਵਨ ਨੂੰ ਅਸੀਂ ਬਦਲਣਾ, ਅਸੀਂ ਯਤਨ ਕਰੀਏ ਰਲ ਕੇ ਸਾਰੇ। ਠੀਕ ਹੈ, ਧੰਨਵਾਦ। ਬਦਲਾਂਗੇ ਬ੍ਰਾਹਮਣਾਂ ਨੂੰ ਕਿੱਦਾਂ ਬਣਾਂਗੇ ਜਿਹੜਾ ਇੰਨਾ ਸੋਨਾ ਲੈ ਕੇ ਮੰਦਿਰਾਂ 'ਚ ਬੈਠੇ ਆ? ਭੈਣ ਮੇਰੀ ਗੱਲ ਸੁਣੋ, ਸੋਨਾ ਦਿੱਤਾ ਕਿੰਨੇ ਵੇ? ਸਾਡੇ ਬਾਬੇ ਇੱਕ ਮੇਰੇ ਖਿਆਲ ਚ 1,65,000 ਸਾਡੇ ਬਾਬੇ ਨੇ 72,65,000 ਸੰਤ ਨੇ ਇੰਡੀਆ 'ਚ। ਉਹਨਾਂ ਨੂੰ ਸੋਨਾ ਤੁਹਾਡੇ ਵਰਗੀਆਂ ਭੈਣਾਂ ਨੇ ਦਿੱਤਾ ਹੈ, ਮੇਰੇ ਵਰਗੇ ਵੀਰਾਂ ਨੇ ਦਿੱਤਾ ਹੈ। ਮੈਂ ਕਦੀ ਨਹੀਂ ਦਿੱਤਾ। ਅਨੂ ਸੁਚੇਤ ਹੋ, ਸਮਝੇ ਨਹੀਂ ਗੱਲ, ਤੁਹਾਡੀ ਨਹੀਂ ਹੈਗੀ, ਅਸੀਂ ਦਿੱਤਾ ਨਾ, ਤੁਸੀਂ ਨਹੀਂ ਦਿੱਤਾ, ਤੁਹਾਡੇ ਹੋਰ ਭੂਆ ਨੇ ਦਿੱਤਾ, ਤੁਹਾਡੀ ਮਾਸੀ ਨੇ ਦਿੱਤਾ, ਮੇਰੇ ਚਾਚੇ ਨੇ ਦਿੱਤਾ, ਕਿਸੇ ਨੇ, ਅਸੀਂ ਦਿੱਤਾ ਹੈ। ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਬਾਣੀ ਆਪ ਪੜ੍ਹੋ, ਗੁਰਬਾਣੀ ਮੁਤਾਬਕ ਚੱਲ ਕੇ ਇੱਕ ਨਵਾਂ ਆਈਡੀਆ ਦੁਨੀਆ ਦੇ ਅੰਦਰ ਪੇਸ਼ ਕਰੋ, ਔਰ ਤੁਸੀਂ ਕੋਈ ਐਸੀ ਸੰਸਥਾ ਤਿਆਰ ਕਰੋ ਜਿੱਥੇ ਉਹ ਚੀਜ਼ਾਂ ਹੋਣ। ਤੁਸੀਂ ਇੱਕ ਗੁਰਦੁਆਰਾ ਤਿਆਰ ਕਰ ਲਓ, ਜਿਵੇਂ ਆਪਣਾ ਗੁਰਦੁਆਰਾ ਹੈ, ਇਹ ਗੁਰਦੁਆਰਾ ਹੈ, ਤਾਂ ਗੁਰਦੁਆਰਾ ਐਸਾ ਤਿਆਰ ਕਰ ਲਓ, ਉੱਥੇ ਇੱਕ ਐਸਾ ਪ੍ਰਬੰਧ ਦੇ ਦਿਓ, ਦੁਨੀਆ ਵੇਖੇ ਵੀ ਯਾਰ ਕਮਾਲ ਦੀ ਗੱਲ ਹੈ। 5-7-10 ਘਰ ਮਿਲ ਕੇ ਤਿਆਰ ਕਰ ਲਓ, 2-4 ਬੰਦੇ ਕਰ ਲਓ, ਆ ਕਲਾਸ ਵਾਲੇ ਮਿਲ ਕੇ ਕਰ ਲਓ, ਹੋ ਸਕਦਾ। ਲੇਕਿਨ ਕਰੋ, ਅੰਦਰੋਂ ਬਾਹਰੋਂ ਮਨ ਬਚਨ ਕਰਮ ਕਰਕੇ ਇੱਕ ਹੋ, ਕਰੋ, ਹੋ ਜਾਏਗਾ। ਆਪਣੇ ਆਪ ਨੂੰ ਚੇਂਜ ਕਰਨ ਦੀ ਲੋੜ ਹੈ ਜੀ, ਮੇਨ ਚੀਜ਼। ਜੇ ਇਕੱਲੇ ਇੰਡੀਵਿਜੂਅਲ ਅਸੀਂ ਆਪਣਾ ਥੋੜਾ ਬਹੁਤਾ ਵੀ ਚੇਂਜ ਕਰੀਏ, ਇੱਕ ਤਾਂ ਸਾਨੂੰ ਫਾਇਦਾ ਹੋ ਜਾਊਗਾ ਵੀ ਜਿੱਦਾਂ ਤੁਸੀਂ ਕਿਹਾ ਸੋਨਾ ਕੇ ਚੜਾਉਣ ਵਾਲੇ ਵੀ ਤਾਂ ਅਸੀਂ ਆ। ਇੱਕ ਤਾਂ ਸੋਨਾ ਸਾਡੇ ਕੋਲ ਰਹਿ ਜਾਊ, ਪੈਸਾ ਵੀ ਸਾਡੇ ਕੋਲ ਰਹਿ ਜਾਊ, ਉਹਨੂੰ ਕਿੱਥੇ ਲਾਉਣਾ ਉਹਦੇ ਬਾਰੇ ਵਿਚਾਰ ਕਰਕੇ ਤੁਸੀਂ ਚੰਗੇ ਕੰਮ ਤੇ ਲਾਓ। ਹੈ ਜੀ, ਪਹਿਲਾਂ ਤਾਂ ਆਪਣੇ ਫਰਜ਼ ਪਛਾਣੋ, ਆਪਣੇ ਟੱਬਰ ਨੂੰ, ਆਪਣੇ ਸਾਰੇ ਫੈਮਿਲੀ ਨੂੰ, ਉਹ ਤੇ ਗਾਹਾਂ ਫਿਰ ਕਿਸੇ ਦਾ ਤੁਸੀਂ ਕਰ ਸਕਦੇ ਆ, ਫਿਰ ਤੁਸੀਂ ਉੱਤੇ ਸ਼ੁਰੂ ਕਰੋ। ਆਪਣਾ ਤੇ ਅਸੀਂ ਕਰਦੇ ਹੀ ਪਏ ਆ, ਪਰ ਹੋਰਾਂ ਨੂੰ ਹੁਣ ਕਿੱਦਾਂ ਕਰੀਏ? ਜਿੱਦਾਂ ਹੁਣ ਮੰਦਿਰਾਂ ਦੇ ਵਿੱਚ ਇੰਨਾ ਜਿੰਨਾ ਪੈਸਾ ਪਿਆ, ਸਾਰਾ ਇੰਡੀਆ ਸਵਾਰ ਸਕਦਾ। ਭੈਣ ਜੀ ਉਹਦੇ ਬਾਰੇ ਤਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ, ਉਹਦੇ ਬਾਰੇ ਕੁਝ ਨਹੀਂ। ਜਿਹੜਾ ਗਾਹਾਂ ਦਾ ਹੁਣ ਤਾਂ ਸਟਾਪ ਲਾ ਦਈਏ ਨਾ, ਅਸੀਂ ਸਟਾਪ ਲਾ ਦਈਏ, ਉਹਨੂੰ ਗਾਹਾਂ ਨਾ ਤੋਰੀਏ। ਇਸ ਕਰਕੇ ਅੱਜ ਤੋਂ ਹੀ ਪ੍ਰਣ ਕਰ ਲਈਏ ਜੀ, ਆਪਣੇ ਆਪ ਨੂੰ ਰੋਕ ਲਈਏ। ਜਿਹੜਾ ਕੋਈ ਕਰਦਾ ਉਹਨੂੰ ਆਪਣੇ, ਜੇ ਸਾਡਾ ਕੋਈ ਬਣਦਾ ਹੈ, ਸਾਡਾ ਫਰਜ਼ ਬਣਦਾ, ਜਾਂ ਅਸੀਂ ਉਹਨਾਂ ਦੇ ਨਾਲ ਕੋਈ ਗੱਲਬਾਤ ਕਰ ਸਕਦੇ ਹਾਂ, ਤਾਂ ਉਹਨਾਂ ਨੂੰ ਸਟਾਪ ਕਰਨ ਦੀ ਕੋਸ਼ਿਸ਼ ਕਰੀਏ। ਪਰ ਘੱਟੋ ਘੱਟ ਪਹਿਲਾਂ ਅਸੀਂ ਆਪਣੇ ਆਪ ਨੂੰ ਰੋਕੀਏ। ਤੁਸੀਂ ਆਪ ਰੋਲ ਮਾਡਲ ਬਣੋ, ਲੋਕ ਤੁਹਾਡੇ ਵਰਗਾ ਬਣਨਾ ਚਾਹਣ, ਇਸ ਚੀਜ਼ ਦਾ ਪ੍ਰਚਾਰ ਵੀ ਕਰੋ, ਲੇਕਿਨ ਉਹ ਪ੍ਰਚਾਰ ਤੁਹਾਡੀ ਮੇਰੀ ਜ਼ਿੰਦਗੀ ਦੇ ਵਿੱਚੋਂ ਚੱਲ ਕੇ ਦੇਖੋ। ਕਈ ਕਹਿੰਦੇ ਨੇ RSS ਨੇ ਆ ਕਰਤਾ, ਫਲਾਣੇ ਨੇ, ਪ੍ਰਬੰਧਕ ਖਾ ਗਏ, ਅਕਾਲੀ ਕਰ ਗਏ। ਮੈਨੂੰ ਆਪਣੀ ਜ਼ਿੰਦਗੀ ਜੀਂਦਿਆਂ ਗੁਰਮਤ ਅਨੁਸਾਰ ਕਾਫੀ ਨੇੜੇ ਮੈਂ ਜੀਵੀ ਹੈ। ਮੈਂ ਬੱਚਿਆਂ ਦੀ ਸ਼ਾਦੀ ਕੀਤੀ, ਮੈਨੂੰ ਨਾ ਕਿਸੇ RSS ਨੇ ਕਿਹਾ, ਨਾ ਅਕਾਲੀਆਂ ਨੇ ਕਿਹਾ ਵੀ ਤੂੰ ਪੱਲੇ ਵਾਲਾ ਸ਼ਬਦ ਪੜ੍ਹ, ਅਸੀਂ ਨਹੀਂ ਪੜ੍ਹਿਆ, ਨਾ ਅਸੀਂ ਮਿਲਣੀ, ਨਾ ਅਸੀਂ ਕੁਛ ਵੀ ਨਹੀਂ ਕੀਤਾ। ਤੁਹਾਨੂੰ ਕੋਈ ਨਹੀਂ ਮਜਬੂਰ ਕਰਦਾ, ਅਸੀਂ ਆਪ ਜਨਤਾ ਨਾ ਆਪ ਫਸਦੀ ਹੈ। ਅੱਜ ਸਾਨੂੰ ਲੋੜ ਹੈ ਕਿ ਅਸੀਂ ਗੁਰਬਾਣੀ ਨੂੰ ਸਮਝੀਏ, ਨਿਰਾ ਪੜ੍ਹ ਕੇ ਨਾ, ਸਮਝ ਕੇ ਅਮਲ ਕਰੀਏ ਸਾਰੇ, ਤਾਂ ਇਹ ਜ਼ਿੰਦਗੀ ਦੁਨੀਆ ਨੂੰ ਬਦਲਣ ਦੀ
ਕੋਈ ਐਸੀ ਉਹ ਨਹੀਂ ਕਿ ਤੁਸੀਂ ਨਾ ਬਦਲ ਪਾਓ, ਬਦਲ ਸਕਦੇ ਹੋ, ਤੁਸੀਂ ਆਪਣੀ ਯਤਨ ਕਰੋ, ਕੁਝ ਵੀ ਇੰਪੋਸੀਬਲ ਨਹੀਂ ਹੈ। ਸਹੀ ਗੱਲ ਹੈ ਜੀ, ਮਿਹਰਬਾਨੀ ਜੀ ਤੁਹਾਡਾ। ਹਰਨੇਕ ਸਿੰਘ ਜੀ ਤੁਸੀਂ ਅਨਮਿਊਟ ਆ, ਉਹਦੇ ਬਾਅਦ ਮੈਂ ਸਤਨਾਮ ਸਿੰਘ ਨਾਗਰਾ ਕੋ, ਸਤਿੰਦਰ ਸਿੰਘ ਕੋ ਆਊਂਗਾ। ਹਾਂਜੀ ਹਰਨੇਕ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਫਤਿਹ ਜੀ। ਬਹੁਤ ਵਧੀਆ ਤਰੀਕੇ ਨਾਲ ਤੁਸੀਂ ਉਦਾਹਰਨਾਂ ਦਿੱਤੀਆਂ, ਬਹੁਤ ਸੁਚੱਜੇ ਤਰੀਕੇ ਨਾਲ ਸਾਨੂੰ ਸਮਝਾਇਆ ਹੈਗਾ ਤੇ ਬਹੁਤ ਰੂਹ ਖੁਸ਼ ਹੁੰਦੀ ਆ। ਤੇ ਜਿਹੜਾ ਤੁਸੀਂ ਆਪਣੇ ਬ੍ਰਾਹਮਣ ਜਾਂ ਪਖੰਡੀ ਪੁਜਾਰੀਆਂ ਬਾਰੇ ਕਿਹਾ ਆ, ਜਿਹੜੀ ਦੇਖੋ ਹੁਣ 550 ਸਾਲ ਹੋ ਗਿਆ ਗੁਰੂ ਨਾਨਕ ਦੇਵ ਜੀ ਨੇ ਇੰਨੇ ਸਮਝਾਇਆ ਸਾਰਿਆਂ ਨੂੰ, ਉਦੋਂ ਤੋਂ ਚੱਲਿਆ ਆ ਰਿਹਾ। ਹੁਣ ਇਸ ਵੇਲੇ ਵੈਲ ਐਜੂਕੇਟਡ ਸਾਰੀ ਜਿਹੜੀ ਪਬਲਿਕ ਆ, ਉਦੋਂ 500 ਸਾਲ ਤੋਂ ਹੁਣ ਕਿੰਨੀ ਐਜੂਕੇਟਡ ਹੋ ਗਈ ਆ। ਪਰ ਮੈਂ ਇੱਕ ਸਮਝਣ ਵਾਲੀ ਗੱਲ ਨਹੀਂ ਕਿ ਹਾਲੇ ਵੀ ਉਹ ਪੁਜਾਰੀ ਸਾਨੂੰ ਬੇਵਕੂਫ ਬਣਾਈ ਜਾਂਦੇ। ਹਾਲੇ ਵੀ ਪੁਜਾਰੀ ਜੋਗੀਆ ਪਾ ਕੇ ਤਾਂ 2 ਟਿੱਕੇ ਲਾ ਕੇ ਜਾਂ ਧੋਤੀ ਸੀ, ਉਹ ਹਾਲੇ ਵੀ ਹਰੇਕ ਬੰਦੇ ਨੂੰ ਜਣੀ ਬੇਵਕੂਫ ਬਣਾ ਕੇ ਸਾਡੇ ਤੋਂ ਲੁੱਟੀ ਜਾਂਦੇ। ਜਿੱਦਾਂ ਭੈਣ ਜੀ ਹੁਣੀ ਸੋਨਾ ਕਹਿੰਦੇ ਆ ਜੀ, ਇੰਨਾ ਸੋਨਾ। ਐਕਚੁਅਲ ਗੱਲ ਤਾਂ ਇਹ ਜਿਹੜੀਆਂ ਭੈਣਾਂ ਹਨਾ, ਇਹੀ ਸੋਨਾ ਤੇ ਇਹੀ ਜ਼ਿਆਦਾ ਲਟਾਉਂਦੀਆਂ, ਇਹ ਸਮਝਦੀਆਂ ਨਹੀਂ ਹੈ। ਬੰਦੇ ਐਕਚੁਅਲੀ ਬੰਦੇ ਨੂੰ ਆਪ ਜਾਤੇ, ਜਿੱਦਾਂ ਤੁਸੀਂ ਕਹਿੰਦੇ ਜਾਤੇ ਮੈਂ ਖੁਦ ਨਹੀਂ ਸਟਾਪ ਕਰਦਾ ਇਹਨਾਂ ਨੂੰ ਦੇਣਾ ਕੁਛ, ਜਾਂ ਆਪਣੇ ਰੱਬ ਤੇ ਭਰੋਸਾ ਨਹੀਂ ਕਰਦਾ, ਉੱਤੇ ਖਤਮ ਨਹੀਂ ਹੋ ਸਕਦਾ ਮੇਰਾ ਖਿਆਲ। ਹਾਂਜੀ ਵੀਰ ਜੀ, ਇਸ ਨਾਲ ਸਾਰੀ ਪ੍ਰੋਬਲਮ ਪਤਾ ਕਿੱਥੇ ਆਈ ਹੈ? ਟੋਟਲ ਪ੍ਰੋਬਲਮ ਸਾਡੀ ਇੱਕ ਤਾਂ ਰੱਬ ਕੀ ਹੈ ਉਹਨੂੰ ਸਮਝਣ ਵਿੱਚ ਆਈ ਹੈ। ਦੂਜੀ ਪ੍ਰੋਬਲਮ ਸਾਡੀ ਇਹ ਕਿ ਸਾਡੇ ਧਰਮ ਦੀ ਡੈਫੀਨੇਸ਼ਨ ਕੀ ਹੈ, ਅਸੀਂ ਧਰਮ ਮੰਨਦੇ ਕਿਹਨੂੰ ਆ। ਜੇ ਅਸੀਂ ਰੱਬ ਨੂੰ ਸਪਸ਼ਟ ਕਰ ਲਈਏ ਨਾ ਕਿ ਰੱਬ ਕੀ ਹੈ, ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਤਰ੍ਹਾਂ ਹੀ ਸੰਸਾਰ ਦੀ ਉਤਪਤੀ, ਲੈਤਾ, ਪਾਲਣਾ, ਸੰਚਾਲਨ ਹੁੰਦਾ, ਉਹ ਰੱਬ। ਧਰਮ ਕੀ ਹੈ? ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਇਹਨਾਂ 2 ਚੀਜ਼ਾਂ ਤੇ ਅਮਲ ਕਰਨਾ ਸ਼ੁਰੂ ਕਰ ਦਿਓ, ਬਾਕੀ ਸਾਰੇ ਪਖੰਡ ਖਤਮ ਹੋ ਜਾਣਗੇ। ਜਿਹੜੀ ਗੱਲ ਤਾਂ ਇਹ ਹੈ ਕਿ ਜਿਹੜੀ ਜਿੱਦਾਂ ਹੁਣ ਅਸੀਂ ਵੀ ਸੁਣਦੇ ਆ, ਗੁਰਦੁਆਰੇ ਵੀ ਜਾਂਦੇ ਆ, ਲੇਕਿਨ ਖੁਦ ਫਿਰ ਵੀ ਇੰਨੇ ਸੁਣਨ ਤੋਂ, ਜਿੰਨੇ ਵੀ ਹੁਣ ਸਾਡੀ ਕਾਫੀ ਉਮਰ ਹੋ ਗਈ ਆ, ਪਰ ਫਿਰ ਵੀ ਸਾਨੂੰ ਵਿਸ਼ਵਾਸ ਨਹੀਂ ਆਉਂਦਾ, ਆਪਣੇ ਰੱਬ ਤੇ ਵਿਸ਼ਵਾਸ ਨਹੀਂ ਆਉਂਦਾ, ਬਲਕਿ ਦੂਏ ਬੰਦੇ ਦੀ ਪੁਜਾਰੀ ਦੀ ਗੱਲ ਸੁਣ ਕੇ 10 ਮਿੰਟਾਂ 'ਚ ਅਸੀਂ ਉਹ ਤੇ ਵਿਸ਼ਵਾਸ ਕਰ ਲੈਣੀ, ਇਹ ਸਹੀ ਕਹਿੰਦਾ। ਦੇਖੋ ਇਹ ਪ੍ਰੋਬਲਮ ਹੀ ਇਹ ਵੇ ਕਿ ਅਸੀਂ ਗੁਰੂ ਦੀ ਗੱਲ ਤੇ ਵਿਸ਼ਵਾਸ ਨਹੀਂ ਕੀਤਾ, ਬੰਦੇ ਦੀ ਗੱਲ ਤੇ ਵਿਸ਼ਵਾਸ ਕਰ ਲਿਆ। ਤਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਆਪ ਬਾਣੀ ਦੇ ਨਾਲ, ਜਿਵੇਂ ਹੁਣ ਅਸੀਂ ਕਲਾਸ ਰਾਹੀਂ ਜੁੜ ਰਹੇ ਹਾਂ, ਦੇਖੋ ਤੁਹਾਨੂੰ ਮੌਕਾ ਮਿਲ ਰਿਹਾ ਹੈ, ਮੈਨੂੰ ਮੌਕਾ ਮਿਲ ਰਿਹਾ, ਅਸੀਂ ਵਿਚਾਰ ਸਾਂਝੇ ਕਰ ਰਹੇ ਹਾਂ, ਕੋਈ ਸਿੱਟਾ ਜ਼ਰੂਰ ਨਿਕਲੇਗਾ। ਇੱਥੇ ਸਾਨੂੰ ਲੜਨ ਬਹਿਸਣ ਦੀ ਲੋੜ ਨਹੀਂ, ਵਿਚਾਰ ਅਸੀਂ ਕਰ ਰਹੇ ਹਾਂ, ਸਿੱਟਾ ਨਿਕਲੇਗਾ ਜ਼ਰੂਰ, ਸਾਡੀ ਸਮਝ ਵਿੱਚ ਆਏਗੀ ਗੱਲ। ਪਰ ਜੇ ਅਸੀਂ ਵਿਚਾਰਾਂਗੇ ਨਹੀਂ, ਜੋ ਮੈਂ ਕਹਿਤਾ ਤੁਸੀਂ ਉਵੇਂ ਕਰਨ ਲੱਗ ਗਏ ਵੀ ਕੁੰਭ ਜਾਤ ਜੋ ਨਾਰੀਅਲ ਲੈ ਆਓ, ਜਾਂ ਨਾਰੀਅਲ ਤੁਸੀਂ ਪਾਣੀ ਵਿੱਚ ਰੋੜ ਆਓ, ਜਾਂ ਤੁਸੀਂ ਪਾਈਆ ਛੋਲੇ ਚੜਾ ਦਿਓ, ਕਾਲੇ ਛੋਲੇ, ਤੇ ਤੁਹਾਡਾ ਸ਼ਨੀ ਗ੍ਰਹਿ ਦਾ ਟਲ ਜਾਏਗਾ। ਬੰਦਾ ਪੁੱਛੇ ਵੀ ਧਰਤੀ ਨਾਲੋਂ ਕਈ ਗੁਣਾ ਵੱਡਾ ਸ਼ਨੀ ਗ੍ਰਹਿ ਪਾਈਆ ਛੋਲੇ ਨਾਲ ਅੱਗੇ ਪਿੱਛੇ ਕਿਵੇਂ ਹੋ ਜਾਏਗਾ? ਐਕਚੁਅਲੀ ਗਿਆਨੀ, ਜਦੋਂ ਨਾ ਤੁਹਾਡੇ ਤੇ ਤਕਲੀਫ ਆਉਂਦੀ ਹੈ ਕਿਸੇ ਤੇ, ਜਿਹੜੀ ਜਦੋਂ ਤਕਲੀਫ ਆਉਂਦੀ ਨਾ, ਉਹਨੂੰ ਫਿਰ ਬੰਦੇ ਨੂੰ ਰਾਹ ਨਹੀਂ ਦੀਦਾ, ਉਹ ਹਰੇਕ ਰਾਹ ਜਿਹੜਾ ਵੀ ਆ ਉਹਨੂੰ ਮੰਨਣ ਲੱਗ ਪੈਂਦਾ। ਜਿੱਦਾਂ ਤੁਸੀਂ ਬਹੁਤ ਵਾਰੀ ਟੈਲੀਵਿਜ਼ਨ ਤੇ ਇੱਕ ਆਉਂਦਾ ਹੁੰਦਾ, ਉਹ ਦੱਸਦਾ ਹੁੰਦਾ ਛੋਲੇ ਛਿੱਟੋ, ਜੇ ਕਰੋ, 25 ਦਾਣ ਇੱਥੇ ਤੁਸੀਂ ਲੇਕ ਦੇ ਵਿੱਚ ਪਾ ਦਿਓ, ਦਾਲਾਂ ਪਾ ਦਿਓ। ਇਹ ਸਰਵ ਉਹ ਆਮ ਬੰਦੇ ਨੂੰ ਸੋਚਣਾ ਇੰਨਾ ਚਾਹੀਦਾ ਵੀ ਦੇਖੋ ਦਾਲ ਉਹਦੇ ਵਿੱਚ ਪਾਣੀ 'ਚ ਪਾਉਣ ਨਾਲ ਮੇਰਾ ਕੀ ਫਾਇਦਾ ਹੋ ਸਕਦਾ। ਪਰ ਉਹਨਾਂ ਤੇ ਵਿਸ਼ਵਾਸ ਕਰਦੇ ਆ ਜੋ ਬਾਣੀ ਦੇ ਵਿੱਚ ਅਸੀਂ ਲਿਖਿਆ ਆ। ਮੈਂ ਆਪਣੀ ਗੱਲ ਵੀ ਕਰਦਾ, ਅਸੀਂ ਨਹੀਂ ਕਿਸੇ ਦੀ, ਕਿ ਅਸੀਂ ਉਹ ਤੇ ਵਿਸ਼ਵਾਸ ਨਹੀਂ ਹਾਲੇ ਕਰ ਰਹੇ, ਸਾਡਾ ਅੰਦਰੋਂ ਵਿਸ਼ਵਾਸ ਨਹੀਂ ਹੋਇਆ। ਜਦੋਂ ਅੰਦਰੋਂ ਹੋਊਗਾ ਫਿਰ ਸਾਰੀਆਂ ਚੀਜ਼ਾਂ ਕਲੀਅਰ ਹੋ ਸਕਦੀਆਂ। ਹਾਂਜੀ ਵੀਰ ਜੀ, ਉਹੋ ਹੀ ਹੈ ਨਾ ਵੀ ਜੇ ਹੁਣ ਮੰਨ ਲਓ ਤੁਸੀਂ ਵੀ ਜੇ ਇਸ ਟਾਈਮ ਡਾਕਟਰ ਮਨਮੋਹਨ ਸਿੰਘ ਔਰ ਓਬਾਮਾ ਇਕੱਠੇ ਬੈਠਣ ਇੱਕ ਜਗ੍ਹਾ ਤੇ, ਤੇ ਉਹ ਦੋਵੇਂ ਜਣੇ ਗੱਲਾਂ ਕਰਨ, ਤੇ ਕਿਹੋ ਜਿਹੀਆਂ ਗੱਲਾਂ ਕਰਨਗੇ? ਇਹੋ ਜਿਹੀਆਂ ਗੱਲਾਂ ਕਰਨ, ਇਸ ਲੈਵਲ ਦੀਆਂ ਹੋਣਗੀਆਂ। ਤੇ ਸਾਡੀਆਂ ਗੱਲਾਂ ਕਿਸ ਲੈਵਲ ਦੀਆਂ ਨੇ? ਅਸੀਂ ਪਾਣਾ ਕੀ ਚਾਹੁੰਦੇ ਤੇ ਗੱਲਾਂ ਅਸੀਂ ਜਿਹੜੀਆਂ ਮਾਵਾਂ ਦੇ ਦਾਲਾਂ ਤੇ ਛੋਲਿਆਂ ਤੇ। ਜੇ ਗੁਰੂ ਨਾਨਕ ਦੇਵ ਜੀ ਹੋਣ ਤੇ ਗੁਰੂ ਨਾਨਕ ਦੇਵ ਜੀ ਕਿਹੋ ਜਿਹੀਆਂ ਗੱਲਾਂ ਕਰਨਗੇ? ਤੇ ਅਸੀਂ ਗੱਲਾਂ, ਲੋੜ ਹੈ ਗੁਰੂ ਨਾਨਕ ਦੇਵ ਦੀ ਸਿੱਖਿਆ ਮੁਤਾਬਕ ਆਪਣੀ ਵਿਸ਼ਾਲਤਾ ਲਿਆਉਣ ਦੀ। ਉਹੀ ਗੱਲ ਤੁਹਾਡੇ ਵਾਲੀ, ਪੜ੍ਹੇ ਲਿਖੇ ਬੰਦੇ ਜਿਨ੍ਹਾਂ ਕੋਲ ਮਾਸਟਰ ਡਿਗਰੀਆਂ ਨੇ, ਉਹ ਸਭ ਤੋਂ ਪਹਿਲਾਂ ਅਖਬਾਰ ਦੇ ਵਿੱਚ ਪੜ੍ਹ ਰਹੇ ਨੇ ਰਾਸ਼ੀ। ਉਹਦਾ ਰੀਜ਼ਨ ਹੈ ਵੀਰ ਜੀ, ਸਾਡੀਆਂ ਅਖਬਾਰਾਂ, ਸਾਡੇ ਟੈਲੀਵਿਜ਼ਨ, ਸਾਡੇ ਮਾਂ-ਬਾਪ, ਭੈਣ ਭਰਾ, ਸਮਾਜ ਪਰੋਸੇ ਇਹ ਗਿਆ ਸਾਡੇ ਕੋਲ ਅੰਧ ਵਿਸ਼ਵਾਸ। ਇਸ ਲਈ ਇਹਨਾਂ ਵਿੱਚੋਂ ਬਾਹਰ ਨਿਕਲਣ ਦੀ ਲੋੜ ਹੈ, ਸੱਚ ਨੂੰ ਅਪਣਾਉਣ ਦੀ ਲੋੜ ਹੈ। ਪਰਵਾਹ ਕਰਨ ਦੀ ਲੋੜ ਨਹੀਂ ਹੈਗੀ ਕੌਣ ਕੀ ਕਹਿੰਦਾ, ਮੇਰਾ ਗੁਰੂ ਕੀ ਕਹਿੰਦਾ, ਸੱਚ ਦੇ ਰਾਹ ਤੇ ਤੁਰੋ, ਤੋੜ ਦਿਓ ਇਹਨਾਂ ਜੰਜੀਰਾਂ ਨੂੰ ਤੇ ਤੁਸੀਂ ਆਜ਼ਾਦ ਹੋ ਜਾਓਗੇ, ਲੋਕਾਂ ਨੂੰ ਆਜ਼ਾਦ ਕਰੋ। ਠੀਕ ਹੈ ਜੀ ਗਿਆਨੀ, ਓਕੇ, ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ। ਸਾਡੇ ਤੇ ਮਨੌਤਾਂ ਇੰਨੀਆਂ ਭਾਰੂ ਹੋਈਆਂ, ਜਿੱਦਾਂ ਭਾਈ ਸਾਹਿਬ ਨੇ ਕਿਹਾ ਨਾ ਜੀ,
ਹਰਨੇਕ ਸਿੰਘ ਇਹ ਗਲਤ ਨਹੀਂ, ਕਿਉਂਕਿ ਅਸੀਂ ਸਾਰੇ ਉਸੇ ਕੈਟਾਗਰੀ ਦੇ ਵਿੱਚ ਹੀ ਆਨੇ ਆ। ਉਹਦੇ ਵਿੱਚੋਂ ਅਸੀਂ ਨਿਕਲ ਤਾਂ ਨਹੀਂ ਰਹੇ, ਕਿਉਂਕਿ ਜਿੱਦਾਂ ਹੁਣ ਅੱਜ ਕਲਾਸ ਲੱਗੀ ਹੈ, ਕਿੰਨੇ ਦਿਨਾਂ ਦੀ ਲੱਗ ਰਹੀ ਆ, ਇਹਦੇ ਵਿੱਚ ਜਿਹੜੀ ਨਵੀਂ ਵਿਚਾਰ ਸਾਨੂੰ ਸੁਣਨ ਨੂੰ ਮਿਲ ਰਹੀ ਆ, ਉਹ ਗੁਰੂ ਸਾਹਿਬ ਦੀ ਵਿਚਾਰ 500 ਸਾਲ ਪੁਰਾਣੀ ਆ, ਪਰ ਅਸੀਂ ਤਾਂ ਕਦੀ ਸੁਣੀ ਹੀ ਨਹੀਂ। ਅਸੀਂ ਤਾਂ ਰੁਮਾਲੇ ਉੱਥੇ ਜਾਂਦੇ ਆ, ਰੁਮਾਲਿਆਂ 'ਚ ਲਪੇਟਿਆ ਹੁੰਦਾ ਮਹਾਰਾਜ ਨੂੰ, ਉੱਥੇ ਜਾ ਕੇ ਮੱਥਾ ਟੇਕੀ ਦਾ, ਗੋਲ ਗੋਲ ਚੱਕਰ ਵੀ ਕੱਟ ਲਈਦਾ, ਪ੍ਰਸ਼ਾਦ ਲਈਦਾ, ਜਲੇਬੀਆਂ ਰੋਟੀਆਂ ਖਾ ਕੇ ਘਰ ਨੂੰ ਆ ਜਾਈਦਾ। ਸਾਡੇ ਪੱਲੇ ਕੀ ਪਿਆ? ਆਹ ਜਿਹੜੀ ਵਿਚਾਰ ਅਸੀਂ ਹੁਣ ਕਰ ਰਹੇ ਆ, ਇੱਦਾਂ ਦੀ ਵਿਚਾਰ ਸਾਨੂੰ ਰੋਜ਼ ਮਿਲੇ ਤਾਂ ਆਪੇ ਸਾਡੇ ਜੀਵਨ ਦੇ ਵਿੱਚ ਕੁਛ ਨਾ ਕੁਛ ਚੇਂਜ ਜ਼ਰੂਰ ਆਊਗੀ। ਫਿਰ ਜਿੱਥੇ ਸਾਨੂੰ ਕਿਹਾ ਗਿਆ ਹੈ ਮਤਲਬ ਸੋਨੇ ਨੂੰ ਰੋਕ ਕੇ ਰੱਖੋ, ਅਸੀਂ ਉੱਥੇ ਚੜਾਉਣ ਦੀ ਬਜਾਏ ਅਸੀਂ ਫਿਰ ਦੇਖਾਂਗੇ ਵੀ ਸਾਨੂੰ ਘਰ 'ਚ ਕਿੱਥੇ ਲੋੜ ਆ। ਪਹਿਲਾਂ ਇਹ ਸੋਨੇ ਦਾ ਪੈਸਾ ਵਰਤ ਕੇ ਅਸੀਂ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇ ਸਕਦੇ ਹਾਂ, ਹੋਰ ਸਭੀਆਂ ਅਸੀਂ ਉੱਥੇ ਲਿਜਾ ਕੇ ਰੱਖੀ ਜਾਂਦੇ। ਉਹ ਤਾਂ ਨਹੀਂ ਟੁੱਟ ਰਹੀ ਕਿਉਂਕਿ ਸਾਨੂੰ ਦੱਸਿਆ ਹੀ ਇਹ ਗਿਆ ਆ। ਹੁਣ ਆਹ ਏਦਾਂ ਦੀਆਂ ਕਲਾਸਾਂ ਦੇ ਵਿੱਚ ਜਦੋਂ ਸਾਡੀ ਨਵੀਂ ਵਿਚਾਰ ਆਊਗੀ, ਪਹਿਲੀਆਂ ਜਿਹੜੀਆਂ ਉਹ ਰਿਪਲੇਸ ਹੋ ਜਾਊਗੀਆਂ, ਬਾਹਰ ਨਿਕਲ ਜਾਣਗੀਆਂ, ਤੇ ਗਾਹਾਂ ਫਿਰ ਸਾਡੀ ਵਿਚਾਰ ਦੇ ਵਿੱਚ ਆਪੇ ਹੀ ਕੋਈ ਨਾ ਕੋਈ ਚੇਂਜ ਆਊਗੀ। ਘੱਟੋ ਘੱਟ ਇੰਨਾ ਤਾਂ ਹੋ ਜਾਊਗਾ ਜੀ ਵੀ ਆਪਾਂ ਉਹ ਜਿਹੜੇ ਕੰਮ ਹੁਣ ਤਾਈਂ ਕਰਦੇ ਆ ਸੀ ਉੱਥੋਂ ਤਾਂ ਸਟਾਪ ਹੋ ਜਾਊ ਨਾ। ਡੈਮੇਜ ਹੋਣੋਂ ਤਾਂ ਸਟਾਪ ਹੋ ਹੀ ਸਕਦਾ ਜੀ। ਹਾਂਜੀ, ਉਹ ਤੋਂ ਗਾਹਾਂ ਦੇ ਸਟੈਪ ਆਪਾਂ ਕਰਦੇ ਰਹਿ ਸਕਦੇ ਹਾਂ। ਦੋ ਚੀਜ਼ਾਂ ਹੋਣਗੀਆਂ, ਜਿਸ ਤਰ੍ਹਾਂ ਨਾ ਮਤਲਬ ਆਪਣਾ ਜੋ ਸਾਨੂੰ ਹੁਣ ਕੀ ਕਰਨ ਦੀ ਲੋੜ ਹੈ ਵੀ ਜੇ ਕਲਾਸ ਦੇ ਵਿੱਚ ਅਸੀਂ ਜੋ ਕੁਝ ਵਿਚਾਰਿਆ ਸਾਰੇ ਵੀਰਾਂ ਭੈਣਾਂ ਨੇ, ਜੇ ਇਸ ਵਿਚਾਰ ਨਾਲ ਅਸੀਂ ਸਹਿਮਤ ਹਾਂ ਸਾਰੇ, ਤਾਂ ਫਿਰ ਅਗਲਾ ਸਟੈਪ ਇਹ ਹੈਗਾ ਵੀ ਅਸੀਂ ਇੰਡੀਵਿਜੂਅਲ ਤੌਰ ਤੇ ਇਸ ਵਿਚਾਰਧਾਰਾ ਵਾਸਤੇ ਕੀ ਕਰਾਂਗੇ। ਅਸੀਂ ਕੀ ਇਹ ਨਹੀਂ ਕਿ ਪ੍ਰਚਾਰਾਂਗੇ, ਕੀ ਪ੍ਰਚਾਰਨਾ ਤੇ ਹੈ ਹੀ ਹੈ, ਪਰ ਅਸੀਂ ਕੀ ਕਰਾਂਗੇ, ਅਸੀਂ ਆਪਣੇ ਵਿੱਚ ਕੀ ਚੇਂਜਿੰਗ ਲਿਆਵਾਂਗੇ, ਅਸੀਂ ਨਵੀਂ ਦੇਣ ਸਮਾਜ ਨੂੰ ਕੀ ਦਿਆਂਗੇ, ਔਰ ਅਸੀਂ ਕੈਸੀ ਜ਼ਿੰਦਗੀ ਜੀਣੀ ਹੈ, ਇਹ ਪਲਾਨ ਕਰਨਾ ਹੈ। ਜੇ ਅਸੀਂ ਇਸ ਵਿਚਾਰਧਾਰਾ ਨਾਲ ਸਹਿਮਤ ਹਾਂ ਤਾਂ ਅਸੀਂ ਅੱਜ ਤੋਂ ਲੈ ਕੇ ਕੀ ਕਰਨਾ ਨਵਾਂ, ਇਹ ਤੁਸੀਂ ਸਾਰਿਆਂ ਨੇ ਆਪਣਾ ਪਲਾਨ ਕਰਨਾ ਹੈ। ਤੇ ਕੱਲ ਨੂੰ ਆਪਾਂ ਪੁੱਛਾਂਗੇ ਵੀ ਕੀ ਤੁਸੀਂ ਆਪਣਾ ਨਵਾਂ ਪਲਾਨ ਕੀਤਾ। ਘੱਟੋ ਘੱਟ ਇਹਨਾਂ ਤਾਂ ਕਰ ਸਕਦੇ ਜੀ, ਅਸੀਂ ਆਪ ਸਟਾਪ ਲਾ ਕੇ ਆਪਣੇ ਜਿਹੜੇ ਬੱਚੇ ਆ ਨਾ ਉਹਨਾਂ ਨੂੰ ਇਹ ਜੇ ਸਿੱਖਿਆ ਦੇਣੀ ਸ਼ੁਰੂ ਕਰ ਦਈਏ ਤੇ ਉਹ ਆਪਣੇ ਬੱਚਿਆਂ ਨੂੰ ਦੇਣਗੇ, ਆਪੇ ਪੀੜ੍ਹੀ ਦਰ ਪੀੜ੍ਹੀ ਇਹ ਕੁਛ ਨਾ ਕੁਛ ਚੇਂਜ ਆਉਣੀ ਸ਼ੁਰੂ ਹੋ ਜਾਊਗੀ। ਸਤਨਾਮ ਸਿੰਘ ਨਾਗਰਾ ਜੀ ਤੁਹਾਡੇ ਕੋਲ, ਤੇ ਉਹਦੇ ਬਾਅਦ ਚ ਸਤਿੰਦਰ ਸਿੰਘ, ਦਵਿੰਦਰ ਸਿੰਘ ਤੂਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਗਿਆਨੀ ਜੀ ਫਤਿਹ ਜੀ। ਪਹਿਲਾਂ ਮੈਂ ਇਹ ਪੌੜੀ ਦੀ ਵਿਚਾਰ ਕਲਾਸ ਤੋਂ ਪਹਿਲਾਂ ਆਪਣੇ ਆਪ ਹੀ ਵਿਚਾਰ ਕੀਤੀ ਸੀ, ਤੇ ਕੁਛ ਸੀਗੇ ਜਿੱਦਾਂ ਮਾਨਸ ਖਾਣੇ ਕਰੇ ਨਿਵਾਜ, ਛੁਰੀ ਬਗਾਇਣ, ਤਿੰਨ ਗਲ ਤਾਗ, ਤਿੰਨ ਕਰ ਬ੍ਰਾਹਮਣ ਪੂਰੇ ਨਾਲ। ਇਹਦੀ ਥੋੜੀ ਜਿਹੀ ਮੈਨੂੰ ਸੀਗੀ ਦੁਬਿਧਾ ਜਿਹੀ ਸੀਗੀ, ਪਰ ਆਪ ਦੀ ਕਥਾ ਸੁਣ ਕੇ ਮੈਨੂੰ ਇਹਦੇ ਵਿੱਚ ਬਹੁਤ ਚੰਗੀ ਤਰ੍ਹਾਂ ਹੁਣ ਸਮਝ ਆ ਗਈ। ਤੇ ਜਿਸ ਤਰ੍ਹਾਂ ਤੁਸੀਂ ਆਪ ਐਕਸਪਲੇਨ ਕੀਤਾ, ਬਹੁਤ ਹੀ ਅੱਛੀ ਤਰ੍ਹਾਂ ਇਹ ਆਪਨੇ ਐਕਸਪਲੇਨ ਕੀਤਾ ਤਾਂ ਮੇਰੇ ਮਨ ਦੇ ਵਿੱਚ ਬੈਠ ਗਈ। ਤੇ ਜਿਸ ਤਰ੍ਹਾਂ ਦੂਸਰਾ ਆਖਿਆ ਕਿ ਪੁੱਠਾ ਬੱਕਰਾ ਖਾਣਾ, ਇਹ ਜਿਹੜੇ ਹਿੰਦੂ ਲੋਕ ਸੀ ਉਹ ਬੱਕਰੇ ਖਾ ਕੇ ਤਾਂ ਆਪਣੇ ਚੁੱਲ੍ਹੇ ਉੱਤੇ ਜਾਂਦੇ ਸੀ ਤਾਂ ਉਹਨੂੰ ਫੇਰ ਬੈਠ ਨਹੀਂ ਦਿੰਦੇ। ਤੇ ਹਾਂਜੀ, ਉਹ ਇਸ ਤਰ੍ਹਾਂ ਸੀ, ਉਹ ਨਾ ਜਿਵੇਂ ਮੁਸਲਮਾਨ ਰਾਜ ਸੀ ਤੇ ਜਿਹੜੇ ਖੱਤਰੀ ਜਾਂ ਹਿੰਦੂ ਵੀਰ ਸੀ ਨਾ, ਉਹ ਮੁਸਲਮਾਨਾਂ ਦੇ ਕੋਲ ਨੌਕਰੀ ਕਰਦੇ ਸੀ। ਠੀਕ। ਔਰ ਜਾਂ ਉਹਨਾਂ ਦੇ ਕੋਲ ਉਹਨਾਂ ਨੂੰ ਖੁਸ਼ ਕਰਨ ਵਾਸਤੇ ਜਿਹੜਾ ਲੰਗਰ ਪ੍ਰਸ਼ਾਦਾ ਛਕਦੇ ਸੀ ਤਾਂ ਉਹਦੇ ਵਿੱਚ ਉਹਨਾਂ ਨੇ ਹਲਾਲ ਬਣਾਇਆ ਹੁੰਦਾ ਸੀ ਤੇ ਉਹਨਾਂ ਨੂੰ ਖੁਸ਼ ਕਰਨ ਲਈ ਖਾ ਜਾਂਦੇ ਸੀ। ਠੀਕ। ਤੇ ਆਪਣੇ ਘਰ ਜਦੋਂ ਜਾਂਦੇ ਸੀ ਤਾਂ ਉਦੋਂ ਫਿਰ ਗਾਂ ਦਾ ਗੋਹੇ ਦਾ ਪੋਚਾ ਪਵਿੱਤਰ ਕਰਕੇ ਬ੍ਰਾਹਮਣ ਨੇ ਉੱਥੇ ਬਹਿ ਜਾਣਾ ਤੇ ਫਿਰ ਲੋਕਾਂ ਨੂੰ ਕਹਿਣਾ ਮੇਰਾ ਚੌਂਕਾ ਨਾ ਅਪਵਿੱਤਰ ਹੋ ਜਾਏਗਾ ਜੇ ਤੁਸੀਂ ਵੜ ਗਏ। ਤੇ ਗੁਰੂ ਜੀ ਕਹਿੰਦੇ ਨੇ ਦੇਖੋ ਗਾਂ ਦੇ ਗੋਹੇ ਦਾ ਪੋਚਾ ਲਾਤਾ ਹੈ, ਚੌਂਕਾ ਵੀ ਦੇ ਦਿੱਤਾ ਹੈ, ਤੇ ਉੱਤੇ ਆਣ ਕੇ ਜਿਹੜਾ ਬੰਦਾ ਬੈਠਾ ਉਹ ਝੂਠਾ ਹੁਣੇ ਤੇ ਹਲਾਲ ਖਾ ਕੇ ਆ ਰਹੇ, ਜਿਹਦੇ ਵਿੱਚ ਤੇਰਾ ਵਿਸ਼ਵਾਸ ਨਹੀਂ। ਹੁਣ ਤੂੰ ਕਹਿ ਰਿਹਾ ਮਤਲਬ ਝੂਠ ਫਰੇਬ ਬੋਲ ਕੇ ਮੇਰਾ ਚੌਂਕਾ ਸੁੱਚਾ ਹੈ, ਤਾਂ ਇਸ ਕਰਕੇ ਤੇਰੇ ਚੌਂਕੇ ਦਾ ਜਾਂ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ। ਤਾਂ ਤੇਰਾ ਫਾਇਦਾ ਜੇ ਤੂੰ ਅੰਦਰੋਂ ਬਾਹਰੋਂ ਸੱਚਾ ਹੋਵੇਂ। ਕਹੋ ਨਾਨਕ ਸੱਚ ਧਿਆਈ ਹੈ, ਸੁੱਚ ਹੋਵੇ ਤਾਂ ਸੱਚ ਪਾਏ। ਧੰਨਵਾਦ। ਥੈਂਕ ਯੂ। ਧੰਨਵਾਦ ਜੀ। ਸਤਿੰਦਰ ਸਿੰਘ ਜੀ ਤੁਸੀਂ ਅਨਮਿਊਟ ਆ, ਤੁਸੀਂ ਆਪਣੇ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਫਤਿਹ ਵੀਰ ਜੀ। ਉਹ ਬਹੁਤ ਵਧੀਆ, ਬਹੁਤ ਕਲੀਅਰ ਇੱਕ ਇੰਡੀਕੇਸ਼ਨ ਤੁਸੀਂ ਦਿੱਤੀ ਹੈ। ਜਿਸ ਤਰ੍ਹਾਂ ਸਾਡੀ ਬਾਣੀ ਵਿੱਚ ਵੀ ਕਹਿੰਦੇ ਨੇ ਨਾ ਕਿ ਕੂੜ ਸੋਨਾ, ਕੂੜ ਰੂਪਾ, ਕੂੜ ਪਹਿਨਣ ਹਾਰ। ਤੇ ਜੇ ਅਗਰ ਮੈਂ ਗੁਰਦੁਆਰੇ ਦੇ ਅੰਦਰ ਜਾ ਕੇ ਸੋਨਾ ਚੜਾ ਰਿਹਾ ਜਾਂ ਪਾਲਕੀਆਂ ਸੋਨੇ ਦੀ ਬਣਾ ਰਿਹਾ, ਤੇ ਕਿਆ ਮੈਂ ਆਪਣੇ ਗੁਰੂ ਨੂੰ ਕੂੜ ਦੇ ਰਿਹਾ ਜਾਂ ਉਹਨੂੰ ਕੂੜ ਤੇ ਬਿਠਾ ਰਿਹਾ? ਤੇ ਇਹ ਤੇ ਮੈਨੂੰ ਸੋਚਣਾ ਪਏਗਾ ਕਿ ਬਈ ਮੈਂ ਕਰ ਕੀ ਰਿਹਾ, ਹੈ ਨਾ। ਤੇ ਜਦ ਤੱਕ ਮੈਂ ਸੱਚ ਦੀ ਵਿਚਾਰ ਨਹੀਂ ਕਰਾਂਗਾ, ਸੱਚ ਪਾਈਏ ਤਾਂ ਸੁੱਚ ਹੋਵੇ, ਸੋਚ ਹੋਵੇ ਤਾਂ ਸੱਚ ਪਾਈਏ।
ਤੇ ਉਹੀ ਹੋ ਗਿਆ ਨਾ ਕਿ ਜਦ ਤੱਕ ਮੈਂ ਸੱਚ ਦੀ ਵਿਚਾਰ ਨਹੀਂ ਕਰਾਂਗਾ ਤਾਂ ਤੱਕ ਮੈਂ ਸੁੱਚ ਵੀ ਨਹੀਂ ਹੋ ਸਕਾਂਗਾ। ਨਹੀਂ ਹੋ ਸਕਦਾ। ਬਿਲਕੁਲ। ਤੇ ਬਹੁਤ ਬਹੁਤ ਅੱਛਾ ਲੱਗਿਆ ਭਾਈ ਸਾਹਿਬ ਜੀ। ਅਸੀਂ ਲੋਕ ਜਿਹੜੇ ਗੁਰਦੁਆਰਿਆਂ 'ਚ ਦਾਨ ਪੁੰਨ ਕਰਨੇ ਆ ਉਸ ਤੋਂ ਚੰਗਾ ਕਿਸੇ ਬੱਚੇ ਦੀ ਐਜੂਕੇਸ਼ਨ ਵਾਸਤੇ ਦਈਏ ਜਾਂ ਕੁਛ ਸਹੀ ਜਗ੍ਹਾ ਤੇ ਆਪਣੀ ਕਮਾਈ ਲਗਾਈਏ ਤਾਂ ਹੀ ਸਾਡੀ ਸਿਹਤ ਸਹੀ ਹੋ ਸਕਦੀ, ਤਾਂ ਹੀ ਸਾਡੇ ਬੱਚੇ ਵੀ ਸਾਨੂੰ ਦੇਖ ਕੇ ਅੱਗੇ ਸਿੱਖਣਗੇ ਅਸੀਂ ਕੀ ਕਰ ਰਹੇ ਹਾਂ ਕੀ ਨਹੀਂ ਕਰ ਰਹੇ। ਹਾਂ, ਗੁਰਦੁਆਰੇ ਵਿੱਚ ਜਿਹੜੀ ਮਾਇਆ ਦੋ ਮਾਇਆ, ਲੇਕਿਨ ਉਹ ਮਾਇਆ ਦਾ ਯੂਜ਼ ਠੀਕ ਕਰੋ। ਬਿਲਕੁਲ ਬਿਲਕੁਲ ਬਿਲਕੁਲ। ਉਹ ਸਮੂਹਿਕ ਤੌਰ ਤੇ ਮੰਨ ਲਓ ਹੁਣ ਤੁਸੀਂ $100 ਹੀ ਖਰਚਦੇ ਹੋ, ਲੇਕਿਨ ਗੁਰਦੁਆਰੇ ਵਿੱਚ ਅਸੀਂ ਦਿਨੇ ਸਾਡੇ ਕੋਲ $10-20,000 ਆ ਜਾਂਦਾ, ਤੇ ਜੇ ਅਸੀਂ ਉਹਨੂੰ ਸਹੀ ਯੂਜ਼ ਕਰੀਏ ਤਾਂ ਉਹਦਾ ਬਹੁਤ ਬੈਨੀਫਿਟ ਹੋ ਸਕਦਾ। ਐਗਜ਼ੈਕਟਲੀ। ਹਾਂ, ਪੈਸਾ ਦੇਣਾ ਬੰਦ ਨਾ ਕਰੋ, ਸਗੋਂ ਉਹਦਾ ਯੂਜ਼ ਸਹੀ ਕਰੋ, ਯੂਜ਼ ਸਹੀ ਕਰੋ। ਬਿਲਕੁਲ 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 ਬਿਲਕੁਲ। ਉਸ ਤਰ੍ਹਾਂ ਹੀ ਅਸੀਂ ਲੋਕ ਨੇ ਉਲਟਾ ਇਧਰ ਮੈਂ ਪ੍ਰਪੋਜ਼ ਵੀ ਕੀਤਾ ਸੀ ਕਿ ਬਈ 2 ਗੁਰਦੁਆਰੇ ਇੱਕ ਸਕੂਲ ਨੂੰ ਅਡਾਪਟ ਕਰ ਲਓ ਤੇ ਉਹਦੇ 'ਚ ਕੀ ਹੋਏਗਾ ਕਿ ਸਕੂਲ ਦੀਆਂ ਟੀਚਰਾਂ ਵੀ ਸਹੀ ਹੋ ਜਾਣਗੀਆਂ, ਤੁਹਾਡੇ ਜਿਹੜੇ ਗ੍ਰੰਥੀ ਹੈਗੇ ਨੇ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ, ਜਿਹੜੇ ਪ੍ਰਚਾਰਕ ਹੈਗੇ ਨੇ, ਉਹ ਕਾਉਂਸਲਿੰਗ ਵੀ ਕਰ ਸਕਦੇ ਨੇ, ਉਹਨਾਂ ਦੀ ਅੱਗੇ ਉਹਨਾਂ ਦੀ ਵੀ ਕਮਾਈ ਦੇ ਸਾਧਨ ਅੱਛੇ ਹੋ ਜਾਣਗੇ, ਪ੍ਰੈਕਟੀਕਲ ਹੋ ਜਾਣਗੇ। ਹਾਂਜੀ ਹਾਂਜੀ, ਵਿਦ ਸਕੂਲਾਂ ਦਾ ਨਾ ਬਹੁਤ ਵਧੀਆ ਚੀਜ਼ ਹੈ। ਸਕੂਲ ਬਹੁਤ ਜ਼ਰੂਰੀ ਹੈ, ਹਰ ਗੁਰਦੁਆਰੇ ਦੇ ਨਾਲ ਸਕੂਲ ਦਾ ਹੋਣਾ ਜ਼ਰੂਰੀ ਹੈ। ਲੇਕਿਨ ਉਸ ਤੋਂ ਵੀ ਜਿਹੜੀ ਜ਼ਰੂਰੀ ਚੀਜ਼ ਹੈਗੀ ਉਹ ਹੈਗੀ ਐਜੂਕੇਸ਼ਨ ਪਲੈਨਿੰਗ। ਹੁਣ ਦੇਖੋ, ਸਕੂਲ ਤੁਸੀਂ ਬਣਾ ਲਿਆ, ਪੈਸਾ ਤੁਸੀਂ ਲਗਾ ਦਿੱਤਾ, ਹੁਣ ਉੱਥੇ ਲਿਟਰੇਚਰ ਕਿਹੜਾ ਪੜ੍ਹਾਓਗੇ? ਲਿਟਰੇਚਰ ਕਿਸੇ ਹੋਰ ਨੇ ਲਿਖਿਆ ਹੈ। ਇਹਦਾ ਮਤਲਬ ਤੁਹਾਡੇ ਪੈਸੇ ਨਾਲ ਤੁਹਾਡੇ ਉਲਟ ਸੋਚ ਦਿੱਤੀ ਜਾ ਸਕਦੀ ਹੈ। ਤਾਂ ਇਸ ਲਈ ਬੇਨਤੀ ਹੈ ਕਿ ਮੈਂ ਸਕੂਲ ਦੇ ਵਿਰੋਧ ਵਿੱਚ ਨਹੀਂ ਬੋਲਦਾ, ਮੈਂ ਇਹ ਚੀਜ਼ ਕਹਿ ਰਿਹਾ ਕਿ ਆਪਣੇ ਬੱਚਿਆਂ ਨੂੰ ਇੰਨਾ ਐਜੂਕੇਟ ਕਰੋ ਕਿ ਉਹ ਐਜੂਕੇਸ਼ਨ ਪਲੈਨਿੰਗ ਤੱਕ ਪਹੁੰਚ ਜਾਣ, ਔਰ ਉਹ ਐਜੂਕੇਸ਼ਨ ਪਲੈਨਿੰਗ ਐਵੇਂ ਕਰਨ ਕਿ ਇਹ ਦੁਨੀਆ ਜਿਹੜੀ ਹੈ ਬਦਲ ਜਾਏ। ਸਾਨੂੰ ਇਸ ਪਾਸੇ ਜਾਣਾ ਚਾਹੀਦਾ। ਧੰਨਵਾਦ। ਬਿਲਕੁਲ ਬਿਲਕੁਲ ਬਿਲਕੁਲ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਜੀ। ਧੰਨਵਾਦ ਜੀ ਸਤਿੰਦਰ ਸਿੰਘ ਜੀ। ਤੂਰ ਸਾਹਿਬ, ਮੈਂ ਤੁਹਾਨੂੰ ਅਨਮਿਊਟ ਕਰ ਦਿੱਤਾ ਹੈ, ਤੁਸੀਂ ਗੱਲ ਕਰੋ, ਤੇ ਉਹਦੇ ਬਾਅਦ ਚ ਮੈਂ ਹਰਬੰਸ ਸਿੰਘ ਜੀ ਕੋ ਆਊਂਗਾ, ਉਹ ਵੀ ਰੈਡੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਵੀਰ ਜੀ। ਬਾਕੀ ਤਾਂ ਕੁਐਸਚਨ ਦਾ ਤਾਂ ਕੋਈ ਲੋੜ ਨਹੀਂ ਰਹੀ, ਪਰ ਫਿਰ ਵੀ ਜੋ ਅੱਜ ਦੀ 16ਵੀਂ ਪੌੜੀ ਵਿੱਚੋਂ, ਜੋ ਕਿ ਇੱਕ ਬਹੁਤ ਹੀ ਵਧੀਆ ਇਸ਼ੂ ਕ੍ਰੀਏਟ ਹੋਇਆ, ਅਸੀਂ ਇਸ ਨੂੰ ਕੰਪਲੀਟਲੀ ਐਪਰੀਸ਼ੀਏਟ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਫਿਊਚਰ ਵਿੱਚ ਇਸ ਬਾਰੇ ਚੰਗੀ ਤਰ੍ਹਾਂ ਭੋਖਿਆ ਜਾਵੇ। ਧੰਨਵਾਦ। ਠੀਕ, ਧੰਨਵਾਦ, ਥੈਂਕ ਯੂ ਸਰ, ਧੰਨਵਾਦ, ਮਿਹਰਬਾਨੀ ਜੀ ਤੂਰ ਸਾਹਿਬ। ਹਾਂਜੀ ਹਰਬੰਸ ਸਿੰਘ ਜੀ, ਤੁਸੀਂ ਆ ਜਾਓ, ਤੁਸੀਂ ਆਪਣੇ ਵਿਚਾਰ ਦਿਓ। ਹਾਂਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਫਤਿਹ ਜੀ। ਬਾਬਾ ਜੀ, ਮੈਂ ਇੱਕ ਗੱਲ ਪੁੱਛਣੀ ਸੀ ਵੀ ਤੁਹਾਡਾ ਨਾਮ ਸਿਮਰਨ ਬਾਰੇ ਕੀ ਵਿਚਾਰ ਹੈ? ਦੇਖੋ, ਨਾਮ ਸਿਮਰਨ ਤੋਂ ਬਿਨਾ ਇਸ ਦੁਨੀਆ ਵਿੱਚ ਕੁਝ ਵੀ ਨਹੀਂ ਹੈ, ਬਹੁਤ ਜ਼ਰੂਰੀ ਹੈ। ਲੇਕਿਨ ਨਾਮ ਸਿਮਰਨ ਨੂੰ ਸਮਝਣ ਦੀ ਜ਼ਰੂਰਤ ਹੈ। ਨਾਮ ਦਾ ਮਤਲਬ ਹੈਗਾ ਸੱਚ, ਹੁਕਮ ਰੱਬ ਦਾ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਰੱਬ ਦੇ ਜਿਹੜੇ ਗੁਣ ਨੇ, ਸਿਮਰਨ ਦਾ ਮਤਲਬ ਯਾਦ, ਸਾਡੀ ਯਾਦ ਦੇ ਵਿੱਚ ਉਹ ਹੋਣੇ ਚਾਹੀਦੇ ਨੇ। ਨਹੀਂ, ਜਿੱਦਾਂ ਮਤਲਬ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨਾ ਘੰਟਾ ਘੰਟਾ 2-2 ਘੰਟਾ, ਜਿੱਦਾਂ ਆਮ ਗੁਰੂ ਘਰਾਂ 'ਚ ਹੁੰਦਾ ਹੈ। ਦੇਖੋ, ਉਹ ਉਹਨਾਂ ਦੀ ਮਰਜ਼ੀ ਵੀ ਕੌਣ ਕੀ ਕਰ ਰਿਹਾ ਹੈ। ਲੇਕਿਨ ਜੋ ਨਾਮ ਸਿਮਰਨ ਜਾਂ ਭਗਤੀ ਹੈ ਗੁਰਬਾਣੀ ਅਨੁਸਾਰ, ਉਹ ਇਹ ਹੈਗੀ ਹੈ ਕਿ ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਔਰ ਸਾਡੇ ਵਾਸਤੇ ਜਿਹੜਾ ਸਭ ਤੋਂ ਜ਼ਰੂਰੀ ਚੀਜ਼ ਹੈ ਉਹ ਹੈ ਸਚਿਆਰ ਹੋਣਾ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਸੀ, ਤੇ ਸਚਿਆਰ ਰੱਬ ਹੀ ਹੈ। ਤੂੰ ਕਰਤਾ ਸਚਿਆਰ ਮਹਿੰਦਾ ਸਾਈਂ। ਇਹ ਸਚਿਆਰ ਹੋਣ ਲਈ ਕੀ ਕਰਨਾ ਹੈ? ਹੁਕਮ ਰਜ਼ਾਈ ਚੱਲਣਾ। ਨਾਨਕ ਲਿਖਿਆ ਨਾਲ। ਲਿਖਿਆ ਨਾਲ ਦਾ ਮਤਲਬ ਜਦੋਂ ਤੋਂ ਇਹ ਕਾਇਨਾਤ ਹੋਣ ਦੇ ਵਿੱਚ ਆਈ ਹੈ, ਉਦੋਂ ਤੋਂ ਹੀ ਇਹ ਨਿਯਮ ਚੱਲਿਆ ਆਉਂਦਾ ਹੈ ਕਿ ਲਾ ਆਫ ਨੇਚਰ ਮੁਤਾਬਕ ਜ਼ਿੰਦਗੀ ਜੀਣੀ ਹੈ। ਇਟ ਮੀਨਸ ਅਸੀਂ ਕਹਿ ਸਕਦੇ ਹਾਂ ਕਿ ਸਿੱਖ ਭਗਤੀ ਹੈ ਜੋ ਵੇ ਆਫ ਲਾਈਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਿੰਦੇ ਨੇ, ਉਸ ਵੇ ਆਫ ਲਾਈਫ ਨੂੰ ਅਪਣਾ ਲੈਣਾ ਹੀ ਨਾਮ ਸਿਮਰਨ ਹੈ, ਉਹੀ ਰੱਬ ਦੀ ਭਗਤੀ ਜੀ। ਇੱਕ ਬਾਬਾ ਜੀ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਇਹ ਸ਼ਬਦ ਹੈ ਜਿਹੜਾ, ਇਹ ਅੰਮ੍ਰਿਤ ਵੇਲੇ ਨਾਲ ਜੋੜਿਆ ਜਾਂਦਾ, ਕਿ ਸਹੀ ਹੈ? ਹਾਂਜੀ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਦਾ ਮਤਲਬ ਇਹ ਹੈਗਾ ਕਿ ਜਦੋਂ ਤੁਸੀਂ ਰੱਬ ਦੀ ਸਿਫਤ ਸਲਾਹ ਕਰਦੇ ਹੋ, ਹਾਂਜੀ,
ਵਡਿਆਈਆਂ ਕਰਦੇ ਹੋ, ਗੁਣ ਗਾਉਂਦੇ ਹੋ, ਉਹ ਵੇਲਾ ਅੰਮ੍ਰਿਤ ਵੇਲਾ ਹੁੰਦਾ ਹੈ। ਜੀ ਜੀ ਜਦੋਂ ਤੁਸੀਂ 2 ਨੰਬਰ ਦੇ ਧੰਦੇ ਕਰਦੇ ਹੋ, ਨਸ਼ੇ ਕਰਦੇ ਹੋ, ਵਿਕਾਰ ਕਮਾਉਂਦੇ ਹੋ, ਉਹ ਵੇਲਾ ਜ਼ਹਿਰ ਵੇਲਾ ਬਣ ਜਾਂਦਾ, ਮੌਤ ਬਣਾਉਣ ਵਾਲਾ। ਜਿਵੇਂ ਫਾਰ ਐਗਜ਼ਾਮਪਲ ਹੁਣ ਸਾਡੇ ਕੋਲ ਇੱਥੇ 4 ਵੱਜ ਕੇ ਤੇ ਇਹਨਾਂ 3 ਵੱਜ ਕੇ 45-46 ਮਿੰਟ ਹੋਏ ਨੇ, 3:45। ਹੁਣ ਇੰਗਲੈਂਡ ਦੇ ਮੁਤਾਬਕ 3:45 ਹੋਏ ਨੇ, ਤੁਹਾਡੇ ਕੋਲ ਜਿਹੜਾ ਟਾਈਮ ਹੈਗਾ। ਹੁਣ ਇਸ ਟਾਈਮ ਜਦੋਂ ਅਸੀਂ ਕਲਾਸ ਵਿੱਚ ਬੈਠੇ ਹਾਂ, ਅਸੀਂ ਸੱਚ ਦੀ ਗੱਲ ਕਰ ਰਹੇ ਹਾਂ, ਸੱਚ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ, ਤਾਂ ਇਹ ਵੇਲਾ ਸਾਡੇ ਲਈ ਅੰਮ੍ਰਿਤ ਵੇਲਾ ਹੈ, ਕਿਉਂਕਿ ਸਾਡੇ ਜੀਵਨ ਨੂੰ ਆਤਮਿਕ ਜੀਵਨ ਦੇ ਰਿਹਾ, ਅੰਮ੍ਰਿਤ ਬਣਾ ਰਿਹਾ। ਤੇ ਜੇ ਅਸੀਂ ਇਸੇ ਹੀ ਟਾਈਮ ਮਿਲ ਕੇ ਕਿਸੇ ਨੂੰ ਕਤਲ ਕਰਨ ਦੀ ਸਾਜ਼ਿਸ਼ ਕਰਦੇ ਹਾਂ, ਠੱਗੀ ਮਾਰਦੇ ਹਾਂ, ਚੋਰੀ ਕਰਦੇ ਹਾਂ, ਤੇ ਇਹ ਵੇਲਾ ਹੀ ਜ਼ਹਿਰ ਵੇਲਾ ਹੋ ਜਾਏਗਾ। ਇਸ ਲਈ ਜਿਸ ਵਕਤ ਅਸੀਂ ਸੱਚ ਦੇ ਨਾਲ ਜੁੜੇ ਹੁੰਦੇ ਹਾਂ, ਜਿਵੇਂ ਅਸੀਂ ਕੱਲ ਵਿਚਾਰ ਕੀਤੀ ਸੀ, ਉਹ ਸਤਿਯੁਗ ਹੁੰਦਾ ਹੈ, ਉਹ ਅੰਮ੍ਰਿਤ ਵੇਲਾ ਹੁੰਦਾ ਹੈ। ਜਦੋਂ ਤੁਸੀਂ ਅੰਮ੍ਰਿਤ ਦੇ ਨਾਲ, ਆਤਮਿਕ ਜੀਵਨ ਦੇਣ ਵਾਲੇ ਗੁਣਾਂ ਦੇ ਨਾਲ ਜੁੜਦੇ ਹੋ, ਉਹ ਵੇਲਾ ਤੁਹਾਡਾ ਅੰਮ੍ਰਿਤ ਹੋ ਜਾਂਦਾ ਹੈ। ਤਾਂ ਇਸ ਤਰ੍ਹਾਂ ਸਾਰੇ ਜੀਵਨ ਨੂੰ ਤੁਸੀਂ ਅੰਮ੍ਰਿਤ ਬਣਾ ਸਕਦੇ ਹੋ, ਪੂਰੀ ਜ਼ਿੰਦਗੀ ਨੂੰ ਅਸੀਂ ਅੰਮ੍ਰਿਤ ਬਣਾ। ਧੰਨਵਾਦ ਜੀ ਬਾਪੂ ਜੀ। ਧੰਨਵਾਦ ਜੀ ਹਰਬੰਸ ਸਿੰਘ ਜੀ। ਇਹਨਾਂ ਨੇ ਵੀ ਬਹੁਤ ਵਧੀਆ ਕੁਐਸਚਨ ਪੁੱਛੇ ਸੀਗੇ ਜੀ, ਜਿਹਦੇ ਵਿੱਚ ਅੰਮ੍ਰਿਤ ਵੇਲੇ ਦੀ ਮਹੱਤਤਾ ਤੇ ਨਾਮ ਸਿਮਰਨ ਦੀ ਮਹੱਤਤਾ, ਔਰ ਤੁਸੀਂ ਬੜੇ ਵਧੀਆ ਤਰੀਕੇ ਦੇ ਨਾਲ ਇਹ ਸਮਝਾ ਦਿੱਤੀ ਹੈ। ਪਰ ਜਿੱਦਾਂ ਸਾਨੂੰ ਸਮਝਾਈ ਜਾਂਦੀ ਹੈ ਉਹ ਕੁਝ ਹੋ ਰਿਹਾ, ਤੇ ਜਿੱਦਾਂ ਐਕਚੁਅਲੀ ਹੈਗੀ ਆ ਉਹ ਕੁਝ ਹੋ ਰਿਹਾ, ਤੇ ਅਪਣਾਉਣਾ ਅਸੀਂ ਆਪ ਆ। ਇਸ ਚੀਜ਼ ਨੂੰ ਸਾਡੀ ਜਿਹੜੀ ਸਮਝ ਚ ਪੈਂਦੀ ਹੈ, ਤੁਸੀਂ ਦੋਏ ਕਰਕੇ ਦੇਖ ਲਓ, ਤੁਹਾਨੂੰ ਲੱਗ ਜਾਊ ਪਤਾ ਆਪਣੇ ਆਪ ਹੀ। ਤੇ ਅਸੀਂ ਇੱਦਾਂ ਕਰਦੇ ਹਾਂ ਜੀ, ਹੁਣ ਅੱਜ ਬਹੁਤ ਹੈਲਥੀ ਕਹਿ ਲਓ ਡਿਸਕਸ਼ਨ ਹੋਈ ਹੈ, ਵਿਚਾਰ ਵਟਾਂਦਰੇ ਵੀ ਬਹੁਤ ਵਧੀਆ ਹੋਏ ਆ ਜੀ, ਤੇ ਉਹਦੇ ਵਿੱਚ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਤੇ ਇਸੇ ਤਰ੍ਹਾਂ ਕੱਲ ਨੂੰ ਵੀ ਆਪਾਂ ਜੁੜਾਂਗੇ ਜੀ, ਤੇ ਆਪਣੇ ਹੋਰ ਜਿਹੜੇ ਕਥਾ ਹੋਣੀ ਆ ਉਹਦੇ ਵਿੱਚ ਵੀ ਬਹੁਤ, ਜਿੱਦਾਂ ਪਹਿਲਾਂ ਕਿਹਾ ਸੀਗਾ, ਕਈ ਖੁਲਾਸੇ ਹੋਣ ਵਾਲੇ ਜਿਹੜੇ ਸਾਡੇ ਨਾਲ ਕੰਸਰਨਡ ਆ, ਤੇ ਉਹਦੇ ਵਿੱਚ ਕੱਲ ਨੂੰ ਜੁਆਇਨ ਕਰਾਂਗੇ। ਇੱਥੇ ਮੇਰਾ ਖਿਆਲ ਹੁਣ ਫਤਿਹ ਬੁਲਾ ਲਈਏ ਜੀ, ਹੋਰ ਤਾਂ ਕੋਈ ਹੈ ਨਹੀਂ ਸੀਗਾ। ਤੇ ਹਾਂਜੀ, ਹੁਣ ਅੱਛਾ ਜੀ, ਕੱਲ ਨੂੰ ਵੀ ਆਪਾਂ ਇਸੇ ਟਾਈਮ ਤੇ ਮਿਲਾਂਗੇ ਜੀ, ਫਿਰ 2 ਵਜੇ ਇੰਗਲੈਂਡ ਦੇ ਟਾਈਮ ਤੇ ਸਾਰੇ ਸਰੋਤਿਆਂ ਨੂੰ ਹੈ ਜੀ ਤੇ ਤੁਸੀਂ ਆਇਓ ਜ਼ਰੂਰ, ਤੇ ਇੱਥੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ, ਫਤਿਹ।